सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरां दा प्राइम टाइम लैके। ते प्राइम टाइम च अज गल रफ्तार दी। कहंदे ने सरकारी काम बहुत हौली हौली हुंदे ने, कई साल लग जांदे ने, पर यकीन मन्नो तुसी एक बार बंदूक दे नाल फोटो अपलोड करके तां देखो, पता लगेगा कि सरकारी कामां दी खास तौर ते परचियां दी रफ्तार ना बुलेट ट्रेन तो पिछे होवे तां कि हो। खैर गन कल्चर दे उत्ते सख्ती हुई है ते पुलिस बिना किसी भेदभाव तो एक अख दे नाल एक्शन कर रही है। वड्डियां तो लैके बच्चियां तक बस तस्वीर दिखे तां सही, नाल दी नाल परचा। गन दी गल टेंशन तां पाउंदी है, पर सवाल यह है कि परचे दर्ज करन दा पैमाना की है, किवें परचे दर्ज किते जा रहे ने। हुण जदों आपां शो कर रहे हैं, तुसीं साडे नाल जुड़े होए हो, ਤਾਂ ਇੱਕ ਕੰਮ भी करो कि अपने फोन ਦੇ ਉੱਤੇ ਨਾਲ ਆਪਣਾ ਇੰਸਟਾ ਤੇ ਨਾਲ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮਸ ਚੈੱਕ ਕਰ ਲਓ। 2-4-6 ਮਹੀਨੇ ਗਲਤੀ ਨਾਲ ਪਹਿਲਾਂ ਕੋਈ ਤਸਵੀਰ ਤੁਸੀਂ ਪਾਈ ਹੋਵੇ, ਤੁਹਾਡਾ ਕੋਈ ਆਂਢੀ ਗਵਾਂਢੀ ਜਿਸ ਦੇ ਨਾਲ ਤੁਹਾਡੀ ਥੋੜੀ ਜਿਹੀ ਲੱਗਦੀ ਹੋਵੇ, ਉਹ ਤਸਵੀਰ ਚੱਕ ਕੇ ਪੁਲਿਸ ਨੂੰ ਦੇ ਦੇਵੇ ਤਾਂ ਹੋ ਸਕਦਾ ਹੈ ਸ਼ੋਅ ਚੱਲਦੇ ਚੱਲਦੀ ਪੁਲਿਸ ਤੁਹਾਡੇ ਕੋਲ ਪਹੁੰਚ ਜਾਵੇ ਪਰਚਾ ਲੈ ਕੇ। ਇਹ ਅੱਜ ਇਸ ਕਰਕੇ ਕਹਿਣਾ ਪੈ ਰਿਹਾ ਹੈ ਕਿਉਂਕਿ ਇੱਕ 10 ਸਾਲ ਦੇ ਬੱਚੇ ਦੇ ਉੱਤੇ ਪਰਚਾ ਹੋ ਗਿਆ। ਖੈਰ ਉਸ ਤੋਂ ਬਾਅਦ ਪੁਲਿਸ ਇਸ ਜ਼ਿਕਰ ਕਰਦੀ ਨਜ਼ਰ ਆਈ, ਇਨਫੈਕਟ ਡੀਐਸਪੀ ਆਏ ਸਾਹਮਣੇ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਹਾਂ ਗਲਤੀ ਹੋ ਗਈ ਹੈ, ਜਲਦੀ ਦੇ ਵਿੱਚ ਇਹ ਹੋ ਗਿਆ। ਪਰ ਸਵਾਲ ਇਹ ਹੈ ਕਿ ਇਹ ਜਲਦੀ ਕਿ ਕੋਈ ਵੱਡੀ ਘਟਨਾ ਵਾਲੇ ਪਾਸੇ ਤਾਂ ਨਹੀਂ ਚਲਾਇਆ ਜਾਏਗਾ ਕੰਮ, ਔਰ ਜੇਕਰ ਇੱਕ ਪੈਮਾਨਾ ਸੈੱਟ ਕਰ ਦਿੱਤਾ ਜਾਵੇ ਖਾਸ ਤੌਰ ਤੇ ਨੁਮਾਇਸ਼ ਨੂੰ ਲੈ ਕੇ, ਕਿਉਂਕਿ ਇੱਥੇ ਟੌਏ ਗਨ ਦੇ ਨਾਲ ਕੋਈ ਕਹਿ ਰਿਹਾ ਕਿ ਅਸੀਂ ਫੋਟੋ ਅਪਲੋਡ ਕੀਤੀ ਤੇ ਪਰਚਾ ਹੋ ਗਿਆ, ਤਾਂ ਫਿਰ ਉਹ ਵੀ ਪੈਮਾਨਾ ਤਾਂ ਸੈੱਟ ਕਰਨਾ ਹੋਏਗਾ। ਇੱਕ ਹੋਰ ਬਹੁਤ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਕਿਸੇ ਖਿਡੌਣਿਆਂ ਦੀ ਦੁਕਾਨ ਦੇ ਉੱਤੇ ਜਾਂਦੇ ਹੋ ਤਾਂ ਉੱਥੇ 60-70% ਤੁਹਾਨੂੰ ਕਿਹੜੇ ਖਿਡੌਣੇ ਦਿਖਦੇ ਨੇ। ਜਦੋਂ ਕਿਸੇ ਬੱਚੇ ਦੇ ਲਈ ਕੋਈ ਖਿਡੌਣਾ ਖਰੀਦਣਾ ਹੋਵੇ ਹਥਿਆਰਾਂ ਵਾਲੇ, ਕੋਈ ਗਨ ਹੋਏਗੀ, ਕੋਈ ਟੈਂਕ ਹੋਏਗਾ, ਕੋਈ ਪੁਲਿਸ ਦੀ ਗੱਡੀ ਹੋਏਗੀ, ਇਸ ਤਰੀਕੇ ਦੇ ਹਥਿਆਰ ਹੁੰਦੇ ਨੇ। ਕਈ ਹਥਿਆਰ ਤਾਂ ਜਾਂ ਕਹੀਏ ਕਿ ਕਈ ਜਿਹੜੇ ਖਿਡੌਣੇ ਨੇ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਬਿਲਕੁਲ ਅਸਲੀ ਹੋਣ। ਤਾਂ ਹੁਣ ਉਹਨਾਂ ਦੇ ਨਾਲ ਕੋਈ ਬੱਚਾ ਤਸਵੀਰ ਅਪਲੋਡ ਕਰ ਦੇਵੇ ਆਪਣੇ ਇੰਸਟਾ ਦੇ ਉੱਤੇ ਜਾਂ ਫਿਰ ਕਿਸੇ ਹੋਰ ਪਲੇਟਫਾਰਮ ਦੇ ਉੱਤੇ ਤਾਂ ਕਿ ਪਰਚਾ ਹੋ ਜਾਏਗਾ। ਖੈਰ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਗਨ ਕਲਚਰ ਦੇ ਖਿਲਾਫ ਸਖਤੀ ਦਾ ਵੈਲਕਮ ਹੋ ਰਿਹਾ ਹੈ, ਪਰ ਪਰਚਿਆਂ ਦੀ ਰਫ਼ਤਾਰ ਤੇ ਸਵਾਲ ਉੱਠ ਰਹੇ ਨੇ। ਅੱਜ ਚਰਚਾ ਗਨ ਕਲਚਰ ਵਰਸਸ ਪਰਚਾ ਕਲਚਰ। इस बच्चे की तस्वीर असी नहीं विखा सकते क्यों जो कानून के मुताबिक यह मुमकिन नहीं, पर कानून के राखिया ने खुद इस दे नाल कुछ अजिहा किया जो ना सिर्फ खाकी सगों सरकार नूं भी सवालों के घेरे विच खड़ा कर गया। एक बच्चे का जिक्र FIR दे विच होण दा मतलब शायद अमृतसर पेंडू पुलिस थाने के अधिकारी नूं ना पता लग्या होवे, पर सियासी धिरां ने इस बलंडर ते बवंडर मचा दिता। ਜਿਹੜੇ ਵੱਡੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ, ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਣਾ ਚਾਹੁੰਦੇ ਨੇ, ਉਹਨਾਂ ਤੇ ਰੋਕ ਲੱਗਣੀ ਚਾਹੀਦੀ ਹੈ। ਇਹ ਗਨ ਕਲਚਰ ਆਪਣੇ ਆਪ ਰੁਕ ਜਾਏਗਾ, ਲੇਕਿਨ ਵੱਡੇ ਲੋਕਾਂ ਤੱਕ ਜਾਣਾ ਨਹੀਂ। ਔਰ ਇੱਕ ਨਾਬਾਲਿਗ ਬੱਚਾ ਜੇ ਕਿਸੇ ਦੇ ਗੱਲਬਾਤ ਤੋਂ ਪ੍ਰਭਾਵਿਤ ਹੋਇਆ ਉਹਦੇ ਤੱਕ ਪੁੱਜਣਾ ਇਹ ਕੋਈ ਕਾਮਯਾਬੀ ਥੋੜੀ ਹੈ। ਤੁਸੀਂ ਲੜਕੀਆਂ ਤੇ ਕੇਸ ਦਰਜ ਕਰਨ ਲੱਗੇ ਹੋ, ਕਿਸੇ ਬੱਚੇ ਨੇ ਟੌਏ ਗਨ ਫੜੀ ਹੈ ਉਹਦੇ ਤੇ ਕੇਸ ਦਰਜ ਕਰਨ ਲੱਗੇ ਹੋ। ਜੇ ਕਿਸੇ ਦੀ ਇਦਾਂ ਦੀ ਤਸਵੀਰ ਦੇ ਉੱਤੇ ਤੁਹਾਨੂੰ ਇਤਰਾਜ਼ ਹੈ ਤਾਂ ਉਹਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ। ਛੋਟੇ ਬੱਚਿਆਂ ਦੇ ਤੁਸੀਂ ਕੇਸ ਕਰਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਤੁਸੀਂ ਤੇ ਉਲਟਾ ਬੱਚਿਆਂ ਦੇ ਮਨ ਦੇ ਵਿੱਚ ਸਹਿਮ ਜਿਹੜਾ ਉਹ ਖੜਾ ਕਰ ਰਹੇ ਹੋ। ਅਸੀਂ ਮੈਂ ਸਮਝਦਾ ਕਿ ਮੈਂ ਅਪੀਲ ਕਰਾਂਗਾ ਇਹਦੇ ਵਿੱਚ ਚੀਫ ਮਿਨਿਸਟਰ ਸਾਹਿਬ ਨੂੰ ਤੇ DGP ਸਾਹਿਬ ਨੂੰ ਕਿ ਮਾਸੂਮ ਬੱਚਾ ਸੀ, ਉਹਦੀ ਕਾਉਂਸਲਿੰਗ ਕਰਨੀ ਚਾਹੀਦੀ ਹੈ ਸਾਨੂੰ। ਇਸ ਕਰਕੇ ਮਾਸੂਮ ਬੱਚੇ ਜਦੋਂ ਪਰਚਾ ਹੋ ਜਾਂਦਾ ਉਹਦਾ ਮਤਲਬ ਕਿ ਉਹਦਾ ਰਿਕਾਰਡ ਸਾਰੀ ਜ਼ਿੰਦਗੀ ਵਾਸਤੇ ਖੜਾ ਹੋ ਜਾਂਦਾ। ਉਹਨੂੰ ਅਸੀਂ ਅੱਜ ਤੋਂ ਹੀ ਜਿਹੜਾ ਹੈਗਾ ਦੋਸ਼ੀ ਸਾਬਤ ਕਰ ਦਿੰਦੇ ਹਾਂ, ਉਹਨੂੰ ਰਿਵਿਊ ਕੀਤਾ ਜਾਏ। ਵਿਰੋਧੀਆਂ ਦੇ ਇਸ ਬਵੰਡਰ ਦੇ ਵਿੱਚ ਸਰਕਾਰ ਉਲਝ ਗਈ ਤਾਂ ਮੌਕਾ ਸਾਂਭਣ ਦੀ ਕੋਸ਼ਿਸ਼ ਹੋਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ IO ਦੀ ਗਲਤੀ ਹੈ ਅਤੇ ਮਹਿਕਮਾ ਪੱਧਰੀ ਕਾਰਵਾਈ ਕਰਾਂਗੇ। ਤਾਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਦੇ ਨਾਲ ਗੱਲ ਕਰਨ ਦਾ ਦਾਅਵਾ ਕੀਤਾ। ਪਹਿਲੀ ਐਟ ਦਾ ਆਊਟਸੈਟ ਆਈ ਵਿਲ ਐਡਮਿਟ ਕਿ IO ਦੀ ਬਹੁਤ ਜ਼ਿਆਦਾ ਜਲਦੀਬਾਜ਼ੀ 'ਚ ਜਿੱਦਾਂ ਤੁਸੀਂ ਕਹਿ ਲਓ ਅਣਗਹਿਲੀ ਹੈ, ਬਹੁਤ ਘੋਰ ਜਿਹੜਾ ਇਸ ਤਰ੍ਹਾਂ ਬੱਚੇ ਦੇ ਉੱਪਰ ਜਿਹੜਾ ਇਹ ਪਰਚਾ ਦੇ ਦਿੱਤਾ, ਜਦ ਕਿ ਇਹ ਕਾਨੂੰਨ 'ਚ ਸਪਸ਼ਟ ਹੈ ਬੱਚਾ ਕੋਈ ਵੀ ਗਲਤ ਕੰਮ ਕਰਦਾ, ਜਿਸ ਤਰ੍ਹਾਂ ਅਸੀਂ ਪਿੱਛੇ ਅੰਮ੍ਰਿਤਸਰ ਦੇਖਿਆ ਸਕੂਲ ਦੇ ਵਿੱਚ ਵੀ ਸਪਰਿੰਗਡੇਲ ਦੇ ਵਿੱਚ ਹੋਇਆ ਸੀਗਾ, ਉਹਨਾਂ ਦੇ ਮਾਂ-ਬਾਪ ਜ਼ਿੰਮੇਵਾਰ ਠਹਿਰਾਏ ਜਾਂਦੇ ਆ। ਇਹਦੇ ਵਿੱਚ ਵੀ ਬੱਚੇ ਦਾ ਬਿਲਕੁਲ ਕੋਈ ਮੈਂਸ਼ਨ ਨਹੀਂ ਆਉਣਾ ਚਾਹੀਦਾ ਸੀਗਾ।
ਕਿਉਂਕਿ ਬੱਚੇ ਹਮੇਸ਼ਾ ਇਹ ਕੰਮ ਨਹੀਂ, ਉਹਨਾਂ ਦੇ ਮਾਪੇ ਹੁੰਦੇ ਆ ਜਿਹੜੇ ਗਾਰਡੀਅਨ ਜਿਹੜੇ ਹੁੰਦੇ ਆ ਰਿਸਪੌਂਸੀਬਲ। ਅੰਮ੍ਰਿਤਸਰ ਦੇ ਵਿੱਚ 10 ਸਾਲ ਦੇ ਬੱਚੇ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ, ਉੱਥੇ ਹੀ ਪੁਲਿਸ ਵੱਲੋਂ ਮੁਲਾਜ਼ਮ ਦੇ ਵੱਲੋਂ ਫਾਇਰ ਕੀਤਾ ਗਿਆ, ਪਰ ਲੇਕਿਨ ਉੱਥੇ ਕੋਈ ਕਾਰਵਾਈ ਨਹੀਂ ਕੀਤਾ ਗਿਆ। ਕਿੱਥੇ? ਅੰਮ੍ਰਿਤਸਰ ਦੇ ਵਿੱਚ। ਅੱਛਾ, ਇਹ ਮੈਨੂੰ ਪਤਾ ਨਹੀਂ, ਜੇ ਇਦਾਂ ਦੀ ਕੋਈ ਗੱਲ ਹੋਈ ਤਾਂ ਅੱਜ ਹੀ ਗੱਲ ਕਰ ਲੈਂਦੇ ਸੀਪੀ। ਕੋਈ ਗੱਲ ਨਹੀਂ। ਸਰਕਾਰ ਦਾ ਕੰਮ ਫੈਸਲੇ ਲੈਣਾ ਅਤੇ ਪ੍ਰਸ਼ਾਸਨ ਦਾ ਕੰਮ ਹੈ ਉਸ ਨੂੰ ਲਾਗੂ ਕਰਨਾ। ਅਜਿਹੇ ਵਿੱਚ ਜੇਕਰ ਕਿਸੇ ਵੀ ਪੱਧਰ ਤੇ ਕੋਈ ਗਲਤੀ ਹੋ ਜਾਵੇ ਤਾਂ ਜ਼ਿੰਮੇਵਾਰ ਕੌਣ? ਫੈਸਲਾ ਲੈਣ ਵਾਲੀ ਸਰਕਾਰ ਜਾਂ ਲਾਗੂ ਕਰਨ ਵਾਲਾ ਮੁਲਾਜ਼ਮ? ਸਵਾਲ ਕਾਇਮ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਵਾਪਰੀਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜਾ ਬੰਦੂਕ ਹੈ, ਗਨ ਹੈ, ਇਸ ਨੂੰ ਲੈ ਕੇ ਟੈਨਸ਼ਨ ਹੈ ਔਰ ਟੈਨਸ਼ਨ ਦੇ ਵਿਚਾਲੇ ਸਵਾਲ ਵੀ ਨੇ ਕਿ ਇਸ ਦੇ ਉੱਤੇ ਰੋਕ ਕਿਵੇਂ ਲਗਾਈ ਜਾਵੇ। ਪਰ ਕਿਹਾ ਜਾਂਦਾ ਹੈ ਕਿ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ, ਜਦੋਂ ਕ੍ਰਾਸ ਹੋ ਜਾਵੇ ਤਾਂ ਫਿਰ ਦਿੱਕਤ ਵੀ ਹੁੰਦੀ ਹੈ ਕਿ ਵਾਕਈ ਪਰਚੇ ਦਰਜ ਕਰਨ ਦੇ ਵਿੱਚ ਕਾਹਲੀ ਕੀਤੀ ਜਾ ਰਹੀ ਹੈ। ਕੋਈ ਟਾਰਗੇਟ ਤਾਂ ਨਹੀਂ ਦਿੱਤਾ ਗਿਆ ਵੱਖ-ਵੱਖ ਥਾਣਿਆਂ ਨੂੰ ਕਿ ਪਰਚੇ ਫਟਾਫਟ ਹੋਣੇ ਚਾਹੀਦੇ ਨੇ, ਤਾਂ ਉਹ ਟਾਰਗੇਟ ਇੱਕ ਤਰੀਕੇ ਨਾਲ ਕੰਪਲੀਟ ਕੀਤੇ ਜਾ ਰਹੇ ਨੇ। ਇਹ ਸਵਾਲ ਇਸ ਕਰਕੇ ਨੇ, ਪੰਜਾਬ ਦੇ ਲੋਕ ਇਹ ਸੋਚ ਰਹੇ ਹੋਣਗੇ ਕਿ ਇਹ ਬਹੁਤ ਤੇਜ਼ੀ ਦੇ ਨਾਲ ਵੱਖ-ਵੱਖ ਥਾਵਾਂ ਤੋਂ ਜਿਹੜੀਆਂ ਤਸਵੀਰਾਂ ਜਾਂ ਫਿਰ ਪਰਚੇ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਅੱਜ ਚਰਚਾ ਕਰਾਂਗੇ ਇਸ ਮੁੱਦੇ ਉੱਤੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸ਼ਾਮਲ ਹੋਣਗੇ। ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ, ਰਿਪਰੈਜ਼ੈਂਟ ਕਰਨਗੇ ਸ਼੍ਰੋਮਣੀ ਅਕਾਲੀ ਦਲ ਨੂੰ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਕਲੇਰ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਖੜਿਆਲ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਖੜਿਆਲ ਸਾਹਿਬ, ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਬੀਜੇਪੀ ਤੋਂ ਦਿਆਲ ਸਿੰਘ ਸੋਢੀ ਜੀ ਜੁੜ ਰਹੇ ਨੇ। ਸੋਢੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਅੱਜ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਦਾ ਰਿਐਕਸ਼ਨ ਇਸ ਦੇ ਉੱਤੇ ਆਵੇ, ਜੋ ਪੁਲਿਸ ਦਾ ਐਕਸ਼ਨ ਹੋ ਰਿਹਾ ਹੈ ਉਸ ਦੇ ਉੱਤੇ। ਸੰਘੇੜਾ ਸਾਹਿਬ, ਸ਼ੁਰੂਆਤ ਤੁਹਾਡੇ ਤੋਂ। ਗਨ ਕਲਚਰ ਵਰਸਸ ਪਰਚਾ ਕਲਚਰ, ਕਿ ਇਹੀ ਹੁਣ ਪੂਰਾ ਲਬੋ ਲਬਾਬ ਹੈ ਇਸ ਪੂਰੇ ਮਾਮਲੇ ਦੇ ਵਿੱਚ, ਨਿਚੋੜ ਇਹੀ ਕੱਢਿਆ ਜਾਵੇ ਕਿ ਇਹ ਤਰੀਕਾ ਇਹੀ ਹੈ ਇਸ ਸਮੇਂ ਗਨ ਕਲਚਰ ਦੇ ਉੱਤੇ ਠੱਲ ਪਾਉਣ ਦਾ ਕਿ ਧੜਾ ਧੜ ਪਰਚੇ ਕਰ ਦੋ? ਨਹੀਂ, ਧੜਾ ਪਰਚਿਆਂ ਦੀ ਕੋਈ ਗੱਲ ਨਹੀਂ ਹੈ। ਕੰਮ ਕਰਦਿਆਂ ਕਈ ਵਾਰੀ ਗੌਰਵ ਜੀ ਗਲਤੀਆਂ ਵੀ ਹੋ ਜਾਂਦੀਆਂ ਆ, ਕਈ ਵਾਰੀ ਸੰਗੀਨ ਗਲਤੀਆਂ ਹੁੰਦੀਆਂ ਆ, ਕਈ ਵਾਰੀ ਰੈਗੂਲਰ ਗਲਤੀ ਹੁੰਦੀ ਹੈ ਜੇ ਵਿਚ ਕੈਨ ਬੀ ਕਰੈਕਟਡ ਇਮੀਡੀਏਟਲੀ। ਸੋ ਕੰਮ ਕਰਦਿਆਂ ਗਲਤੀਆਂ ਵੀ ਹੁੰਦੀਆਂ। ਜੇ ਆਪਾਂ ਇਕੱਲੀ ਗਲਤੀ ਨੂੰ ਇੱਕ ਨੂੰ ਫੜ ਕੇ ਉਛਾਲੀ ਜਾਈਏ, ਉਹ ਜਿਹੜੀ ਆ ਕੰਮ ਕਰਦਿਆਂ, ਕੰਮ 'ਚ ਤੇਜ਼ੀ ਕਰਦਿਆਂ ਕਿਤੇ ਗਲਤੀ ਹੋ ਗਈ ਆ, ਉਹਨੂੰ ਠੀਕ ਕੀਤਾ ਜਾ ਸਕਦਾ ਆ। ਸੋ ਇਹਦੇ 'ਚ ਇਦਾਂ ਨਹੀਂ ਹੈ ਕਿ ਕੋਈ ਪਰਚਿਆਂ ਦਾ ਕਰਨ ਦਾ ਕੋਈ ਸਰਕਾਰ ਨੇ ਟਾਰਗੇਟ ਨਹੀਂ ਦਿੱਤਾ, ਕੋਈ ਕੁਝ ਨਹੀਂ ਹੈ। ਪੁਲਿਸ ਵੀ ਬੜਾ ਵਧੀਆ ਕੰਮ ਕਰ ਰਹੀ ਆ, ਪਰ ਜਿੱਥੇ ਇਰਰੈਗੂਲਰਿਟੀ ਹੋ ਗਈ ਆ, ਜਿੱਥੇ ਕੋਈ ਗਲਤੀ ਹੋ ਗਈ ਆ, ਉਹਦੇ 'ਚ ਦੇਖਿਆ ਜਾਏਗਾ ਕਿ ਉਹ ਬੋਨਾਫਾਈਡ ਮਿਸਟੇਕ ਹੈ ਜਾਂ ਜਾਣਬੁੱਝ ਕੇ ਕੀਤੀ ਗਈ ਆ ਜਾਂ ਕਾਹਲ 'ਚ ਹੋ ਗਈ ਆ ਜਾਂ ਕੀ ਹੋਇਆ, ਉਹ ਠੀਕ ਹੋ ਜਾਏਗੀ। ਉਹਦੇ 'ਚ ਕਿਸੇ ਨੇ ਵੀ ਆਰਗਿਊ ਨਹੀਂ ਕੀਤਾ ਕਿ ਇਹ ਐਕਸ਼ਨ ਠੀਕ ਹੈ। ਉਹ ਐਕਸ਼ਨ ਜਿਹੜਾ ਗਲਤ ਹੈ ਉਹ ਗਲਤ ਹੈ। ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਟਾਰਗੇਟ ਵਾਲੀ ਕੋਈ ਗੱਲ ਨਹੀਂ ਹੈ। ਗਨ ਕਲਚਰ ਨੂੰ ਕੰਟਰੋਲ ਕਰਨ ਲਈ ਜਿਹੜੀ ਐਕਸਰਸਾਈਜ਼ ਕੀਤੀ ਜਾ ਰਹੀ ਹੈ ਸਾਰੇ ਪੰਜਾਬ 'ਚ ਸਫਲਤਾ ਪੂਰਵਕ ਉਹ ਠੀਕ ਚੱਲ ਰਹੀ ਹੈ। ਵਿੱਚ ਕਿਤੇ ਜੇ ਕੋਈ ਗਲਤੀ ਹੋਈ ਆ, ਉਹਨੂੰ ਸਾਨੂੰ ਮੁੱਦਾ ਬਣਾ ਕੇ ਨਹੀਂ ਇਸ ਸਾਰੀ ਐਕਸਰਸਾਈਜ਼ ਨੂੰ ਭੰਨਣਾ ਚਾਹੀਦਾ। ਕਿਉਂਕਿ ਮੈਂ ਕਾਫੀ ਥਾਵਾਂ ਤੋਂ ਜੋ ਸੂਚਨਾਵਾਂ ਆ ਰਹੀਆਂ ਆ, ਕਈਆਂ ਥਾਵਾਂ ਤੇ ਲੋਕਾਂ ਦੀ ਡੈਥ ਹੋ ਚੁੱਕੀ ਆ, ਪਰ ਹਥਿਆਰ ਉਹਨਾਂ ਘਰਾਂ 'ਚ ਹੀ ਆ। ਕਈਆਂ ਥਾਵਾਂ ਤੇ ਕਈ ਸਮੀਖਿਆ ਹੋਈ ਨਹੀਂ ਹੈ ਕਾਫੀ ਦੇਰ ਤੋਂ। ਸੋ ਸਮੀਖਿਆ ਹੋਣ ਦੇ ਪੋਜ਼ਿਟਿਵ ਰਿਜ਼ਲਟ ਨਿਕਲ ਰਹੇ ਆ, ਔਰ ਕਿਤੇੋਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਕਿਸੇ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਆ। ਅਸੀਂ ਅਨਅਫੀਸ਼ੀਅਲੀ ਵੀ ਕਈਆਂ ਥਾਵਾਂ ਤੋਂ ਲੋਕਾਂ ਨੂੰ ਪਤਾ ਕਰਵਾਇਆ ਆ। ਕਿਸੇ ਨੂੰ ਕੋਈ ਵੀ ਇਸ ਤਰ੍ਹਾਂ ਨਹੀਂ ਹੈ। ਸਟੇਸ਼ਨ ਹਾਊਸ ਆਫੀਸਰ ਜਿਹੜੇ ਨੇ ਉਹ ਆਪ ਸਗੋਂ ਬਾਹਰ ਟੇਬਲ ਲਾ ਕੇ ਕੁਰਸੀਆਂ ਤੇ ਬੈਠ ਕੇ ਫਰੈਂਡਲੀ ਤਰੀਕੇ ਨਾਲ ਲੋਕਾਂ ਦੇ ਨਾਲੋਂ ਨਾਲ ਹੀ ਚੈੱਕ ਕਰਕੇ, ਜੇ ਕੋਈ ਉੱਥੇ ਲੈ ਕੇ ਜਾਂਦਾ ਆਪਣੀ ਚੈੱਕ ਕਰਾਉਣ, ਤੇ ਨਾਲੋਂ ਨਾਲ ਹੀ ਵਾਪਸ ਭੇਜੀ ਜਾ ਰਿਹਾ। ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ। ਰਹੀ ਜਿਹੜੀ ਟੋਏ ਗਨ ਦੀ ਜਾਂ ਕਿਸੇ ਬੱਚੇ ਤੇ ਪਰਚਾ ਦਰਜ ਹੋ ਗਿਆ, ਟੋਏ ਗਨ ਨੂੰ ਪਛਾਣਨਾ, ਕਈ ਟੋਏ ਗਨਸ ਇਸ ਤਰ੍ਹਾਂ ਦੀਆਂ ਆ ਜਿਨ੍ਹਾਂ ਨੂੰ ਪਹਿਚਾਨਣਾ ਕਈ ਵਾਰੀ ਨਹੀਂ ਇਮੀਡੀਏਟਲੀ ਪਤਾ ਲੱਗਦਾ। ਅਮਰੀਕਾ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੈ। ਕਿਤੇ ਪੁਲਿਸ ਗਈ ਤੇ ਕਿਸੇ ਯੰਗਸਟਰ ਨੇ, ਅਜੇ ਉਹ ਟੀਨੇਜਰ ਸੀਗਾ, ਉਹਨੇ ਆਪਣੀ ਟੋਏ, ਦੇਖਣ ਨੂੰ ਵੱਡਾ ਲੱਗਦਾ ਸੀ, ਉਹਨੇ ਆਪਣੀ ਟੋਏ ਗਨ ਪੁਲਿਸ ਆਫੀਸਰ ਵੱਲ ਕਰਕੇ ਤੇ ਉਹਦੇ ਤੇ ਸ਼ੂਟ ਕੀਤਾ ਟੋਏ ਗਨ ਨਾਲ। ਪੁਲਿਸ ਨੇ ਸਮਝਿਆ ਰੀਅਲ ਗਨ ਹੈ, ਉਹਨਾਂ ਨੇ ਉਹਨੂੰ ਸ਼ੂਟ ਕਰ ਦਿੱਤਾ। ਕਈ ਵਾਰੀ ਗਲਤੀਆਂ, ਵੱਡੀਆਂ ਮਿਸਟੇਕਸ ਹੋ ਜਾਂਦੀਆਂ। ਪੰਜਾਬ ਦੇ ਵਿੱਚ ਵੀ ਕਿਤੇ ਗੈਂਗਸਟਰਸ ਦੀ ਇਨਫੋਰਮੇਸ਼ਨ ਸੀਗੀ, ਪੁਲਿਸ ਵਾਲਿਆਂ ਨੇ ਉਹਨਾਂ ਨੂੰ ਰੋਕਿਆ, ਉਹਨਾਂ ਨੇ ਪੁਲਿਸ ਵੱਲ ਕੋਈ ਅੰਦਰੋਂ ਕਾਲੇ ਸ਼ੀਸ਼ੇ ਸੀਗੇ, ਪੁਲਿਸ ਵਾਲਿਆਂ ਨੇ ਡਰ ਕੇ ਗੋਲੀ ਚਲਾਤੀ, ਉਹ ਮਾਰੇ ਗਏ ਬੱਚੇ ਸੀਗੇ ਕੁਝ ਕੋਈ ਹੋਰ। ਇਹ ਘਟਨਾਵਾਂ ਕਈ ਵੀ ਦੁਰਘਟਨਾਵਾਂ ਹੋ ਜਾਂਦੀਆਂ ਆ ਜਿਹਦੇ ਵਿੱਚ ਕੋਈ ਇੰਟੈਂਸ਼ਨਲ ਜਾਂ ਸਰਕਾਰ ਦੀ ਨਹੀਂ। ਸੰਘੇੜਾ ਸਾਹਿਬ, ਨਹੀਂ, ਮੈਂ ਇੱਕ ਬੜਾ ਚੀਜ਼ ਕਲੀਅਰ ਕਰ ਰਿਹਾ ਕਿ ਸਪੈਸੀਫਿਕਲੀ ਉਹ 10 ਸਾਲ ਦੇ ਬੱਚੇ ਦੇ ਉੱਤੇ ਪਰਚਾ ਹੋ ਗਿਆ, ਉੱਥੇ ਤੱਕ ਗੱਲ ਸੀਮਿਤ ਨਹੀਂ ਹੈ।
ਗੱਲ ਤਾਂ ਓਵਰਆਲ ਅਸੀਂ ਕਰ ਰਹੇ ਹਾਂ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਪੈਮਾਨਾ ਹੈ ਉਹ ਸੈੱਟ ਕਰ ਦੋ ਨਾ, ਇੱਕ ਪੈਮਾਨਾ ਸੈੱਟ ਹੋ ਜਾਏ, ਉਸ ਤੋਂ ਬਾਅਦ ਅਸੀਂ ਉਸ ਤਰੀਕੇ ਨਾਲ ਸੋਚੀਏ ਜਾਂ ਫਿਰ ਗੱਲ ਹੋਵੇ ਜਾਂ ਪਰਚੇ ਹੋਣ। ਖੈਰ ਮੈਂ ਤੁਹਾਡੇ ਕੋਲ ਵਾਪਸ ਆਉਂਗਾ ਇਹ ਪੈਮਾਨੇ ਵਾਲੇ ਪੁਆਇੰਟ ਦੇ ਉੱਤੇ, ਪਰ ਪਹਿਲਾਂ ਇੱਕ ਵਾਰੀ ਜਿਹੜੇ ਤੁਹਾਡੇ ਪੈਨਲਿਸਟ ਅੱਜ ਨਾਲ ਮੌਜੂਦ ਨੇ ਸਾਰਿਆਂ ਦਾ ਇੱਕ ਰਿਐਕਸ਼ਨ ਲੈ ਲਈਏ। ਮੈਂ ਕਲੇਰ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਦਾ ਹਾਂ। ਦੇਖੋ ਸਰਕਾਰ ਕਹਿ ਰਹੀ ਹੈ, ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਜਦੋਂ ਐਕਸ਼ਨ ਹੁੰਦੇ ਨੇ, ਕੰਮ ਹੁੰਦੇ ਨੇ, ਉਹ ਕਿਹਾ ਜਾਂਦਾ ਕਿ ਜਦੋਂ ਤੁਸੀਂ ਕੋਈ ਕੰਮ ਕਰੋਗੇ ਤਾਂ ਗਲਤੀ ਵੀ ਤਾਂ ਹੀ ਹੋਏਗੀ, ਕੰਮ ਜੇ ਨਾ ਕਰੋ ਤਾਂ ਗਲਤੀ ਨਹੀਂ ਹੋਣੀ। ਗੌਰਵ ਜੀ, ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਬਾਹਰੋਂ ਆਪਣੀ ਗਲਤੀਆਂ ਕਰਕੇ ਕੁੱਟ ਖਾ ਕੇ ਆਂਦਾ ਤੇ ਉਹ ਬਦਲਾ ਲੈਣ ਦੇ ਲਈ ਆਪਣੇ ਘਰਦਿਆਂ ਨੂੰ ਚਪੇੜਾ ਮਾਰਨ ਲੱਗ ਜਾਂਦਾ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਉਹੀ ਕੰਮ ਕਰ ਰਹੀ ਹੈ। ਲਾਅ ਐਂਡ ਆਰਡਰ ਬੁਰੇ ਤਰੀਕੇ ਦੇ ਨਾਲ ਫੇਲ ਹੈ, ਸੰਭਾਲਣਾ ਆ ਨਹੀਂ ਰਿਹਾ, ਪਾਲਿਸੀ ਕੋਈ ਹੈ ਨਹੀਂ। ਸੋ ਹੁਣ ਧੱਕੇ ਨਾਲ ਜਿਹੜੇ ਪਰਚਿਆਂ ਦਾ ਟ੍ਰੈਂਡ ਸ਼ੁਰੂ ਹੋਇਆ। ਮੈਂ ਸੰਘੇੜਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਿਸੇ ਪਾਲਿਸੀ ਨੂੰ ਬਣਾਉਣ ਲੱਗੇ, ਕਿਸੇ ਨੂੰ ਇੰਪਲੀਮੈਂਟ ਕਰਨ ਲੱਗੇ, ਕੀ ਸਰਕਾਰ ਵਕਤ ਲੈ ਰਹੀ ਹੈ? ਕੀ ਮੁੱਖ ਮੰਤਰੀ ਕਨਵੇ ਕਰ ਪਾ ਰਹੇ ਨੇ ਕਿ ਉਹ ਚਾਹੁੰਦੇ ਕੀ ਨੇ? ਅੱਜ ਜਿਸ ਬੱਚੇ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ, ਉਹ ਬੱਚੇ ਨੇ ਜਦੋਂ ਫੋਟੋ ਅਪਲੋਡ ਹੋਈ ਸੀ ਉਹ ਬੱਚਾ 6 ਸਾਲ ਦਾ ਸੀ। ਸੋ ਪਹਿਲਾਂ ਤਾਂ ਇਹ ਦੱਸਿਆ ਜਾਵੇ ਕਿ ਇਹਦਾ ਪੈਰਾਮੀਟਰ ਕੀ ਹੈ। ਅਗਰ 6 ਸਾਲ ਦੇ ਬੱਚੇ ਤੇ ਪਰਚਾ ਦਰਜ ਹੋ ਸਕਦਾ ਹੈ, ਇੱਕ 6 ਸਾਲ ਪੁਰਾਣੀ ਫੋਟੋ ਦੇ ਉੱਤੇ ਪਰਚਾ ਦਰਜ ਹੋ ਸਕਦਾ ਹੈ, ਤਾਂ ਅੱਜ ਫੋਟੋ ਤਾਂ ਸੋਸ਼ਲ ਮੀਡੀਆ ਤੇ ਅਨਮੋਲ ਗਗਨ ਮਾਨ ਦੀ ਵੀ ਹੈ ਬੰਦੂਕ ਦੇ ਨਾਲ, ਬੀਬੀ ਬਲਜਿੰਦਰ ਕੌਰ ਜੀ ਦੀ ਵੀ ਹੈ, ਤੁਹਾਡੇ ਐਮਐਲਏ ਬਲਕਾਰ ਸਿੱਧੂ ਦੀ ਵੀ ਹੈ। ਇਹ ਤਿੰਨਾਂ ਦੇ ਉੱਤੇ ਸਰਕਾਰ ਨੇ ਪਰਚਾ ਕਿਉਂ ਨਹੀਂ ਦਰਜ ਕੀਤਾ? ਇਹਦੇ ਬਾਰੇ ਵੀ ਲੋਕਾਂ ਨੂੰ ਤਫਸੀਲ ਨਾਲ ਜਵਾਬ ਦਿਓ। ਤੁਸੀਂ ਕਹਿ ਰਹੇ ਹੋ ਕਿ ਪੁਰਾਣੀਆਂ ਫੋਟੋਆਂ ਦੇ ਉੱਤੇ ਪਰਚੇ ਦਰਜ ਹੋ ਰਹੇ ਨੇ। ਗੌਰਵ ਜੀ, ਇਸ ਤੋਂ ਵੀ ਅੱਗੇ ਮੇਰੇ ਕੋਲੇ 2 ਫੈਮਲੀਜ਼ ਨੇ ਅਪਰੋਚ ਕੀਤਾ। ਇੱਕ ਹੈ ਸੰਗਰੂਰ ਜ਼ਿਲ੍ਹੇ ਨਾਲ ਵਾਬਤਾ ਰੱਖਦੀ, ਇੱਕ ਹੈ ਲੁਧਿਆਣੇ ਜ਼ਿਲ੍ਹੇ ਦੀ ਫੈਮਲੀ। ਉਹ ਦੋਨਾਂ ਦੇ ਬੱਚੇ ਇਸ ਸਮੇਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਨੇ ਸਟੂਡੈਂਟ ਵੀਜ਼ਾ ਦੇ ਉੱਤੇ। ਉਹ ਬੱਚਿਆਂ ਦੀ ਕੋਈ ਅੱਜ ਤੋਂ 5-6 ਸਾਲ ਪੁਰਾਣੀ ਫੋਟੋ, ਇੱਕ ਦੀ 2014 ਦੀ ਹੈ, ਇੱਕ ਦੀ 2015 ਦੀ ਹੈ। ਉਹ 2 ਫੋਟੋਆਂ ਦੇ ਉੱਤੇ ਉਹਨਾਂ ਦੇ ਘਰੇ ਰੇਡ ਕੀਤੀ ਗਈ। ਉਹਨਾਂ ਦੇ ਪੇਰੈਂਟਸ ਨੂੰ ਧਮਕਾਇਆ ਗਿਆ ਕਿ ਅਸੀਂ ਤੁਹਾਡੇ ਮੁੰਡੇ ਲਿਆਓ, ਕਿੱਥੇ ਨੇ ਉਹਨਾਂ ਦੇ ਉੱਤੇ ਪਰਚਾ ਦੇਣਾ ਹੈ। ਤਾਂ ਅੱਜ ਮੈਂ ਸੰਘੇੜਾ ਸਾਹਿਬ ਨੂੰ ਪੁੱਛਦਾ ਹਾਂ ਕਿ ਕੀ ਸਰਕਾਰ ਜਿਹੜੇ ਸਾਡੇ ਬੱਚੇ ਇੰਨੀ ਮਾਪੇ ਔਖੇ ਹੋ ਕੇ ਫੀਸਾਂ ਦੇ ਕੇ ਕੈਨੇਡਾ ਅਮਰੀਕਾ ਪੜ੍ਹਨ ਲਈ ਭੇਜ ਰਹੇ ਨੇ, ਕੀ ਸਰਕਾਰ ਪਰਚੇ ਦੇ ਕੇ ਉਹਨਾਂ ਨੂੰ ਕ੍ਰਿਮੀਨਲ ਬਣਾਉਣਾ ਚਾਹੁੰਦੀ ਹੈ? ਇਹ ਦੋਨੋਂ ਫੈਮਲੀਆਂ ਹਾਈ ਕੋਰਟ ਜਾਣ। ਚਲੋ ਮੈਂ ਇੱਕ ਛੋਟਾ ਜਿਹਾ ਤੁਹਾਡੇ ਤੋਂ ਸਵਾਲ, ਸਹੀ ਤੁਹਾਡੀ ਪਾਲਿਸੀ ਕੀ ਹੈ? ਤੁਹਾਡੇ ਤੋਂ ਛੋਟਾ ਜਿਹਾ ਸਵਾਲ। ਠੀਕ ਹੈ, ਜਿਹੜੀਆਂ ਪੁਰਾਣੀਆਂ ਫੋਟੋਆਂ ਉਹਨਾਂ ਦੇ ਉੱਤੇ ਮੈਂ ਜਵਾਬ ਲਵਾਂਗੇ, ਪਰ ਮੌਜੂਦਾ ਸਮੇਂ ਦੇ ਵਿੱਚ ਜਿਵੇਂ ਰੀਲਸ ਬਣ ਰਹੀਆਂ ਨੇ ਕਲੇਰ ਜੀ, ਔਰ ਜਿਸ ਤਰੀਕੇ ਨਾਲ ਫੋਟੋਆਂ ਅਪਲੋਡ ਹੋ ਰਹੀਆਂ, ਤੁਹਾਨੂੰ ਲੱਗਦਾ ਹੈ ਕਿ ਜੇਕਰ ਉਹਨਾਂ ਦੇ ਉੱਤੇ ਬਿਲਕੁਲ ਕੋਈ ਤਾਜ਼ੀ ਤਸਵੀਰ ਹੋਵੇ, ਨੁਮਾਇਸ਼ ਕੀਤੀ ਜਾ ਰਹੀ ਹੋਵੇ ਹਥਿਆਰਾਂ ਦੀ, ਤਾਂ ਪਰਚਾ ਹੋਣਾ ਚਾਹੀਦਾ? ਅਕਾਲੀ ਦਲ ਵੈਲਕਮ ਕਰਦਾ। ਮੈਂ ਗੌਰਵ ਜੀ ਦੇਖੋ, ਬਿਲਕੁਲ ਗਨ ਕਲਚਰ ਦੇ ਸਾਰੇ ਖਿਲਾਫ ਹਾਂ, ਪਰ ਕੋਈ ਪੈਰਾਮੀਟਰ ਤਾਂ ਬਣਾਓ, ਇੱਕ ਸਮਾਂ ਦਿਓ। ਤੁਸੀਂ ਪਿੰਡਾਂ ਦੇ ਵਿੱਚ ਅਨਾਉਂਸਮੈਂਟਾਂ ਕਰਾਓ, ਗੁਰਦੁਆਰਾ ਸਾਹਿਬ ਤੋਂ ਇੱਕ ਡੈਡਲਾਈਨ ਸੈੱਟ ਕਰ ਦਿਓ ਕਿ ਜੀ 30 ਜਨਵਰੀ ਸਾਡੀ ਡੈਡਲਾਈਨ ਹੈ, ਤੁਸੀਂ ਆਪਣੀਆਂ ਕੋਈ ਤੁਹਾਡੀਆਂ ਫੋਟੋਆਂ ਨੇ, ਇਹ ਚੀਜ਼ਾਂ ਨੂੰ ਡਿਲੀਟ ਕਰੋ। ਉਸ ਤੋਂ ਬਾਅਦ ਸਰਕਾਰ ਕਾਰਵਾਈ ਸ਼ੁਰੂ ਕਰੂਗੀ। ਹਰ ਕੋਈ ਸਕੀਮ ਆਉਂਦੀ ਹੈ। ਤੁਸੀਂ ਅੱਜ ਪੰਜਾਬੀ ਦੀ ਵੀ ਗੱਲ ਕੀਤੀ ਹੈ ਸਰਕਾਰ ਨੇ, ਜਿਹੜੀ ਕਿ ਪਹਿਲਾਂ ਸਾਰੀਆਂ ਸਰਕਾਰਾਂ ਨੇ ਕੀਤੀ ਹੈ, ਕੋਈ ਨਵੀਂ ਨਹੀਂ ਕੀਤੀ। ਹਰ ਚੀਜ਼ ਲਈ ਇੱਕ ਡੈਡਲਾਈਨ ਹੈ। ਤੁਸੀਂ ਇੱਕ ਡੈਡਲਾਈਨ ਫਿਕਸ ਕਰੋ, ਉਸ ਤੋਂ ਬਾਅਦ ਕਾਰਵਾਈ ਕਰੋ। ਤੁਸੀਂ ਤਾਂ ਘਰਾਂ ਦੇ ਵਿੱਚ ਪੁਲਿਸ ਵਾੜਤੀ। ਤੁਸੀਂ ਜਿਹੜੇ ਬੱਚੇ ਕੈਨੇਡਾ ਅਮਰੀਕਾ ਬੈਠੇ ਉਹਨਾਂ ਨੂੰ ਧਮਕਾਉਣ ਲੱਗੇ, ਉਰੇ ਛੋਟੇ ਬੱਚਿਆਂ ਤੇ ਪਰਚੇ ਦੇਣ ਲੱਗੇ। ਤੁਸੀਂ ਸਾਡੇ ਬੱਚਿਆਂ ਨੂੰ ਕ੍ਰਿਮੀਨਲ ਬਣਾਉਣ ਦੇ ਰਾਹ ਤੇ ਤੁਰੇ ਹੋ। ਇਹ ਕਿਹੜੀ ਨਵੀਂ ਪਾਲਿਸੀ ਹੈ ਸਰਕਾਰ ਦੀ? ਲੋਕਾਂ ਨੂੰ ਠੀਕ ਹੈ, ਚਲੋ ਮੈਂ ਇੱਕ ਸਭ ਦਾ ਰਿਐਕਸ਼ਨ ਲੈ ਲਵਾਂ, ਉਸ ਤੋਂ ਬਾਅਦ ਸੰਘੇੜਾ ਸਾਹਿਬ ਤੁਹਾਡੇ ਕੋਲ ਆਉਂਗਾ, ਰਿਐਕਟ ਕਰਿਓ ਤੁਸੀਂ। ਮੈਂ ਖੜਿਆਲ ਸਾਹਿਬ ਦਾ ਰੁਖ ਕਰਦਾ। ਖੜਿਆਲ ਸਾਹਿਬ, ਕਾਂਗਰਸ ਇਸ ਨੂੰ ਕਿਵੇਂ ਦੇਖਦੀ ਹੈ? ਦੇਖੋ, ਰਾਜਾ ਵੜਿੰਗ ਦੀ ਸਟੇਟਮੈਂਟ ਸਭ ਨੂੰ ਚੇਤੇ ਹੈ, ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਕਿੱਥੇ ਕੋਈ ਸਖਤੀ ਕੀਤੀ ਜਾ ਰਹੀ ਹੈ। ਪਰ ਜੇਕਰ ਘਟਨਾਵਾਂ ਨੇ, ਧਮਕੀਆਂ ਵਾਲਾ ਪੂਰਾ ਦੌਰ ਹੈ ਪੰਜਾਬ ਦੇ ਵਿੱਚ, ਜੇ ਤੁਹਾਡੇ ਮੁਤਾਬਕ ਹੀ ਸਮਝਿਆ ਜਾਵੇ, ਰਾਜਾ ਵੜਿੰਗ ਦੇ ਮੁਤਾਬਕ, ਤਾਂ ਫਿਰ ਸਖਤੀ ਤਾਂ ਕਰਨੀ ਹੋਏਗੀ। ਇੱਕ ਕਹਾਵਤ ਹੈ ਨਾ ਕਿ ਆਟੇ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ, ਤਾਂ ਫਿਰ ਗੱਲ ਤਾਂ ਉਹੀ ਆ ਗਈ ਨਾ ਕਿ ਜੇਕਰ 10-20 ਮਾਮਲੇ ਬਿਲਕੁਲ ਸਹੀ ਪਰਚੇ ਜਾਂ ਫਿਰ ਕਾਰਵਾਈ ਹੋ ਰਹੀ ਹੈ, ਤਾਂ ਹੋ ਸਕਦਾ ਉਸ ਦੇ ਵਿੱਚ ਇੱਕ ਅੱਧੇ 'ਚ ਗਲਤੀ ਵੀ ਹੋ ਗਈ ਹੋਵੇ। ਗਲਤ ਪਹਿਲਾਂ ਤਾਂ ਇੱਥੇ ਇਸ਼ੂ ਕੁਝ ਹੋਰ ਹੈ। ਆਮ ਆਦਮੀ ਪਾਰਟੀ ਨਜਾਇਜ਼ ਅਸਲੇ ਬਾਰੇ ਤਾਂ ਕੁਝ ਨਹੀਂ ਕਰ ਰਹੀ ਹੈ ਤੇ ਲਾਇਸੈਂਸਡ ਵੈਪਨਸ ਬਾਰੇ, ਜਦੋਂ ਕਿ ਜ਼ਿਆਦਾਤਰ ਕ੍ਰਾਈਮ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ, ਜਿਹਦੇ ਕਰਕੇ ਪੰਜਾਬ ਦਾ ਲਾਅ ਐਂਡ ਆਰਡਰ ਡਿਸਟਰਬਡ ਹੈ, ਚਰਮਰਾ ਗਿਆ ਹੈ, ਉਹ ਨਜਾਇਜ਼ ਅਸਲੇ ਕਰਕੇ ਹੋਇਆ। ਫॉर ਐਗਜ਼ਾਮਪਲ ਮੂਸੇਵਾਲੇ ਦਾ ਕੇਸ, ਕਬੱਡੀ ਪਲੇਅਰਸ ਦਾ ਕੇਸ, ਪਿਛਲੇ ਹਫਤੇ ਦੇ ਵਿੱਚ 2 ਮਰਡਰਸ ਹੋਏ ਆ, ਹੋਰ ਮਰਡਰਸ ਹੋਏ ਜਿੱਥੇ ਦਿਨ ਦਿਹਾੜੇ ਮਾਰ ਕੇ ਤੇ ਭੱਜ ਜਾਂਦੇ ਆ। ਉੱਥੇ ਨਜਾਇਜ਼ ਅਸਲਾ ਵਰਤਿਆ ਜਾ ਰਿਹਾ ਹੈ, ਆਟੋਮੈਟਿਕ ਸੈਮੀ ਆਟੋਮੈਟਿਕ ਗਨਸ ਵਰਤੀਆਂ ਜਾ ਰਹੀਆਂ, ਉਹਦੇ ਬਾਰੇ ਤਾਂ ਕੁਝ ਵੀ ਨਹੀਂ ਕੀਤਾ। ਲੇਕਿਨ ਲਾਇਸੈਂਸਡ ਵੈਪਨਸ ਨਾਲ ਇਹਨਾਂ ਨੂੰ ਪ੍ਰੋਬਲਮ ਹੈ ਤੇ ਇੱਕ 10 ਸਾਲ ਦੇ ਛੋਟੇ ਬੱਚੇ ਤੇ FIR ਕਰਤੀ। ਪਹਿਲਾ ਸਵਾਲ, ਇਹ ਪੋਸਟ ਪੁਰਾਣੀ ਹੈ, ਕੁਝ ਸਾਲ ਪੁਰਾਣੀ ਹੈ, ਤੇ ਇਹਨਾਂ ਨੇ ਪ੍ਰਾਵਧਾਨ ਹੁਣ ਬਣਾਇਆ ਰੈਟਰੋਸਪੈਕਟਿਵ ਮੈਨਰ ਦੇ ਵਿੱਚ ਕਿਵੇਂ FIR ਕਰ ਸਕਦੇ ਹੈ। ਕੋਈ ਵੀ ਕਾਨੂੰਨ ਹੈ ਉਹਦੀ ਇੰਪਲੀਮੈਂਟੇਸ਼ਨ ਅੱਜ ਤੋਂ ਸ਼ੁਰੂ ਹੁੰਦੀ ਹੈ, ਜੇ ਅੱਜ ਬਣਿਆ ਰੈਟਰੋਸਪੈਕਟਿਵ ਹੋ ਹੀ ਨਹੀਂ ਸਕਦੀ। ਸੋ ਇਹ ਆਮ ਆਦਮੀ ਪਾਰਟੀ ਦੇ ਇਨਐਕਸਪੀਰੀਅੰਸ ਦਾ ਨਤੀਜਾ ਹੈ। ਦੂਜਾ,
ਜੇ ਐਂ ਚੱਲਣਾ ਚਾਹੁੰਦੇ ਹੈ ਤਾਂ ਰਜਿੰਦਰਪਾਲ ਕੌਰ ਛੀਨਾ ਜੀ ਦੀ ਇੱਕ ਫੋਟੋ ਹੈ ਅਸਲੇ ਦੇ ਨਾਲ ਕਿ ਆਮ ਆਦਮੀ ਪਾਰਟੀ ਉਹਨਾਂ ਦੇ ਖਿਲਾਫ ਹੀ FIR ਕਰੂਗੀ। ਆ ਫੋਟੋ ਤੁਹਾਨੂੰ ਮੈਂ ਦਿਖਾ ਦਿੰਦਾ ਹੈ ਗੌਰਵ ਜੀ। ਤੇ ਆਮ ਆਦਮੀ ਪਾਰਟੀ ਨੂੰ ਫਿਰ ਜੇ 10 ਸਾਲ ਦੇ ਬੱਚੇ ਤੇ FIR ਕਰ ਸਕਦੇ ਆ ਗਨ ਨਾਲ ਹੋਣ ਕਰਕੇ, ਤਾਂ ਕੀ ਆਪਦੇ MLA ਤੇ FIR ਕਰਨਗੇ? ਦੂਜੀ ਗੱਲ ਅਜੇ ਤੱਕ ਤਾਂ ਹੋਈ ਨਹੀਂ। ਸੋ ਇਥੋਂ ਕੀ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਬੌਖਲਾ ਗਈ ਹੈ, ਘਬਰਾ ਗਈ ਹੈ ਤੇ ਕਾਲ ਹੋ ਗਈ ਇਹਨਾਂ ਨੂੰ ਵੀ ਅਸੀਂ ਕੁਝ ਨਾ ਕੁਝ ਕਰੀਏ, ਸਾਡੀ ਇਮੇਜ ਹੀ ਖਤਮ ਹੋ ਗਈ, ਸਾਡਾ ਇਨਐਕਸਪੀਰੀਅੰਸ ਅੱਗੇ ਆ ਗਿਆ, ਸਭ ਨੂੰ ਪਤਾ ਲੱਗ ਗਿਆ ਸਾਡੇ ਤੋਂ ਕੰਟਰੋਲ ਨਹੀਂ ਹੋ ਰਿਹਾ। ਸੋ ਕਾਲੀ ਹੋ ਗਈ ਵੀ FIR ਕਰੋ ਤਾਂ ਕਿ ਕੁਝ ਦਿਖਾ ਸਕੀਏ। ਮਤਲਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਸਿਰ ਇਹ ਤਾਂ ਦੇਖੋ, ਇਹ ਬੌਖਲਾਹਟ ਹੈ ਆਮ ਆਦਮੀ ਪਾਰਟੀ ਦੀ। ਠੀਕ ਹੈ, ਇਹਨਾਂ ਨੂੰ ਪਤਾ ਹੀ ਨਹੀਂ ਵੀ ਫੋਕਸ ਸਾਡਾ ਨਜਾਇਜ਼ ਅਸਲੇ ਤੇ ਹੋਣਾ ਚਾਹੀਦਾ, ਲਾਇਸੈਂਸ ਵੈਪਨ ਤੇ ਤਾਂ ਹੋਣਾ ਨਹੀਂ ਚਾਹੀਦਾ। ਹੁਣ ਗੌਰਵ ਜੀ ਇੱਥੇ ਲਾਇਰਸ ਬੈਠੇ ਆ ਪੈਨਲ ਦੇ ਵਿੱਚ। ਪਹਿਲਾਂ ਤਾਂ ਨਜਾਇਜ਼ ਅਸਲੇ ਨਾਲ ਕ੍ਰਾਈਮ ਬਹੁਤ ਜ਼ਿਆਦਾ ਹੈ, ਲਾਇਸੈਂਸ ਨਾਲ ਬਹੁਤ ਥੋੜਾ ਹੈ। ਦੂਜੀ ਗੱਲ, ਜਿਹੜਾ ਬੰਦਾ ਕ੍ਰਿਮੀਨਲ ਹੈ ਉਹਨੂੰ ਲਾਇਸੈਂਸ ਮਿਲ ਨਹੀਂ ਸਕਦਾ ਅਸਲੇ ਦਾ। ਜਿਹੜੇ ਬੰਦੇ ਕੋਲੇ ਲਾਇਸੈਂਸ ਹੈ, ਕੋਈ ਉਹ ਕ੍ਰਾਈਮ ਕਰਦੇ, ਉਹਦਾ ਲਾਇਸੈਂਸ ਰਿਨਿਊ ਨਹੀਂ ਹੋ ਸਕਦਾ। ਸੋ ਇਹਦਾ ਪੁਆਇੰਟ ਕੀ ਹੈ? ਦੂਜੀ ਗੱਲ, ਮੈਂ ਜਿਹੜੀ ਗੱਲ ਆਪਾਂ 2-3 ਦਿਨ ਪਹਿਲਾਂ ਵੀ ਡਿਬੇਟ ਕਰ ਰਹੇ ਸੀ, ਤੁਸੀਂ ਬਾਰ-ਬਾਰ ਉਹੀ ਪੁਆਇੰਟ ਚੁੱਕ ਰਹੇ ਸੀ ਖੜਿਆਲ ਸਾਹਿਬ, ਜਿਸ ਦੇ ਵਿੱਚ ਜ਼ਿਕਰ ਹੋ ਰਿਹਾ ਕਿ ਜਿਹੜੇ ਗੈਰ ਕਾਨੂੰਨੀ ਅਸਲਾ ਹੈ, ਜਿਹੜਾ ਨਜਾਇਜ਼ ਅਸਲਾ ਹੈ, ਉਸ ਦੇ ਲਈ ਸਰਕਾਰ ਕੀ ਕਰ ਰਹੀ ਹੈ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ ਇੱਕ ਵਾਰੀ ਲਾਸਟ ਹੈ ਗੌਰਵ ਜੀ, ਕਲਾਸਟ ਹੈ ਜਿਹੜੀ FIR ਇਹਨਾਂ ਨੇ ਕਰਤੀ ਕਾਲ ਦੇ ਵਿੱਚ, ਇਹਦੇ ਕਰਕੇ ਹੁਣ ਸਫਰ ਕੌਣ ਕਰੂਗਾ? ਉਹ ਬੱਚੇ ਦਾ ਪਾਸਪੋਰਟ ਨਹੀਂ ਬਣਨਾ। ਇਹਨਾਂ ਨੇ ਤਾਂ ਆਪਣੀ ਗਲਤੀ ਮੰਨ ਲਈ, ਲੇਕਿਨ FIR ਨੂੰ ਖਾਰਜ ਕਰਾਉਣਾ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਬਹੁਤ ਟਾਈਮ ਲੱਗਦਾ ਹੈ, ਬਹੁਤ ਖੱਜਲ ਖਵਾਰੀ ਹੁੰਦੀ ਹੈ। ਸੋ ਪਰਿਵਾਰ ਦਾ ਰੋਲਿਆ ਬੱਚੇ ਦਾ ਕੈਰੀਅਰ ਵੀ ਰੋਲਦਾ। ਮੈਂ ਉਹੀ ਕਹਿ ਰਿਹਾ ਸੀ ਕਿ ਪੈਰਾਮੀਟਰਸ ਕੀ ਹੋ ਸਕਦੇ, ਪੈਮਾਨਾ ਕੀ ਹੋ ਸਕਦਾ ਹੈ ਕਿ ਉਹ ਸੈੱਟ ਕਰਨ ਦੀ ਜ਼ਰੂਰਤ ਨਹੀਂ ਹੈ। ਮੈਂ ਇੱਕ ਵਾਰ ਸੋਢੀ ਸਾਹਿਬ ਦਾ ਰੁਖ ਕਰਦਾ। BJP ਤੋਂ ਸਾਡੇ ਨਾਲ ਜੁੜੇ ਹੋਏ ਨੇ। ਸੋਢੀ ਸਾਹਿਬ, BJP ਇਸ ਨੂੰ ਕਿਵੇਂ ਦੇਖ ਰਹੀ ਹੈ? ਬਿਆਨ ਸਾਰੇ BJP ਦੇ ਆਗੂਆਂ ਦੇ ਅਸੀਂ ਸੁਣ ਰਹੇ ਹਾਂ, ਪਰ ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਜਾਂ ਤਾਂ ਫਿਰ ਕੋਈ ਨਾ ਕੋਈ ਤਰੀਕਾ ਤਰਕੀਬ ਦੱਸ ਦਿੱਤੀ ਜਾਵੇ, ਜਿਹੜੇ ਵਿਰੋਧੀ ਅੱਜ ਸਵਾਲ ਚੁੱਕ ਰਹੇ ਨੇ, ਜਾਂ ਫਿਰ ਜਿਸ ਤਰੀਕੇ ਨਾਲ ਕੰਮ ਚੱਲ ਰਿਹਾ ਚੱਲਣ ਦਿਓ। ਦੇਖੋ ਗੌਰਵ ਜੀ, ਭਾਰਤੀ ਜਨਤਾ ਪਾਰਟੀ ਦਾ ਸਟੈਂਡ ਸਪਸ਼ਟ ਹੈ ਕਿ ਜੇ ਗਨ ਕਲਚਰ ਦੇ ਖਿਲਾਫ ਜੋ ਪੰਜਾਬ ਨੇ ਸਰਕਾਰ ਨੇ ਸ਼ੁਰੂਆਤ ਕੀਤੀ ਹੈ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ, ਅਸੀਂ ਵੀ ਇਹਦੇ ਪੱਖ ਦੇ ਵਿੱਚ ਆ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ। ਲੇਕਿਨ ਮੈਨੂੰ ਇੱਕ ਗੱਲ ਇੱਥੇ ਕਹਿਣੀ ਪਊਗੀ ਕਿ ਜਿਹੜੀ ਇਹ ਸਰਕਾਰ ਹੈ, ਇਹ 24 ਘੰਟਿਆਂ ਵਾਲੀ ਸਰਕਾਰ ਹੈ। ਇਹਨੇ ਜਿੰਨੇ ਵੀ ਲੋਕਾਂ ਦੇ ਨਾਲ ਕਿਹਾ ਕਿ ਅਸੀਂ 24 ਘੰਟਿਆਂ ਦੇ ਵਿੱਚ ਸਾਰੇ ਮਸਲੇ ਲੋਕਾਂ ਦੇ ਹੱਲ ਕਰ ਦਿਆਂਗੇ, ਹੁਣ ਉਹ 24 ਘੰਟਿਆਂ ਵਾਲੇ ਪਿਛਲੇ ਮਸਲੇ ਹੱਲ ਨਹੀਂ ਹੋਏ। ਇੱਕ ਨਵਾਂ ਜਿਹੜਾ ਇਹਨਾਂ ਨੇ ਗਨ ਕਲਚਰ ਨੂੰ ਲੈ ਕੇ ਇੱਕੇਦਮ ਜਿਹੜਾ ਨਾਦਰਸ਼ਾਹੀ ਫਰਮਾਨ ਮੈਂ ਕਹੂੰਗਾ ਕਿ ਲੋਕਾਂ ਦੇ ਉੱਤੇ ਕਰਤਾ ਕਿ ਜੀ ਗਨ ਕਲਚਰ ਜਿਹੜਾ ਹੈਗਾ ਅਸੀਂ ਬੰਦ ਕਰਨਾ ਹੈ। ਲੇਕਿਨ ਮੇਰਾ ਕਹਿਣਾ ਇਹ ਹੈ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ, ਲੇਕਿਨ ਉਹਦਾ ਕੋਈ ਪੈਮਾਨਾ ਹੋਣਾ ਚਾਹੀਦਾ। ਜਿਵੇਂ ਕਲੇਰ ਸਾਹਿਬ ਨੇ ਗੱਲ ਕੀਤੀ ਹੈ, ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਨੇ ਚਾਹੀਦਾ ਸੀ ਕਿ ਉਹ ਕੋਈ ਮੀਡੀਆ ਰਾਹੀਂ ਜਾਂ ਲੋਕਾਂ ਨੂੰ ਕਿਸੇ ਪਿੰਡਾਂ ਦੇ ਵਿੱਚ ਜਾ ਕੇ ਜਾਂ ਕੋਈ ਕਾਲਜਾਂ ਦੇ ਵਿੱਚ ਜਾ ਕੇ ਇਸ ਚੀਜ਼ ਦਾ ਪ੍ਰਚਾਰ ਹੁੰਦਾ ਕਿ ਇਹ ਭਾਈ ਜਿਹੜਾ ਹੈਗਾ ਗਨ ਕਲਚਰ ਹੈ, ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹਦੇ ਵਿੱਚ ਗ੍ਰਸਤ ਹੁੰਦਾ ਜਾ ਰਿਹਾ ਹੈ, ਆਪਾਂ ਗਨ ਕਲਚਰ ਤੋਂ ਦੂਰ ਹੋਣਾ। ਸਰਕਾਰ ਨੇ ਇੱਕ ਕਾਨੂੰਨ ਬਣਾਇਆ ਹੈ ਕਿ 15 ਦਿਨਾਂ ਦੇ ਵਿੱਚ ਜਿਹੜੀਆਂ ਇੰਨੇ ਸਾਲ ਪੁਰਾਣੀਆਂ ਫੋਟੋਆਂ ਉਹ ਡਿਲੀਟ ਕਰ ਲਈਆਂ ਜਾਣ, ਜਾਂ ਜਿਹੜਾ ਨਵਾਂ ਬੰਦਾ ਕੋਈ ਆਪਦੀ ਪੋਸਟ ਪਾਊਗਾ ਕਿਸੇ ਹਥਿਆਰ ਦੇ ਨਾਲ ਤੇ ਉਹਦੇ ਉੱਤੇ ਪਰਚਾ ਦਰਜ ਹੋਊਗਾ। ਲੇਕਿਨ ਮੈਂ ਸਮਝਦਾ ਕਿ ਕੋਈ ਵੀ ਜਿਹੜੀ ਲਹਿਰ ਹੈ ਜਾਂ ਕਿਸੇ ਵੀ ਸਮਾਜਿਕ ਬੁਰਾਈ ਨੂੰ ਖਤਮ ਕਰਨਾ ਹੈ, ਉਹ ਓਨਾ ਚਿਕਰ ਖਤਮ ਨਹੀਂ ਹੋ ਸਕਦੀ ਜਿੰਨਾ ਚਿਕਰ ਲੋਕਾਂ ਦਾ ਉਹਨੂੰ ਸਹਿਯੋਗ ਨਾ ਮਿਲੇ। ਲੇਕਿਨ ਹੁਣ ਇੱਥੇ ਗੱਲ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਅੱਜ ਜਿਵੇਂ ਜ਼ਿਲ੍ਹਾ ਜਲੰਧਰ ਦੇ ਵਿੱਚ ਉੱਥੋਂ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਕਿ 7000 ਜਿਹੜੇ ਅਸਲਾ ਹਥਿਆਰ ਆ ਉਹ ਚੈੱਕ ਕੀਤੇ ਗਏ, ਜਿਹਦੇ ਚੋਂ 836 ਪਾਏ ਗਏ ਔਰ 391 ਜਿਹੜੇ ਰੱਦ ਕੀਤੇ ਗਏ ਤੇ ਉਹਨਾਂ ਦੇ ਪਰਚੇ ਦਰਜ ਹੋਣਗੇ। ਹੁਣ ਜੇ ਕੋਈ ਨਿਯਮਾਂ ਦੇ ਵਿੱਚ ਕਮੀ ਰਹੀ ਹੈ ਤੇ ਠੀਕ ਹੈ ਕਿ ਉਹ ਜਿਹੜੇ ਹੈਗੇ ਆ ਹਥਿਆਰ ਰੱਦ ਹੋਣੇ ਚਾਹੀਦੇ ਨੇ, ਉਹਦੇ ਜਿਹੜਾ ਲਾਇਸੈਂਸ ਬਣਿਆ। ਲੇਕਿਨ ਉਹ ਜੇ ਕਿਸੇ ਨੇ ਰਿਕਮੈਂਡ ਕੀਤੇ ਨੇ ਜਾਂ ਕਿਸੇ ਅਫਸਰ ਰਾਹੀਂ ਰਿਕਮੈਂਡੇਸ਼ਨ ਹੋਈ ਹੈ ਤੇ ਉਹ ਫਿਰ ਸਾਰਿਆਂ ਤੇ ਸਵਾਲ ਉੱਠਦਾ ਹੈ ਕਿ ਇਹ ਗੈਰ ਕਾਨੂੰਨੀ ਹਥਿਆਰ ਬਣੇ ਤਾਂ ਬਣੇ ਕਿਵੇਂ, ਜੇ ਕਿਸੇ ਦੇ ਗਲਤ ਐਡਰੈਸ ਤੇ ਹਥਿਆਰ ਬਣਿਆ ਤਾਂ ਬਣਿਆ ਕਿਵੇਂ। ਮੇਰਾ ਕਹਿਣਾ ਇਹ ਹੈ ਕਿ ਜਿਸ ਹਿਸਾਬ ਦੇ ਨਾਲ ਸਰਕਾਰ ਛੋਟੇ ਛੋਟੇ ਬੱਚਿਆਂ ਤੇ ਜਾਂ ਪੁਰਾਣੀਆਂ ਤਸਵੀਰਾਂ ਦੇ ਉੱਪਰ ਜਿਹੜੇ ਇਹ ਪਰਚੇ ਦਰਜ ਕਰ ਰਹੀ ਹੈ, ਇਹਦੇ ਨਾਲ ਬਖਲਾਟ ਹੋਰ ਵਧੇਗੀ। ਮੇਰੀ ਬੇਨਤੀ ਹੈ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ, ਲੇਕਿਨ ਉਹਦਾ ਕੋਈ ਪੈਰਾਮੀਟਰ ਬਣਾ ਕੇ ਸਮਾਂ ਨਿਸ਼ਚਿਤ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਠੀਕ ਹੈ, ਪੂਰੀ ਇਸ ਡਿਬੇਟ ਦੇ ਵਿੱਚ ਇੱਕ ਚਰਚਾ ਜਾਂ ਇੱਕ ਪੁਆਇੰਟ ਨਿਕਲ ਕੇ ਸਾਹਮਣੇ ਆ ਰਿਹਾ ਕਿ ਪੈਰਾਮੀਟਰਸ ਫਿਕਸ ਕੀਤੇ ਜਾਣ।
ਸੰਘੇੜਾ ਸਾਹਿਬ 2-3 ਪੁਆਇੰਟ ਤੁਹਾਡੇ ਤੱਕ ਪਹੁੰਚੇ ਨੇ, ਉਮੀਦ ਹੈ ਤੁਸੀਂ ਜਵਾਬ ਦੇਵੋਗੇ। ਪਹਿਲਾ ਪੈਮਾਨਾ ਕੀ ਰੱਖਿਆ ਜਾਵੇ ਜਾਂ ਕੀ ਹੈ ਮੌਜੂਦਾ ਸਮੇਂ 'ਚ ਪਰਚਾ ਦਰਜ ਕਰਨ ਦਾ, ਤੇ ਦੂਜਾ ਕੋਈ ਡੈਡਲਾਈਨ ਤਾਂ ਦੇਣੀ ਸੀ ਲੋਕਾਂ ਨੂੰ। ਕਈਆਂ ਨੂੰ ਤਾਂ ਯਾਦ ਵੀ ਨਹੀਂ ਹੋਣਾ ਕਿ ਸ਼ਾਇਦ ਅਸੀਂ 4 ਸਾਲ 5 ਸਾਲ ਪਹਿਲਾਂ ਕੋਈ ਅਜਿਹੀ ਤਸਵੀਰ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਕੋਈ ਹਥਿਆਰ ਨਜ਼ਰ ਆ ਰਿਹਾ ਸੀ। ਤੁਹਾਨੂੰ ਨਹੀਂ ਲੱਗਦਾ ਕਿ ਪੁਰਾਣੀਆਂ ਤਸਵੀਰਾਂ ਤੇ ਪਰਚੇ, ਇਨਫੈਕਟ ਤੁਹਾਡੇ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਕਈ ਤਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਵੀ ਤਸਵੀਰਾਂ ਹੈਗੀਆਂ ਨੇ ਹਥਿਆਰਾਂ ਦੇ ਨਾਲ? ਗੌਰਵ ਸ਼ੁਕਲਾ ਜੀ, ਇਹ ਜਿੱਡੀ ਗੱਲ ਬਣਾਈ ਜਾ ਰਹੇ ਨੇ ਨਾ, ਜਿਸ ਤਰ੍ਹਾਂ ਖੜਿਆਲ ਸਾਹਿਬ, ਇਹ ਇੱਕ ਪਾਸਿਓਂ ਸ਼ੁਰੂ ਹੋ ਜਾਂਦੇ ਆ, ਫਿਰ ਪਾਣੀ ਦਾ ਗਲਾਸ ਪੀ ਲੈਂਦੇ ਆ, ਫਿਰ ਸ਼ੁਰੂ ਹੋ ਜਾਂਦੇ ਆ ਪਾਣੀ ਪੀ ਕੇ ਕੋਸਦੇ ਆ ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਨੂੰ ਵੀ। ਤੇ ਜੇ ਕੋਈ ਕਿਸੇ ਤੇ ਕੋਈ ਗਲਤੀ ਹੋ ਗਈ, ਇਨਸੀਡੈਂਸ ਹੋ ਗਈ, ਆਈਸੋਲੇਟਡ ਗੱਲਬਾਤ ਹੋਈ ਆ, ਉਹਨੂੰ ਇਸ ਤਰ੍ਹਾਂ ਫੜਾਉਣਾ ਪਈ ਜਿੱਦਾਂ ਰੋਜ਼ ਨਾਮਚੇ ਦੀ ਗੱਲ ਹੈ। ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਆ ਜਿਹੜਾ ਬੱਚੇ ਤੇ ਹੋਇਆ ਗਲਤ ਹੋਇਆ, ਉਹ ਦੇਖਿਆ ਜਾਏਗਾ। ਮੰਤਰੀ ਸਾਹਿਬ ਵੀ ਕਹਿ ਚੁੱਕੇ ਆ ਕਿ ਜੇ ਕਿਸੇ ਦਾ ਦੋਸ਼ ਬਣਦਾ ਹੋਇਆ ਉਹ ਦੇਖਿਆ ਜਾਏਗਾ ਕਿ ਉਹਨੇ ਬੋਨਾ ਕੋਈ ਗਲਤੀ ਕਿਸ ਤਰ੍ਹਾਂ ਹੋਈ ਆ, ਕਿੱਦਾਂ ਹੋਇਆ, ਉਹ ਤੇ ਐਕਸ਼ਨ ਹੋਏਗਾ। ਇਹਦੇ ਚ ਕਿਹੜੀ ਗੱਲ ਆ? ਔਰ ਮੈਂ ਤਾਂ ਸੰਘੇੜਾ ਸਾਹਿਬ ਉਹੀ ਕਹਿ ਰਹੇ ਕਿ ਸਪੈਸੀਫਿਕ ਕੇਸ ਦੇ ਉੱਤੇ ਗੱਲ ਨਾ ਕਰੀਏ, ਕਿ ਤੁਸੀਂ ਬ੍ਰੌਡਰ ਪਿਕਚਰ ਦੀ ਗੱਲ ਕਰ ਲਓ ਕਿ ਪੈਮਾਨਾ ਤਾਂ ਹੋਣਾ ਚਾਹੀਦਾ ਨਾ। ਪਾਸਪੋਰਟ ਨਹੀਂ ਬਣਨਾ। ਖੜਿਆਲ ਸਾਹਿਬ ਦੱਸੋ ਕਿੱਥੇ ਗਲਤ ਪਰਚਾ ਹੋਇਆ? 24 ਘੰਟੇ ਦੇ ਵਿੱਚ ਰੱਦ ਹੋਏਗਾ, ਨਾਲੇ ਪਾਸਪੋਰਟ ਵੀ ਬਣੇਗਾ। ਐਵੇਂ ਅਫਵਾਹਾਂ ਨਹੀਂ ਫੈਲਾਈਆਂ ਹੁੰਦੀਆਂ। ਖੜਿਆਲ ਸਾਹਿਬ ਦੱਸ ਦਿਓ। ਹਾਂ ਬਿਲਕੁਲ, ਉਹ ਠੀਕ ਹੋ ਜਾਏਗਾ। ਜਿਹੜੀ ਗਲਤੀ ਕੀਤੀ ਆ, ਜਿਹੜੀ ਪ੍ਰਾਈਮਾ ਗਲਤੀ ਜੀ, ਉਹ ਤਾਂ 24 ਘੰਟੇ ਦੇ ਵਿੱਚ ਠੀਕ ਹੋਏਗੀ। ਕਿਉਂ ਨਹੀਂ ਠੀਕ ਹੋਏਗੀ? ਐਵੇਂ ਅਫਵਾਹਾਂ ਨਹੀਂ ਫੈਲਾਉਣੀਆਂ ਚਾਹੀਦੀਆਂ ਜੇ ਕੋਈ ਗਲਤੀ ਹੋ ਗਈ ਹੈ ਤਾਂ। ਖੜਿਆਲ ਸਾਹਿਬ ਪਾਲਿਸੀ ਦੀ ਗੱਲ ਕਰਦਾ ਗੌਰਵ ਸ਼ੁਕਲਾ ਜੀ। ਦੇਖੋ ਪਾਲਿਸੀ ਹੈਗੀ ਹਥਿਆਰਾਂ ਦੀ ਸਮੀਖਿਆ ਕਰਨ ਦੀ, ਔਰ ਬਹੁਤ ਥਾਵਾਂ ਤੇ ਬਹੁਤ ਜਿਹੜੇ ਹਥਿਆਰ ਜਿਹੜੇ ਆ ਜਿਹਨਾਂ ਦੇ ਐਡਰੈਸ ਨਹੀਂ ਮਿਲਦੇ, ਹੋਰ ਨਹੀਂ ਮਿਲਦੇ, ਕੋਈ ਬੰਦਿਆਂ ਦਾ ਪਤਾ ਹੀ ਨਹੀਂ ਹੈ, ਉਹਦਾ ਫਾਇਦਾ ਹੀ ਹੋ ਰਿਹਾ ਨਾ। ਅਲਟੀਮੇਟਲੀ ਚੰਗੇ ਰਿਜ਼ਲਟਸ ਨਿਕਲ ਰਹੇ ਆ। ਜਿਹੜੀ ਕਿਤੇ ਕੋਈ ਗਲਤੀ ਹੋ ਗਈ ਹੈ ਕਿਸੇ ਦੀ, ਕਾਲ ਕਰਕੇ ਉਹ ਠੀਕ ਕਰ ਲਈ ਜਾਵੇਗੀ। ਸੋ ਇਹਦੇ ਚ ਇਦਾਂ ਦੀ ਕੋਈ ਗੱਲ ਨਹੀਂ ਹੈ। ਚਲੋ ਰਿਐਕਸ਼ਨ ਲੈ ਲੈਣ ਦਿਓ ਇੱਕ ਵਾਰੀ। ਮੈਂ ਸੰਘੇੜਾ ਸਾਹਿਬ ਤੁਹਾਡੇ ਕੋਲ ਬਾਰ-ਬਾਰ ਆਉਂਗਾ ਤਾਂ ਕਿ ਤੁਸੀਂ ਨਾਲ ਦੀ ਨਾਲ ਰਿਐਕਟ ਕਰ ਸਕੋ ਸਾਰੇ ਮਹਿਮਾਨਾਂ ਦੇ ਵੱਲੋਂ ਜੋ ਸਵਾਲ ਚੁੱਕੇ ਜਾ ਰਹੇ ਨੇ। ਪਰ ਪਹਿਲਾਂ ਖੜਿਆਲ ਸਾਹਿਬ ਦੇਖੋ, ਜਿਹੜਾ ਤੁਸੀਂ ਪੂਰੀ ਗੱਲ ਸਮਝਾ ਰਹੇ ਹੋ ਨਾ, ਸੰਘੇੜਾ ਸਾਹਿਬ ਕਹਿੰਦੇ ਅਜਿਹਾ ਕੁਝ ਨਹੀਂ ਹੈ, ਪਰਚਾ ਹੋਇਆ, ਗਲਤੀ ਹੋਈ ਹੈ, 24 ਘੰਟੇ ਚ ਰੱਦ, ਪਾਸਪੋਰਟ ਬਣੇਗਾ। ਦੱਸੋ ਪ੍ਰੋਬਲਮ ਕਿੱਥੇ ਹੈ? ਹੁਣ ਮੈਨੂੰ ਕਾਈਂਡਲੀ ਨਾ ਆਪਣਾ ਸੰਘੇੜਾ ਸਾਹਿਬ ਧਿਆਨ ਨਾਲ ਸੁਣਨ। ਥੋੜਾ ਛੋਟਾ ਰੱਖਿਓ ਪਲੀਜ਼ ਜਵਾਬ, ਤਾਂ ਕਿ ਨਾਲ ਦੀ ਨਾਲ ਆਪਾਂ ਰਿਐਕਸ਼ਨ ਲੈ ਸਕੀਏ ਪਲੀਜ਼। ਇਹ ਕਿੱਥੋਂ ਦਾ ਪ੍ਰੋਸੈਸ ਹੈ, ਕਿੱਥੋਂ ਦਾ ਪ੍ਰੋਸੀਜਰ ਕੱਢ ਕੇ ਲਿਆਏ ਹੈ ਵੀ 24 ਘੰਟਿਆਂ ਦੇ ਵਿੱਚ FIR ਰੱਦ ਹੋ ਜਾਂਦੀ ਹੈ। ਇਹ ਪ੍ਰੋਸੀਜਰ ਨਾ ਤਾਂ ਕਿਸੇ ਨੇ ਸੁਣਿਆ ਅੱਜ ਤੱਕ ਤੇ ਨਾ ਹੀ ਦੇਖਿਆ। ਅਸੀਂ ਇੱਥੇ ਪੈਨਲ ਤੇ ਵਕੀਲ ਬੈਠੇ ਆ, ਤੁਸੀਂ ਐਂ ਕਰੋ ਕਲੇਰ ਸਾਹਿਬ ਨੂੰ ਪੁੱਛ ਲਿਓ, ਮੈਨੂੰ ਪੁੱਛ ਲਿਓ, ਕਿਸੇ ਲਾਇਰ ਨੂੰ ਪੁੱਛ ਲਿਓ, ਕਿ ਪੁਲਿਸ ਵਾਲੇ ਨੂੰ ਪੁੱਛ ਲਿਓ ਕਿ 24 ਘੰਟਿਆਂ ਦੇ ਵਿੱਚ FIR ਰੱਦ ਹੋ ਨਹੀਂ ਸਕਦੀ। ਕੀ ਸੰਘੇੜਾ ਸਾਹਿਬ ਆ ਰਹੇ ਤੁਹਾਡੇ ਕੋਲ? ਮੈਂ ਸੰਘੇੜਾ ਸਾਹਿਬ ਤੁਹਾਡੇ ਕੋਲ ਆ ਰਿਹਾ, ਪਲੀਜ਼ ਥੋੜਾ ਟਾਈਮ ਦਿਓ, ਨਾਲ ਦੀ ਨਾਲ ਰਿਐਕਸ਼ਨ ਲਵਾਂਗਾ, ਬੇਫਿਕਰ ਹੋ। ਸੰਘੇੜਾ ਸਾਹਿਬ ਸੁਣ ਲਓ, ਜੇ ਤਾਂ ਕੈਂਸਲੇਸ਼ਨ ਰਿਪੋਰਟ ਵੱਲ ਵੀ ਜਾਣਦੇ ਹੋ, ਜੇ ਕੈਂਸਲੇਸ਼ਨ ਰਿਪੋਰਟ ਵੱਲ ਵੀ ਸੰਘੇੜਾ ਸਾਹਿਬ ਸੁਣਨ ਦਾ ਮਾਦਾ ਰੱਖੋ। ਹੁਣ ਜੇ ਕੈਂਸਲੇਸ਼ਨ ਰਿਪੋਰਟ ਵੱਲ ਜਾਣਦੇ ਹੋ ਨਾ ਤਾਂ ਵੀ ਬਹੁਤ ਟਾਈਮ ਲੱਗਦਾ ਹੈ, ਜੇ ਕੋਸ਼ਿੰਗ ਵੱਲ ਜਾਂਦੇ ਹੋ ਤਾਂ ਵੀ ਬਹੁਤ ਟਾਈਮ ਲੱਗਦਾ ਹੈ। ਇਹ ਤੁਹਾਡੀ ਇਨਐਕਸਪੀਰੀਅੰਸ ਕਰਕੇ, ਤੁਹਾਡੇ ਗਲਤ ਐਕਸ਼ਨਸ ਕਰਕੇ ਅੱਜ ਉਹ ਪਰਿਵਾਰ ਸਫਰ ਕਰ ਰਿਹਾ ਹੈ। ਤੇ ਕਿਉਂ ਨਹੀਂ ਸਵਾਲ ਹੋਣੇ ਚਾਹੀਦੇ ਆਮ ਆਦਮੀ ਪਾਰਟੀ ਤੇ? ਜਿਹੜੇ ਬੰਦਾ ਖਿਲਾਫ ਤੁਹਾਡੇ ਕੋਲ ਵੀ ਨਹੀਂ, ਖੜਿਆਲ ਸਾਹਿਬ ਪਰਚੇ ਤਾਂ ਬਹੁਤ ਅੱਗੇ ਵੀ ਪਹਿਲਾਂ ਹੋਏ ਨੇ, ਜਿਨ੍ਹਾਂ ਕਰਕੇ ਸਵਾਲ ਉੱਠਦੇ ਰਹੇ ਨੇ। ਦੇਖੋ ਮੈਂ ਦੱਸਦਾ, ਤੁਹਾਡੀ ਸਰਕਾਰ ਦਾ ਇੱਕ ਕਮਿਸ਼ਨ ਬਣਾ ਦਿੱਤਾ ਗਿਆ ਸੀ ਅਕਾਲੀ ਦਲ ਦੇ ਸਮੇਂ ਹੋਏ ਪਰਚਿਆਂ ਨੂੰ ਲੈ ਕੇ। ਗਲਤ ਜਿਹੜੇ ਤਾਂ ਅਸਲ ਕਲਪ੍ਰਿਟਸ ਹੈ ਗੌਰਵ ਜੀ, ਅਸਲ ਸੰਘੇੜਾ ਸਾਹਿਬ ਸੁਣੋ ਸੰਘੇੜਾ ਸਾਹਿਬ, ਜਿਹੜੇ ਤਾਂ ਅਸਲ ਕਲਪ੍ਰਿਟਸ। ਠੀਕ ਹੈ, ਖੜਿਆਲ ਸਾਹਿਬ ਜਵਾਬ ਲੈਣ ਠੀਕ ਹੈ, ਇੱਕ ਹੀ ਕਰਕੇ ਬਾਅਦ ਜਵਾਬ ਲੈਂਦੇ ਰਹੀਏ। ਸੰਘੇੜਾ ਸਾਹਿਬ ਸੁਣਨ ਦਾ ਵਾਅਦਾ ਰੱਖਣਾ। ਇੱਕ ਸੈਕਿੰਡ ਖੜਿਆਲ ਸਾਹਿਬ, ਦੇਖੋ ਤੁਸੀਂ ਇਹ ਕਹਿ ਰਹੇ ਹੋ ਕਿ 24 ਘੰਟੇ ਚ ਪਰਚਾ ਰੱਦ ਨਹੀਂ ਹੋਏਗਾ, ਇਹ ਸਮਝਿਆ ਜਾਵੇ? ਹੋ ਹੀ ਨਹੀਂ ਸਕਦਾ। ਠੀਕ ਹੈ, ਚਲੋ ਜਵਾਬ ਲੈ ਲੈਣ ਦੋ, ਜਵਾਬ ਲੈ ਲੈਣ ਦੋ। ਮਤਲਬ 24 ਘੰਟੇ ਦਾ ਜ਼ਿਕਰ ਹੁੰਦਾ, ਹੋ ਸਕਦਾ ਹੈ 2-3 ਦਿਨ ਲੱਗ ਜਾਣ। ਮੈਂ ਤਾਂ ਇਹ ਕਹਿ ਰਿਹਾ ਕਿ ਬਹੁਤ ਲੰਬਾ ਪ੍ਰੋਸੈਸ ਹੈ। 2-3 ਦਿਨ ਚ ਵੀ ਨਹੀਂ ਹੁੰਦਾ, 2-3 ਦਿਨ ਚ ਵੀ ਨਹੀਂ ਹੁੰਦਾ, 2-3 ਦਿਨ ਚ ਵੀ ਨਹੀਂ ਹੁੰਦਾ। ਠੀਕ ਹੈ, ਜਵਾਬ ਲੈ ਜਿਹੜੇ ਤਾਂ ਅਸਲ ਕਲਪ੍ਰਿਟਸ ਹੈ ਜਿਹੜੇ ਅਸਲ ਕਲਪ੍ਰਿਟਸ ਨੇ ਉਹ ਤਾਂ ਫੜੇ ਨਹੀਂ ਜਾ ਰਹੇ ਆਮ ਆਦਮੀ ਪਾਰਟੀ ਤੋਂ, ਜਿਹੜੇ ਐਟ ਲਾਰਜ ਨੇ। ਠੀਕ ਹੈ, ਥੋੜੇ ਹੋਲਡ ਕਰੋ ਪਲੀਜ਼, ਮੈਂ ਤੁਹਾਡੀ ਗੱਲ ਦਾ ਜਵਾਬ ਲੈਣਾ, ਤਾਂ ਹੀ ਗੱਲ ਅੱਗੇ ਵੱਧ ਸਕੇਗੀ, ਤਾਂ ਹੀ ਗੱਲ ਅੱਗੇ ਵੱਧ ਸਕੇਗੀ। ਸੰਘੇੜਾ ਸਾਹਿਬ ਪੱਲਿਆਂ ਨੂੰ ਬੁਲਾ ਲਿਆ ਕਰੋ, ਇਹ ਹਫਤਾ ਪੂਰਾ ਜਵਾਬ ਹੁੰਦੇ ਨਹੀਂ, ਦੂਜਿਆਂ ਨੇ ਤਾਂ ਤੁਸੀਂ ਗੱਲ ਨਹੀਂ ਜਵਾਬ ਨਹੀਂ ਦਿੱਤੇ। ਮੈਂ ਉਹੀ ਕਹਿ ਰਿਹਾ, ਫਿਰ ਲੋਕਾਂ ਤੱਕ ਗੱਲ ਨਹੀਂ ਪਹੁੰਚ ਪਾਉਂਦੀ। ਸੰਘੇੜਾ ਸਾਹਿਬ ਕੰਪਲੀਟ ਕਰ ਲਓ, ਆਪਾਂ ਪੁਆਇੰਟ ਦੇ ਉੱਤੇ ਰਹੀਏ ਪਲੀਜ਼। ਸੰਘੇੜਾ ਕਿਵੇਂ ਰੱਦ ਕਰਾਉਣਗੇ? ਬੜਾ ਪੁੱਛੋ ਇਹਨਾਂ ਨੂੰ ਕਿਵੇਂ ਰੱਦ ਹੋਊਗਾ, ਪੁੱਛੋ। ਠੀਕ ਹੈ ਸੰਘੇੜਾ ਜੀ। ਗੌਰਵ ਜੀ, ਪਹਿਲੀ ਗੱਲ ਤਾਂ ਇਹ ਵੀ ਜੇ ਵਕੀਲ ਨੇ ਤਾਂ ਕੋਈ ਬਹੁਤ ਚੰਗੀ ਗੱਲ ਹੈ। ਉਹਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ। ਮੈਂ ਵੀ ਅਪੀਲਾਂ ਸੁਣਦਾ ਰਿਹਾ, ਮੈਨੂੰ ਵੀ ਮਾੜਾ ਮੋਟਾ ਕਾਨੂੰਨ ਦਾ ਪਤਾ ਹੈ, ਰੈਵਨਿਊ ਦੀਆਂ ਅਪੀਲਾਂ ਸੁਣਦਾ ਰਿਹਾ ਮੈਂ ਖੜਿਆਲ ਸਾਹਿਬ।
ਮੇਰਾ ਮਤਲਬ ਜਿਹੜਾ ਕਹਿਣ ਤੋਂ ਪ੍ਰੈਕਟੀਕਲੀ ਸੀਗਾ ਗੌਰਵ ਸ਼ੁਕਲਾ ਜੀ, ਜਦੋਂ ਕੋਈ ਇਦਾਂ ਦਾ ਪ੍ਰਾਈਮ ਫੇਸ਼ਾਈ ਕੋਈ ਗਲਤੀ ਹੋ ਜਵੇ ਨਾ, ਜਿਹਦੇ ਨਾਲ ਹੋਈ ਹੈ ਜਾਂ ਜਿਹਦੇ ਤੇ ਹੋਈ ਹੈ, ਉਹਨੂੰ ਇੱਕ ਵਾਰੀ ਵੀ ਪੁਲਿਸ ਸਟੇਸ਼ਨ ਆਉਣ ਦੀ ਲੋੜ ਨਹੀਂ ਹੈ। ਪੁਲਿਸ ਆਪੇ ਹੀ ਪ੍ਰੋਸੈਸ, ਉਹਦਾ ਮਤਲਬ ਮੇਰਾ ਇਹੀ ਕਹਿਣ ਦਾ ਸੀਗਾ ਕਿ ਪੁਲਿਸ ਨੇ ਜਿਹੜਾ ਇਨਕੁਆਰੀ ਅਫਸਰ ਹੋਵੇ, ASI ਹੋਵੇ ਜਾਂ ਹੋਰ ਹੋਵੇ, ਉਹਨੇ ਆਪੇ ਹੀ ਉੱਥੋਂ ਇਨਕੁਆਰੀ ਰਿਪੋਰਟ SHO ਸਾਹਿਬ ਨੂੰ ਦੇ ਦੇਣੀ ਆ, ਉਹਦੇ ਰਾਹੀਂ ਉੱਪਰ ਚੱਲ ਜਾਣੀ ਆ, SSP ਸਾਹਿਬ ਤੱਕ ਚੱਲ ਜਾਣੀ ਆ। ਉਹ ਪ੍ਰੋਸੀਜਰ ਨੂੰ ਚਾਹੇ ਜਿੰਨੇ ਮਰਜ਼ੀ ਦੇ 4-5 ਦਿਨ ਵੀ ਲੱਗ ਜਾਣ ਜਾਂ ਹੋਰ ਵੀ ਲੱਗ ਜਾਣ, ਮਤਲਬ ਜਦੋਂ ਆਹ ਇਨ ਪ੍ਰਿੰਸੀਪਲ ਡਿਸਾਈਡ ਹੋ ਗਿਆ ਤਾਂ ਕਿਸੇ ਨੂੰ ਆਉਣ ਦੀ ਲੋੜ ਹੀ ਨਹੀਂ ਆ ਪੁਲਿਸ ਸਟੇਸ਼ਨ 'ਚ, ਨਾ ਹੀ ਕਿਸੇ ਨੂੰ ਸੱਦਿਆ ਜਾਂਦਾ ਆ। ਨਹੀਂ, ਮੈਂ ਇਸ ਤਰ੍ਹਾਂ ਪਰਚੇ ਹੁੰਦੇ ਜੇ ਕਿਤੇ ਦਾ ਨਾ ਗਲਤੀ ਨਾਲ 120 ਚ ਕਿਸੇ ਨੇ ਪਵਾਤਾ, ਕਿਸੇ ਨੇ ਪਵਾਤਾ, ਖਰਿਆਲ ਸਾਹਿਬ ਵਰਗੇ ਵਕੀਲ ਹੀ ਸਲਾਹ ਦੇ ਦਿੰਦੇ ਆ ਵੀ ਫਲਾਣੇ ਨੂੰ ਵੀ ਨਾਲ ਫਸਾ ਦਿਓ। ਉਹ ਜੇ ਠੀਕ ਹੈ, ਚਲੋ ਜਦੋਂ ਲੋਕ ਸਾਡੇ ਨਾਲ ਉਸ ਬੰਦੇ ਜੀ ਖਿਆਲ ਜੀ ਥੋੜਾ ਜਿਹਾ ਵੇਟ ਕਰੋ ਸਰ, ਸਾਰੇ ਆਪਾਂ ਗੱਲ ਰੱਖੀਏ ਆਪਣੀ ਜਿਹਨਾਂ ਨੂੰ ਜਾਣਕਾਰੀ ਨਹੀਂ, ਥੋੜਾ ਜਿਹਾ ਵੇਟ ਕਰੋ ਸਰ। ਵਕੀਲ ਖਿਆਲ ਸਾਹਿਬ ਵੀ ਹੈਗੇ ਨੇ, ਇਹ ਵੀ ਇਤਰਾਜ਼ ਜਤਾ ਰਹੇ ਤੁਹਾਡੀ ਗੱਲ ਤੇ। ਖਿਆਲ ਸਾਹਿਬ ਥੋੜਾ ਜਿਹਾ ਵੇਟ ਕਰਿਓ, ਖਿਆਲ ਜੀ ਔਰ ਸੰਘੇੜਾ ਸਾਹਿਬ ਥੋੜੀ ਵੇਟ ਕਰਿਓ ਪਲੀਜ਼। ਕਲੇਰ ਸਾਹਿਬ ਜੇ ਤੁਹਾਨੂੰ ਇਤਰਾਜ਼ ਨਜ਼ਰ ਆ ਰਿਹਾ ਸੰਘੇੜਾ ਸਾਹਿਬ ਦੀ ਗੱਲ ਦੇ ਉੱਤੇ ਤਾਂ ਕਿਉਂ ਨਹੀਂ? ਦੇਖੋ, ਸੰਘੇੜਾ ਸਾਹਿਬ ਨੂੰ ਇੱਕ ਗੱਲ ਸਮਝਣੀ ਪਊਗੀ ਜੀ ਕਿ ਕਿਸੇ ਪੁਲਿਸ ਕੋਲੇ ਪਰਚਾ ਕੈਂਸਲ ਕਰਨ ਦਾ ਅਧਿਕਾਰ ਨਹੀਂ ਹੈਗਾ। ਪੁਲਿਸ ਸਿਰਫ ਕੈਂਸਲੇਸ਼ਨ ਰਿਪੋਰਟ ਪ੍ਰਿਪੇਅਰ ਕਰ ਸਕਦੀ ਹੈ, ਉਹਨੂੰ ਐਕਸੈਪਟ ਕਰਨਾ ਨਾ ਕਰਨਾ ਅਦਾਲਤਾਂ ਦੇ ਉੱਤੇ ਹੈ। ਇੱਕ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ ਤੇ ਮੇਰਾ ਸਵਾਲ ਉੱਥੇ ਹੀ ਖੜਾ ਹੈ ਕਿ ਜਿਹੜੇ ਸਾਡੇ ਬੱਚੇ, ਸੰਘੇੜਾ ਸਾਹਿਬ ਇੱਕ ਮਿੰਟ, ਸੰਘੇੜਾ ਸਾਹਿਬ ਇੱਕ ਇੱਕ ਕਰਕੇ, ਜਿਹੜੇ ਸਾਡੇ ਬੱਚੇ ਅੱਜ ਬਾਹਰ ਬੈਠੇ ਨੇ ਅਮਰੀਕਾ ਕੈਨੇਡਾ, ਉਹਨਾਂ ਦੀ 6-6 ਸਾਲ ਪੁਰਾਣੀਆਂ ਫੋਟੋਆਂ ਚੱਕ ਕੇ ਜਿਹੜੇ ਉਹਦੇ ਪਰਚੇ ਦਰਜ ਕੀਤੇ ਜਾ ਰਹੇ ਨੇ, ਕਿਸੇ ਦਾ ਮੈਟਰੀਮੋਨੀਅਲ ਪ੍ਰੋਸਪੈਕਟ ਹੈ, ਕਿਸੇ ਨੇ ਵਾਪਸ ਆਣਾ ਆਪਣੇ ਮਾਪਿਆਂ ਨੂੰ ਮਿਲਣ ਲਈ, ਇਹ ਗੱਲਾਂ ਦਾ ਜਵਾਬ ਕੌਣ ਦੇਊਗਾ? ਦੂਸਰੀ ਗੱਲ, ਜਿਹੜੀ ਸਰਕਾਰ ਕੇਜਰੀਵਾਲ ਦੀ ਝੂਠੀ ਫੋਕੀ ਰਾਜਨੀਤੀ ਦੇ ਲਈ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਸਕਦੀ ਹੈ, ਉਹ ਇਸ਼ਤਿਹਾਰ ਦੇ ਕੇ ਆਪਣੇ ਸੂਬੇ ਦੇ ਵਾਸੀਆਂ ਨੂੰ ਕੀ ਇੱਕ ਮਹੀਨੇ 'ਚ ਐਜੂਕੇਟ ਨਹੀਂ ਕਰ ਸਕਦੀ ਸੀ ਵੀ ਭਾਈ ਇਹ ਤਰੀਕ ਤੋਂ ਬਾਅਦ ਪਰਚੇ ਹੋਣਗੇ, ਆਪਣੀਆਂ ਫੋਟੋਆਂ ਹਟਾ ਲਓ। ਸੋ ਅੱਜ ਜਿਹੜੀ ਲਾਰਜਰ ਪਿਕਚਰ ਹੈ, ਪੁਲਿਸ ਕੋਈ ਇਲੀਗਲ ਵੈਪਨ ਤੇ ਐਕਸ਼ਨ ਨਹੀਂ ਕਰ ਰਹੀ। ਪੁਲਿਸ ਦਾ ਐਕਸ਼ਨ ਸਿਰਫ ਤੇ ਸਿਰਫ ਜਿਹੜੇ ਕੋਈ ਹਥਿਆਰ ਪਾ ਰਹੇ ਨੇ ਫੇਸਬੁੱਕ ਤੇ, ਉਹ ਲਾਇਸੈਂਸੀ ਹਥਿਆਰ ਹੋ ਸਕਦਾ ਹੈ, ਉਹ ਖਿਡੌਣਾ ਹੋ ਸਕਦਾ ਹੈ। ਸੋ ਸੰਘੇੜਾ ਸਾਹਿਬ ਨੂੰ ਪੈਰਿਟੀ ਤੇ ਇੱਕ ਸਵਾਲ ਪੁੱਛ ਰਿਹਾ ਮੈਂ ਕਿ ਅਗਰ 6 ਸਾਲ ਦਾ ਬੱਚਾ, ਉਹਦੀ ਫੋਟੋ ਦੇ ਉੱਤੇ ਪਰਚਾ ਦਰਜ ਹੋ ਸਕਦਾ ਹੈ, ਤਾਂ ਆਮ ਆਦਮੀ ਪਾਰਟੀ ਦੀ MLA ਬਲਜਿੰਦਰ ਕੌਰ ਜੀ ਐਡੀ ਵੱਡੀ ਬੰਦੂਕ ਲੈ ਕੇ ਖੜੇ ਨੇ, ਕਿਉਂ ਨਹੀਂ ਪਰਚਾ? ਤੁਹਾਡਾ ਬਲਕਾਰ ਸਿੱਧੂ MLA ਰਾਮਪੁਰੇ ਫੂਲ ਤੋਂ ਪਿਸਟਲ ਦੇ ਨਾਲ ਫੋਟੋ ਪਾਈ, ਕਿਉਂ ਨਹੀਂ ਪਰਚਾ? ਅਨਮੋਲ ਗਗਨਮਾਨ ਮੰਤਰੀ ਹੋ ਕੇ ਉਹਨਾਂ ਦੇ ਸੋਸ਼ਲ ਮੀਡੀਆ ਤੇ 315 ਬੋਰ ਨਾਲ ਫੋਟੋ, ਕਿਉਂ ਨਹੀਂ ਪਰਚਾ? ਇਹ ਡਿਸਪੈਰਿਟੀ ਕਿਉਂ ਕਰ ਰਹੇ ਹੋ? ਜਾਂ ਤਾਂ ਸਾਰੇ ਲਈ ਕਾਨੂੰਨ ਬਣਾਓ, ਫਿਰ ਦੋ ਆਪਣੇ MLA ਤੇ ਪਰਚਾ। ਆ ਛੀਨਾ ਸਾਹਿਬ ਦੀ ਫੋਟੋ ਦਿਖਾਈ ਖਡਿਆਲ ਸਾਹਿਬ ਨੇ, ਦਿਓ ਪਰਚਾ, ਫਿਰ ਤਾਂ ਮੰਨੀਏ ਵੀ ਤੁਸੀਂ ਸਾਰੇ ਪੰਜਾਬ ਦੇ ਇੱਕੋ ਛੋਟੇ ਬੱਚਿਆਂ ਨੂੰ ਕ੍ਰਿਮੀਨਲ ਬਣਾ ਰਹੇ ਹੋ, ਦਾਗੀ ਕਰ ਰਹੇ ਹੋ, ਉਹਨਾਂ ਦੇ ਫਿਊਚਰ ਨਾਲ ਖੇਡ ਰਹੇ ਹੋ। ਤੁਸੀਂ ਇੱਕ ਸਪੈਸੀਫਿਕ ਕੇਸ ਦੇ ਉੱਤੇ, ਇੱਕ ਆਈਸੋਲੇਟਡ ਕੇਸ ਦੇ ਉੱਤੇ ਫੋਕਸ ਕਰ ਲਿਆ। ਤੁਸੀਂ ਵੀ ਅਕਾਲੀ ਦਲ ਦੇ ਵੀ ਤੇ ਕਾਂਗਰਸ ਨੇ ਕਿੱਦਾਂ ਐਗਜ਼ੈਜਰੇਸ਼ਨਸ ਕਰ ਰਹੇ ਆ। ਜਿਹੜੀ ਗਲਤੀ ਹੋ ਗਈ ਆ ਮੈਂ ਤਾਂ ਪਹਿਲਾਂ ਹੀ ਕਹਿਤਾ। ਨਹੀਂ, ਮੇਰੇ MLA ਤੇ ਕਿਉਂ ਨਹੀਂ ਹੋ ਰਿਹਾ? ਜੇ ਸਾਡੇ ਬੱਚਿਆਂ ਤੇ ਹੋ ਸਕਦਾ ਹੈ, ਜੇ ਨੌਜਵਾਨਾਂ ਤੇ ਹੋ ਸਕਦਾ ਹੈ, ਸਾਰੇ ਪੰਜਾਬ 'ਚ ਹਜ਼ਾਰਾਂ ਨੌਜਵਾਨਾਂ ਤੇ ਪਰਚਾ ਹੈ, ਤਾਂ ਫਿਰ MLA ਕਿਉਂ ਛੱਡੇ ਗਏ? ਲੋਕਾਂ ਨੂੰ ਕਿਉਂ ਬਲਜਿੰਦਰ ਕੌਰ ਤੇ ਪਰਚਾ ਨਹੀਂ? ਕਿਉਂ ਬਲਕਾਰ ਸਿੱਧੂ ਤੇ ਨਹੀਂ? ਕਿਉਂ ਛੀਨਾ ਤੇ ਨਹੀਂ? ਕਿਉਂ ਅਨਮੋਲ ਗਗਨਮਾਨ ਤੇ ਨਹੀਂ? ਇਹ ਲੋਕ ਇੱਕ ਕਰਕੇ ਸਰ, ਇੱਕ ਕਰਕੇ ਦੱਸੋ ਨਾ। ਠੀਕ ਹੈ, ਚਲੋ ਜਵਾਬ ਲੈ ਲਓ ਪਲੀਜ਼, ਜਵਾਬ ਲੈ ਲਓ। ਇੱਕ ਇੱਕ ਕਰਕੇ ਆਪਣੀ ਗੱਲ ਰੱਖੀਏ, ਲੋਕਾਂ ਨੂੰ ਸਮਝ ਆਉਂਦੀ ਹੈ। ਸੰਘੇੜਾ ਸਾਹਿਬ ਕੰਪਲੀਟ ਕਰੋ ਤੁਸੀਂ ਪਲੀਜ਼। ਦੇਖੋ ਕਲੇਰ ਸਾਹਿਬ ਕਿਸ ਤਰ੍ਹਾਂ ਝੂਠ ਬੋਲ ਰਹੇ ਨੇ ਕਿ ਨਜਾਇਜ਼ ਵੈਪਨ ਤੇ ਪੁਲਿਸ ਕਾਰਵਾਈ ਨਹੀਂ ਕਰਦੀ। ਕਲੇਰ ਸਾਹਿਬ 10 ਫੁੱਟ ਤੁਸੀਂ ਮੈਂ ਕਹਿ ਰਿਹਾ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਫ੍ਰੈਂਡਸ਼ਿਪ ਤੇ ਹੋ ਰਹੀ ਹੈ। ਸੰਘੇੜਾ ਸਾਹਿਬ ਪਲੀਜ਼ ਮੇਰੀ ਗੱਲ ਨੂੰ ਸਮਝੋ, ਮੇਰੀ ਗੱਲ ਨੂੰ ਮਿਸਕੋਟ ਨਾ ਕਰੋ। ਜਿਹੜਾ ਤੁਸੀਂ ਹੁਣ ਪਿੰਡਾਂ 'ਚ ਪਰਚੇ ਦੇ ਰਹੇ ਹੋ, ਉਹ ਸਿਰਫ ਫੋਟੋਆਂ ਦੇ ਰਹੇ ਹੋ, ਉਹ ਨਜਾਇਜ਼ ਹਥਿਆਰ ਤੁਸੀਂ ਪਿੰਡਾਂ 'ਚੋਂ। ਕਲੇਰ ਜੀ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ ਉਹਨਾਂ ਨੂੰ ਪਲੀਜ਼। ਸੰਘੇੜਾ ਸਾਹਿਬ ਕੰਪਲੀਟ ਕਰ ਲਓ ਤੁਸੀਂ। ਇਹਨਾਂ ਨੇ ਗੌਰਵ ਸ਼ੁਕਲਾ ਜੀ ਕਿਹਾ ਕਿ ਇਲੀਗਲ ਵੈਪਨਸ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ। ਮੈਂ ਇਹਨਾਂ ਨੂੰ ਚੈਲੰਜ ਕਰਦਾ ਹਾਂ, ਤੁਸੀਂ ਇਲੀਗਲ ਵੈਪਨ ਲੈ ਕੇ ਚੱਲੋ, ਮੈਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ, ਜ਼ਮਾਨਤ ਕਰਾ ਕੇ ਦਿਖਾ ਦਿਓ। ਇਦਾਂ ਨਹੀਂ ਪੁਲਿਸ ਨੂੰ ਭੱਜਣਾ ਚਾਹੀਦਾ। ਇਹੀ ਪੁਲਿਸ ਸੰਘੇੜਾ ਸਾਹਿਬ, ਮੈਂ ਫੇਰ ਮੇਰਾ ਸਵਾਲ ਉੱਥੇ ਖੜਾ ਹੈ, ਮੇਰੇ ਤੇ ਜੀ ਸੱਦ ਕੇ ਪਰਚੇ ਦਰਜ ਕਰਾਓ, 10 ਕਰਾਓ, 20 ਕਰਾਓ। ਮੇਰਾ ਸਵਾਲ ਹੈ ਕਿ ਜਿਹੜਾ ਪੰਜਾਬ ਦਾ ਬੇਕਸੂਰ ਸਟੂਡੈਂਟ ਹੈ, ਨੌਜਵਾਨ ਹੈ, ਜਿਹੜਾ ਬਾਹਰਲੇ ਦੇਸ਼ਾਂ 'ਚ ਪੜ੍ਹ ਰਿਹਾ ਹੈ, ਪੂਰੇ ਕਾਲਜਾਂ 'ਚ ਪੜ੍ਹ ਰਿਹਾ ਹੈ, ਉਹਨਾਂ ਤੇ 5-5 ਸਾਲ ਪੁਰਾਣੀਆਂ ਫੋਟੋਆਂ ਚੱਕ ਕੇ ਪਰਚੇ ਪਾ ਕੇ ਤੁਸੀਂ ਕਿਉਂ ਫਿਊਚਰ ਨਾਲ ਖੇਡ ਰਹੇ ਹੋ ਉਹਨਾਂ ਦੇ? ਇਹ ਹੁਣ ਪਾਓ ਮੇਰੇ ਤੇ ਪਰਚਾ, ਮੈਂ ਸਵੇਰੇ ਦਿੱਲੀ ਜਵਾਬ ਹਾਈ ਕੋਰਟ 'ਚ, ਤੁਸੀਂ ਪਾਓ ਪਰਚਾ, ਆ ਜਾਓ। ਸੋ ਤੁਸੀਂ ਘੱਟੋ ਘੱਟ ਇੱਕ ਇੱਕ ਕਰਕੇ ਪਲੀਜ਼ ਕੰਪਲੀਟ ਕਰ ਲੈਣ ਦਿਓ ਉਹਨਾਂ ਨੂੰ ਇੱਕ ਵਾਰੀ ਗੱਲ, ਫਿਰ ਉਹੀ ਗੱਲ ਹੋਏਗੀ, ਸਮਝ ਨਹੀਂ ਆਏਗਾ।
ਸੰਘੇੜਾ ਸਾਹਿਬ ਕੰਪਲੀਟ ਕਰ ਲਿਓ, ਆਪਾਂ ਪੂਰੇ ਪੁਆਇੰਟ ਦੇ ਉੱਤੇ ਰਹੀਏ। ਸੰਘੇੜਾ ਸਾਹਿਬ ਸਭ ਦੇ ਟਾਈਮ ਬੋਲਦੇ ਆ, ਇਹਨਾਂ ਨੂੰ ਆਪਦੀ ਕਦੋਂ ਆਪ ਕੋਈ ਗੱਲ ਨਹੀਂ, ਦੇਖੋ ਸਰਕਾਰ ਹੈ, ਜਵਾਬ ਤਾਂ ਉਹਨਾਂ ਤੋਂ ਹੀ ਲੈਣਾ। ਖੜਿਆਲ ਸਾਹਿਬ ਤੁਸੀਂ ਸਮਝਦੇ ਹੋ ਗੱਲ ਨੂੰ ਨਾ? ਖੜਿਆਲ ਸਾਹਿਬ ਨਹੀਂ, ਜਵਾਬ ਉਹਨਾਂ ਤੋਂ ਹੀ ਲੈਣਾ। ਦੇਖੋ ਮੈਂ ਉਹੀ ਕਹਿ ਰਿਹਾ ਕਿ ਜਦੋਂ ਵਿਚਾਲੇ ਗੱਲ ਸ਼ੁਰੂ ਹੋ ਜਾਂਦੀ ਹੈ ਨਾ, ਬਾਕੀ ਸਾਰੇ ਗੈਸਟ ਬੋਲਣ ਲੱਗ ਜਾਣਗੇ ਤਾਂ ਫਿਰ ਗੱਲ ਨਾ ਉਹਨਾਂ ਦੀ ਪੂਰੀ ਹੋਣੀ ਹੈ, ਨਾ ਤੁਹਾਡੀ ਗੱਲ ਸਮਝ ਆਏਗੀ ਨਾ ਮੇਰੀ ਗੱਲ ਸਮਝ ਆ ਰਹੀ ਹੋਏਗੀ। ਮੈਂ ਇਸ ਕਰਕੇ ਰਿਕੁਐਸਟ ਕਰਦਾ ਕਿ ਇੱਕ ਇੱਕ ਕਰਕੇ ਆਪਣੀ ਗੱਲ ਰੱਖਦੇ ਰਹੀਏ ਤਾਂ ਕਿ ਲੋਕਾਂ ਤੱਕ ਗੱਲ ਪਹੁੰਚ ਸਕੇ ਕਿ ਕਹਿਣਾ ਕੀ ਚਾਹ ਰਹੇ। ਅਸੀਂ ਨਹੀਂ ਬੋਲਦੇ, ਠੀਕ ਹੈ ਸੰਘੇੜਾ ਸਾਹਿਬ, ਅਸੀਂ ਇੱਕ ਵਾਰੀ ਨਹੀਂ ਬੋਲਦੇ। ਠੀਕ ਹੈ ਸੰਘੇੜਾ ਸਾਹਿਬ। ਮੈਂ ਗੌਰਵ ਸ਼ੁਕਲਾ ਜੀ ਇੱਕੋ ਹੀ ਗੱਲ ਕਹਿ ਰਿਹਾ ਕਿ ਸੋਢੀ ਸਾਹਿਬ ਨੇ ਵੀ ਤਾਂ ਵਿਰੋਧ ਕੀਤਾ ਹੀ ਆ। ਇਹਨਾਂ ਦੇ ਇਹਨਾਂ ਸੋਢੀ ਸਾਹਿਬ ਦੇ ਵਿਰੋਧ ਦਾ ਇਹਨਾਂ ਦੇ ਵਿਰੋਧ ਨਾਲੋਂ ਜ਼ਿਆਦਾ ਅਸਰ ਆ। ਇਹ ਤਾਂ ਦੂਜੇ ਬੰਦੇ ਨੂੰ ਗੱਲ ਹੀ ਨਹੀਂ ਕਰਨ ਦਿੰਦੇ। ਮੈਂ ਇਹ ਗੱਲ ਕਹਿ ਰਿਹਾ ਸੀ, ਮੈਨੂੰ ਨਹੀਂ ਪਤਾ ਪਹਿਲਾਂ ਸੁਣੀ ਆ ਕਿ ਨਹੀਂ ਸੁਣੀ ਚੰਗੀ ਤਰ੍ਹਾਂ। ਜੋ ਖੜਿਆਲ ਸਾਹਿਬ ਨੇ ਪਹਿਲਾਂ ਕਿਹਾ ਉਸੇ ਤਰ੍ਹਾਂ ਹੀ ਕਲੇਰ ਸਾਹਿਬ ਨੇ ਵੀ ਜੋ ਕਿਹਾ ਆ ਕਿ ਇਲੀਗਲ ਵੈਪਨ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ। ਮੈਂ ਚੈਲੰਜ ਕਰਦਾ ਆ ਵੀ ਇਹ ਆਪ ਇਲੀਗਲ ਵੈਪਨ ਤੇ ਤੁਰ ਕੇ ਦਿਖਾ ਦੇਣ, ਮੁਕੱਦਮਾ ਉਦੋਂ ਹੀ ਦਰਜ ਹੋ ਜਾਊਗਾ। ਹਾਂਜੀ, ਸੋ ਇਦਾਂ ਆਪਾਂ ਝੂਠ ਨਾ ਬੋਲੀਏ। ਜਿਹੜੀ ਗਲਤੀ ਹੋਈ ਆ ਕੋਈ ਮੁੱਕਰ ਥੋੜੀ ਰਿਹਾ, ਕਾਰਵਾਈ ਹੋਏਗੀ। ਠੀਕ ਹੈ ਸੰਘੇੜਾ ਸਾਹਿਬ, ਮੈਂ ਇੰਟਰਪਟ ਕਰ ਰਿਹਾ ਕੀ ਗਲਤੀ ਸੋ ਸੰਘੇੜਾ ਸਾਹਿਬ ਮੈਂ ਤੁਹਾਨੂੰ ਮੈਂ ਉਹੀ ਕਹਿ ਰਿਹਾ ਵਾਰ-ਵਾਰ, ਫਿਰ ਉਸੇ ਪੁਆਇੰਟ ਤੇ ਆਪਾਂ ਪਹੁੰਚ ਜਾਵਾਂਗੇ। ਕੀ ਅੱਜ ਜਿਹੜੇ ਸਟੂਡੈਂਟਾਂ ਤੇ ਪਰਚੇ ਦੇ ਰਹੇ ਹੋ, ਠੀਕ ਹੈ ਦੇ ਰਹੇ ਹੋ ਸੰਘੇੜਾ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਥੋੜਾ ਜਿਹਾ ਵੇਟ ਕਰੋ, ਥੋੜਾ ਜਿਹਾ ਵੇਟ ਕਰੋ। ਸਾਹਿਬ ਨੂੰ ਸਟੂਡੀਓ ਤੋਂ ਬਾਹਰ ਕੱਢੋ। ਉਹ ਜਿਹੜਾ ਬੱਚਾ ਸੀ ਛੋਟਾ, ਥੋੜਾ ਜਿਹਾ ਵੇਟ ਕਰੋ ਸਰ, ਥੋੜਾ ਜਿਹਾ ਵੇਟ ਕਰੋ। ਸੀ ਜਿਹਦੇ ਪਰਚਾ ਹੋਇਆ ਕਲੇਰ ਔਰ ਸੰਘੇੜਾ ਸਾਹਿਬ ਥੋੜਾ ਜਿਹਾ ਵੇਟ ਕਰੋ ਸਰ ਪਲੀਜ਼। ਮੈਂ ਸੋਢੀ ਸਾਹਿਬ ਦਾ ਰੁਕ ਕਰਦਾ ਇੱਕ ਵਾਰੀ, ਫਿਰ ਤੁਸੀਂ ਜਵਾਬ ਦੇ ਲਿਓ ਸਰ। ਗੱਲ ਕਿਉਂ ਨਹੀਂ ਸੁਣਦੇ? ਠੀਕ ਹੈ ਸੰਘੇੜਾ ਸਾਹਿਬ, ਇਕੱਠੇ ਜਵਾਬ ਦੇ ਦਿਓ। ਮੈਂ ਉਹੀ ਕਹਿ ਰਿਹਾ ਕਿ 3 4 5 ਪੁਆਇੰਟ ਹੋ ਜਾਂਦੇ ਨੇ, ਫਿਰ ਕਿਤੇ ਨਾ ਕਿਤੇ ਪੁਆਇੰਟ ਆਪਸ ਚ ਉਲਝੇ ਰਹਿੰਦੇ ਨੇ, ਇਸ ਕਰਕੇ ਸ਼ਾਇਦ ਉਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਮੈਂ ਸੋਢੀ ਸਾਹਿਬ ਦਾ ਰੁਕ ਕਰ ਲਵਾਂ। ਸੋਢੀ ਸਾਹਿਬ, ਬਹੁਤ ਸਾਰੇ ਤਰਕ ਦਿੱਤੇ ਜਾ ਰਹੇ ਨੇ, ਹਾਲਾਂਕਿ ਤੁਹਾਡੇ ਵਿਰੋਧ ਕਰਨ ਦਾ ਤਰੀਕਾ ਆਮ ਆਦਮੀ ਪਾਰਟੀ ਨੂੰ ਠੀਕ ਲੱਗ ਰਿਹਾ ਕਿ ਹਾਂ ਕਿ ਵਿਰੋਧ ਕਰੋ, ਜਿਹੜੀ ਗੱਲ ਗਲਤ ਹੈ ਉਸ ਦੇ ਉੱਪਰ ਗਲਤ ਕਹੋ। ਪਰ ਪੁਆਇੰਟ ਇਹ ਹੈ, ਤੁਸੀਂ ਪੈਮਾਨੇ ਵਾਲਾ ਜ਼ਿਕਰ ਕਰ ਰਹੇ ਹੋ, ਪਰ ਜੇਕਰ ਕੋਈ ਹਥਿਆਰਾਂ ਦੇ ਨਾਲ ਫੋਟੋਆਂ ਪਾ ਰਿਹਾ ਹੈ ਤਾਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹਾ ਜਾ ਰਿਹਾ ਹੈ? ਇਹ ਲੋਕਾਂ ਨੂੰ ਵੀ ਧਿਆਨ ਰੱਖਣਾ ਹੋਏਗਾ ਨਾ ਕਿ ਜੇਕਰ ਉਹਨਾਂ ਦੇ ਬੱਚਿਆਂ ਦੀ ਹਥਿਆਰਾਂ ਦੇ ਨਾਲ ਤਸਵੀਰਾਂ ਨੇ ਤਾਂ ਉਹ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਰਾਹ ਤੋਂ ਭਟਕਾ ਰਹੇ ਨੇ। ਦੇਖੋ ਗੌਰਵ ਜੀ, ਇਹਦੇ ਵਿੱਚ ਦੋ ਗੱਲਾਂ ਨੇ। ਪਹਿਲੀ ਗੱਲ ਤਾਂ ਜਿਹੜੇ ਹਥਿਆਰਾਂ ਦੀਆਂ ਫੋਟੋਆਂ ਦੀ ਗੱਲ ਹੈ ਕਿ ਕਿਸੇ ਹਥਿਆਰ ਬਣੇ ਨੂੰ 20 ਸਾਲ ਹੋ ਗਏ ਨੇ, ਕਿਸੇ ਨੂੰ 20 ਮਹੀਨੇ ਵੀ ਹੋ ਗਏ ਤੇ ਕਿਸੇ ਨੂੰ 20 ਦਿਨ ਵੀ ਹੋ ਗਏ ਨੇ। ਬਹੁਤ ਸਾਰੇ ਲੋਕਾਂ ਨੇ ਬੜੇ ਸ਼ੌਂਕ ਦੇ ਨਾਲ ਆਪਣੀਆਂ ਫੋਟੋਆਂ ਹਥਿਆਰਾਂ ਦੇ ਨਾਲ ਪਾਈਆਂ, ਔਰ ਜਿਹੜੇ ਬੰਦੇ ਕੋਲੇ ਅਸਲਾ ਲਾਇਸੈਂਸ ਕਾਨੂੰਨ ਦੇ ਨਾਲ ਜਿਹੜਾ ਬਣਿਆ ਉਹ ਆਪਦੇ ਕੋਲੇ ਅਸਲਾ ਰੱਖਣ ਦਾ ਹੱਕਦਾਰ ਵੀ ਹੈ। ਆਪਣੀ ਫੋਟੋ ਉਹਨੇ ਪਾਈ ਹੋਊਗੀ ਤੇ ਪਾ ਵੀ ਸਕਦਾ ਹੈ। ਲੇਕਿਨ ਜੇ ਇਸ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਅਸੀਂ ਕਿਸੇ ਨੂੰ ਪੋਸਟ ਨਹੀਂ ਪਾਉਣ ਦੇਣੀ ਜਾਂ ਅਸੀਂ ਹਥਿਆਰ ਦੇ ਨਾਲ ਕਿਸੇ ਨੂੰ ਫੋਟੋ ਖਿਚਵਾ ਕੇ ਅਸੀਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਨ ਦੇਣੀ, ਮੈਂ ਸਮਝਦਾ ਕਿ ਚਲੋ ਮੰਨ ਲੈਂਦੇ ਆ ਕਿ ਜੇ ਹਥਿਆਰ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇਸ ਲਈ ਪ੍ਰਮੋਟ ਕਰਾਂਗੇ, ਮੈਂ ਕਹਿਣਾ ਬਹੁਤ ਮਾੜੀ ਗੱਲ ਹੈ ਜੀ। ਕਿਉਂਕਿ ਸਾਨੂੰ ਸਾਡੇ ਬੱਚਿਆਂ ਨੂੰ ਹਥਿਆਰ ਨਹੀਂ ਫੜਾਉਣੇ ਚਾਹੀਦੇ। ਸਾਡੇ ਬੱਚਿਆਂ ਨੂੰ ਹੁਨਰ ਤੇ ਕਿਤਾਬਾਂ ਦਾ ਗਿਆਨ ਦੇਣਾ ਚਾਹੀਦਾ, ਨਾ ਕਿ ਹਥਿਆਰਾਂ ਦਾ ਦੇਣਾ ਚਾਹੀਦਾ। ਲੇਕਿਨ ਸਰਕਾਰ ਦਾ ਕੋਈ ਫੰਡਾ ਹੁੰਦਾ ਹੈ, ਸਰਕਾਰ ਦਾ ਕੋਈ ਲੋਕਾਂ ਦੇ ਨਾਲ ਮਿਲ ਕੇ ਲੋਕਾਂ ਨੂੰ ਅਪੀਲ ਕਰਕੇ ਉਹ ਸਹਿਯੋਗ ਲੈਣ ਦੀ ਜ਼ਰੂਰਤ ਹੁੰਦੀ ਹੈ। ਲੇਕਿਨ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਦਾ ਕੋਈ ਵੀ ਤੁਸੀਂ ਫੈਸਲਾ ਲੈ ਲਓ, ਕਿਸੇ ਵੀ ਫੈਸਲੇ ਤੋਂ ਜਿੱਦਾਂ ਦੀ ਸ਼ੁਰੂਆਤ ਹੋਈ ਹੈ ਇਹਨਾਂ ਦਾ ਫੈਸਲਾ ਸਿਰੇ ਨਹੀਂ ਚੜਿਆ। ਹਜੇ ਤਾਂ ਇਸ ਦੇ ਉੱਤੇ ਸ਼ੁਰੂਆਤ ਹੀ ਹੋਈ ਹੈ ਤੇ ਸ਼ੁਰੂਆਤ ਦੇ ਵਿੱਚ ਜਿਹੜੀਆਂ ਗੱਲਾਂ ਨਹੀਂ, ਮਤਲਬ ਸੋਢੀ ਸਾਹਿਬ ਤੁਹਾਨੂੰ ਫੈਸਲਾ ਪਸੰਦ ਹੈ, ਬਸ ਤੁਹਾਨੂੰ ਇਹ ਲੱਗ ਰਿਹਾ ਕਿ 15-20 ਦਿਨ ਲੋਕਾਂ ਨੂੰ ਦੇ ਦਿੰਦੇ ਕਿ ਤੁਸੀਂ ਆਪਣੀਆਂ ਤਸਵੀਰਾਂ ਜਿਹੜੀਆਂ ਅਪਲੋਡ ਕੀਤੀਆਂ ਸੀ ਡਿਲੀਟ ਕਰ ਲਓ, ਤੁਹਾਨੂੰ ਲੱਗਦਾ ਕਿ ਬਾਕੀ ਕੋਈ ਦਿੱਕਤ ਨਹੀਂ? ਗੌਰਵ ਜੀ, ਮੈਂ ਕਹਿਣਾ ਹੈ ਕਿ ਸਾਡੇ ਜਿਹੜੇ ਨੌਜਵਾਨ ਹੈ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਨਾ ਹੋਣ। ਮੈਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਵੀ ਕਹਿਣਾ ਕਿ ਅੱਜ ਜੇ ਪੰਜਾਬ ਦੇ ਵਿੱਚ ਹਫੜਾ ਦਫੜੀ ਮੱਚੀ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਲੋੜ ਹੈ। ਸਾਡੇ ਨੌਜਵਾਨ ਸਿੱਧੇ ਰਸਤੇ ਤੇ ਪੈਣ, ਵਿਹਲੇ ਨਾ ਹੋਣ, ਉਹ ਇਹਨਾਂ ਗੱਲਾਂ ਵੱਲ ਜਾਣ ਨਾ। ਲੇਕਿਨ ਮੇਰਾ ਕਹਿਣਾ ਇਹ ਹੈ ਕਿ ਲੋਕਾਂ ਦਾ ਸਹਿਯੋਗ ਲੈਣਾ ਜ਼ਰੂਰੀ ਹੈ, ਔਰ ਇਹਦੇ ਲਈ ਜੇ ਕੋਈ ਮਹੀਨਾ 2 ਮਹੀਨੇ ਲੋਕਾਂ ਨੂੰ ਡੈਡਲਾਈਨ ਦਿੱਤੀ ਵੀ ਜਾ ਸਕਦੀ ਹੈ, ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹੈ। ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ 20 ਸਾਲ ਵੀ ਹੋ ਗਏ ਕਿਸੇ ਅਸਲੇ ਬਣੇ ਨੂੰ, 20 ਮਹੀਨੇ ਵੀ ਹੋ ਸਕਦੇ ਆ, 20 ਦਿਨ ਵੀ ਹੋ ਸਕਦੇ ਆ। ਤਾਂ ਅੱਜ ਜਿਹੜਾ ਇਹਨਾਂ ਨੇ ਇਹ ਕਲਚਰ ਸ਼ੁਰੂ ਕੀਤਾ ਹੈ, ਇਹਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਬਹੁਤ ਬੈਕਫੁੱਟ ਤੇ ਜਾਊਗੀ, ਕਿਉਂਕਿ ਇਹਦੇ ਵਿੱਚ ਲੋਕਾਂ ਦਾ ਸਹਿਯੋਗ ਨਹੀਂ ਮਿਲਣਾ ਜੀ। ਠੀਕ ਹੈ, ਮੈਂ ਜਵਾਬ ਲੈ ਲਵਾਂ ਸੰਘੇੜਾ ਸਾਹਿਬ, ਜਵਾਬ ਦਿਓ। ਤੇ ਦੂਜਾ ਪੁਆਇੰਟ ਇਹ ਵੀ ਹੈ ਕਿ ਤੁਸੀਂ ਪੁਰਾਣੀਆਂ ਫੋਟੋਆਂ ਦਾ ਇਸ ਸਮੇਂ ਜ਼ਿਕਰ ਕਰ ਰਹੇ ਹੋ, ਉਹਨਾਂ ਨੂੰ ਡਿਲੀਟ ਕਰਵਾ ਲਵੋਗੇ। ਪਰ ਦੇਖੋ ਪੰਜਾਬੀ ਸਿੰਗਰਸ ਨੇ ਜਿਹੜੇ ਗਾਣੇ ਗਾ ਦਿੱਤੇ ਅੱਜ ਤੋਂ 15-15 ਸਾਲ ਪਹਿਲਾਂ ਵੀ ਗਾਏ ਨੇ, ਉਹ ਵੀ YouTube ਤੇ ਅਵੇਲੇਬਲ ਨੇ। ਉਹਨਾਂ ਦੇ ਲਈ ਕੀ ਹੋਏਗਾ? ਕੱਲਾ ਕੱਲਾ ਗਾਣਾ ਯਾਦ ਹੁੰਦਾ ਬੱਚਿਆਂ ਨੂੰ। ਤੁਸੀਂ 15-16 ਸਾਲ ਦੇ ਕਿਸੇ ਜਵਾਕ ਨੂੰ ਗਾਣੇ ਸੁਣ ਕੇ ਦੇਖ ਲਓ, ਉਹਨਾਂ ਨੂੰ ਹਥਿਆਰਾਂ ਵਾਲੇ ਸਭ ਗਾਣੇ ਯਾਦ ਨੇ, ਔਰ ਉਹਨਾਂ ਨੂੰ ਇਹ ਵੀ ਪਤਾ ਕਿ ਕਿਹੜਾ ਹਥਿਆਰ ਨੂੰ ਕੀ ਕਹਿੰਦੇ ਆ, ਗਲੌਕ ਕਿਹਨੂੰ ਕਹਿੰਦੇ ਨੇ,
ਕਿਹੜੀ ਦੁਨਾਲੀ ਹੈ, ਕਿਹੜੀ 12 ਬੋਰ ਦੀ ਹੈ, ਕਿਹੜਾ 315 ਹੈ, ਸਭ ਕੁਝ ਪਤਾ ਉਹਨਾਂ ਨੂੰ। ਉਸ ਦੇ ਲਈ ਵੀ ਕੋਈ ਗਾਈਡਲਾਈਨਸ ਹੋਣੀਆਂ ਚਾਹੀਦੀਆਂ। ਨਹੀਂ ਗੌਰਵ ਸ਼ੁਕਲਾ ਜੀ, ਇੱਕ ਰੁਝਾਨ ਪੈਦਾ ਕਰਨਾ ਹੁੰਦਾ ਆ। ਲਾਅ ਇਨਫੋਰਸਮੈਂਟ ਜਿਹੜੀ ਹੈ, ਜਿਹੜੀ ਵੀ ਚੀਜ਼ ਹਿਊਮਨ ਬੀਇੰਗ ਨਾਲ ਡਾਇਰੈਕਟਲੀ ਸੰਬੰਧਿਤ ਹੈ, ਉਹ 100% ਕਦੀ ਵੀ ਨਹੀਂ ਹੁੰਦੀ ਹੈਗੀ। ਉਹ ਸਟੈਟਿਸਟਿਕਸ ਦੇ ਹਿਸਾਬ ਨਾਲ ਆਪਾਂ ਕਹਿ ਸਕਦੇ ਹੁੰਦੇ ਆ ਵੀ ਟਰਾਈ ਟੂ ਰੀਚ ਦਾ ਮੈਕਸਿਮਮ ਟੁਵਾਰਡਸ 100%, ਇਟ ਸ਼ੁੱਡ ਬੀ ਨੀਅਰ 90%, ਇਟ ਸ਼ੁੱਡ ਬੀ ਨੀਅਰ 100%, ਬਟ ਇਟ ਕੈਨ ਨੈਵਰ ਬੀ 100%। ਇਹ ਬੁੱਕਸ ਵਿੱਚ ਲਿਖਿਆ ਹੋਇਆ, ਦਿਸ ਇਜ਼ ਅ ਰਿਐਲਿਟੀ। ਬਿਲਕੁਲ ਜਿੱਥੇ ਵੀ ਹਿਊਮਨ ਬੀਇੰਗਸ ਆ, ਈਵਨ ਟ੍ਰੈਫਿਕ ਲਾਜ਼ ਵੀ ਜਿਹੜੇ ਆ ਅਮਰੀਕਾ 'ਚ ਬਹੁਤ ਵਧੀਆ ਇਨਫੋਰਸਮੈਂਟ ਹੈ, ਉੱਥੇ ਵੀ ਵੈਰੀ ਹਾਈ ਲੈਵਲ ਆਫ ਇਨਫੋਰਸਮੈਂਟ, ਪਰ 100% ਇਨਫੋਰਸਮੈਂਟ ਨਹੀਂ ਹੈ। ਔਰ ਜਦੋਂ ਉਹ ਲੈਵਲ ਆ ਜਾਏਗਾ ਨਾ, ਜੇ ਕੋਈ ਗਾਣੇ ਗੁਣਗੁਣਾਉਂਦੇ ਵੀ ਆ, ਪੁਰਾਣੇ ਹਥਿਆਰਾਂ ਦੇ ਗਾਣੇ ਵੀ ਜਾਂ ਹੋ ਵੀ, ਉਹ ਉਹਨੇ ਲਿਥਲ ਨਹੀਂ ਹੋਣਗੇ। ਜੋ ਹੁਣ ਹਥਿਆਰਾਂ ਦਾ ਪ੍ਰਦਰਸ਼ਨ ਜਾਂ ਹਥਿਆਰਾਂ ਦਾ ਪ੍ਰਚਾਰ ਜਾਂ ਜਿਸ ਲੈਵਲ ਤੱਕ ਚਲੀ ਗਈ ਆ, ਉਹ ਜਿੱਦਾਂ ਆਪਾਂ ਕੋਈ ਚੀਜ਼ਾਂ 'ਚ ਕਰਦੇ ਨਹੀਂ ਕਿ ਭੜਕਾਊ ਭਾਸ਼ਣ, ਕਿ ਇਹਦੇ ਨਾਲ ਲੋਕਾਂ ਦਾ ਖੂਨ ਖੋਲਣ ਲੱਗ ਗਿਆ। ਮੈਂ ਠੀਕ ਹੈ, ਮੈਂ ਸੰਘੇੜਾ ਸਾਹਿਬ ਤੁਹਾਡੀ ਗੱਲ ਤੋਂ ਲੱਗ ਗਈਆਂ। ਠੀਕ, ਮੈਂ ਤੁਹਾਡੀ ਗੱਲ ਤੋਂ ਇੱਕ ਚੀਜ਼ ਸਮਝ ਰਿਹਾ। ਤੁਸੀਂ ਕਹਿ ਰਹੇ ਹੋ ਕਿ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਹਥਿਆਰਾਂ ਨੂੰ ਪ੍ਰਮੋਟ ਨਾ ਕਰੋ, ਉਹ ਚਾਹੇ ਪਰਚਿਆਂ ਦੇ ਜ਼ਰੀਏ ਹੋਵੇ ਜਾਂ ਫਿਰ ਗਾਣਿਆਂ ਬਦਲਣ ਦੀ ਦੇ ਵਿੱਚ ਨਾ ਹੋਵੇ, ਉਸ ਦੇ ਜ਼ਰੀਏ ਰਿਟਾਰਡੇਸ਼ਨ ਹੋਵੇ। ਇਹ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੀ ਐਕਸਲਰੇਸ਼ਨ ਹੋ ਰਹੀ ਆ, ਉਹਨੂੰ ਰਿਟਾਰਡੇਸ਼ਨ ਵੱਲ ਅਸੀਂ ਕਰਨਾ ਚਾਹੁੰਦੇ ਆ, ਉਹ ਸਪੀਡ ਘਟਾਉਣਾ ਚਾਹੁੰਦੇ ਆ, ਤਾਂ ਕਿ ਤੁਹਾਡਾ ਪੁਆਇੰਟ ਵੈਲਿਡ ਹੈ। ਪਰ ਮੇਰਾ ਇੱਕ ਹੋਰ ਸਵਾਲ ਹੈ ਸਰ, ਮੈਂ ਪਹਿਲਾਂ ਇੱਕ ਵਾਰੀ ਖੜਿਆਲ ਸਾਹਿਬ ਔਰ ਕਲੇਰ ਜੀ ਦਾ ਰੁਖ ਕਰ ਲਵਾਂ, ਮੈਂ ਤੁਹਾਡੇ ਕੋਲ ਆਉਣਾ। ਦੇਖੋ, ਪਰਮੀਸ਼ ਵਰਮਾ ਨੇ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ, ਵੱਡੇ ਸਿੰਗਰ ਨੇ ਪੰਜਾਬ ਦੇ, ਤੇ ਉਹਨਾਂ ਨੇ ਇੱਕ ਗੱਲ ਕਹੀ ਕਿ ਤੁਸੀਂ ਪੰਜਾਬੀ ਸਿੰਗਰਾਂ ਨੂੰ ਕਹਿ ਰਹੇ ਹੋ ਕਿ ਇਹ ਨਾ ਕਰੋ। ਕੋਈ ਸਾਊਥ ਦੀ ਮੂਵੀ ਰਿਲੀਜ਼ ਹੋ ਗਈ, ਬਾਲੀਵੁੱਡ ਦੀ ਮੂਵੀ ਰਿਲੀਜ਼ ਹੋ ਗਈ, ਉਸ ਨੂੰ ਕਿਵੇਂ ਰੋਕੋਗੇ? ਤੁਸੀਂ ਨੈਟਫਲਿਕਸ ਤੇ ਕੁਝ ਆ ਗਿਆ, ਪ੍ਰਾਈਮ ਤੇ ਕੁਝ ਆ ਗਿਆ, ਉਸ ਨੂੰ ਕਿਵੇਂ ਰੋਕੋਗੇ? ਇੱਕ ਬਹੁਤ ਵੱਡਾ ਚੈਲੰਜ ਹੈ, ਬੱਚਿਆਂ ਨੇ ਉੱਥੇ ਵੀ ਪਹੁੰਚ ਜਾਣਾ। ਇਨਫੈਕਟ ਮੈਂ ਸਾਊਥ ਜਾਂ ਬਾਲੀਵੁੱਡ ਦਾ ਜ਼ਿਕਰ ਕਰਾਂ, ਹਾਲੀਵੁੱਡ ਦੀਆਂ ਪਤਾ ਨਹੀਂ ਕਿਹੜੀਆਂ ਤੁਹਾਨੂੰ ਉੱਥੇ ਜਿਹੜੀਆਂ ਵੈਬ ਸੀਰੀਜ਼ ਮਿਲ ਜਾਣਗੀਆਂ, ਕਿਹੋ ਜਿਹੇ ਹਥਿਆਰਾਂ ਦਾ ਉੱਥੇ ਇਸਤੇਮਾਲ ਕੀਤਾ ਜਾਂਦਾ ਹੈ। ਕਲੇਰ ਸਾਹਿਬ, ਤੁਹਾਨੂੰ ਲੱਗ ਰਿਹਾ ਕਿ ਸਟਰੋਂਗ ਮੈਸੇਜ ਜਾਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ ਸਰਕਾਰ, ਉਸ ਵਾਲੇ ਪਾਸੇ ਕਦਮ ਹੈ? ਸੰਘੇੜਾ ਸਾਹਿਬ, ਮੈਂ ਆ ਰਿਹਾ ਤੁਹਾਡੇ। ਜਿਹੜਾ ਦਿੱਲੀ ਦੇ ਵਿੱਚ ਮਰਡਰ ਹੋਇਆ ਜੀ, ਉਹ ਬੰਦੇ ਨੇ ਜਿਹੜਾ ਅਕਿਊਜ਼ਡ ਹੈ, ਉਹਨੇ ਕਿੱਥੋਂ ਇਨਸਪੀਰੇਸ਼ਨ ਲਈ? ਉਹਨੇ ਨੈਟਫਲਿਕਸ ਤੇ ਵੈਬ ਸੀਰੀਜ਼ ਦੇਖੀ ਹੈ। ਬਿਲਕੁਲ। ਇਹ ਜਿਹੜੇ ਸਿੰਗਰਾਂ ਦੇ ਗਾਣੇ ਬੈਨ ਕਰਨੇ, ਇਹ 10 ਸਾਲ ਦੇ ਬੱਚਿਆਂ ਤੇ ਪਰਚਾ ਦੇਣਾ, ਕੀ ਇਹ ਇਸ ਮਸਲੇ ਦਾ ਹੱਲ ਹੈ? ਨਹੀਂ, ਪਰ ਦੇਖੋ ਇੱਕ ਹੋਰ ਚੀਜ਼ ਹੈ, ਤੁਸੀਂ 10 ਸਾਲ ਵਾਲੇ ਤੇ ਮੁੜ ਕੇ ਆ ਰਹੇ ਹੋ। ਉਹ ਕਿਹਾ ਜਾਂਦਾ ਨਾ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਕਿ ਆਪਾਂ ਕੁਝ ਵੀ ਨਾ ਕਰੀਏ, ਉਹਦੇ ਨਾਲ ਕੁਝ ਤਾਂ ਕਰ ਰਹੇ ਹਾਂ। ਚਲੋ 10 ਸਾਲ ਵਾਲੇ ਬੱਚੇ ਨੂੰ ਛੱਡ ਦਿਓ, ਜਿਹੜੇ ਹੋਰ ਹਜ਼ਾਰਾਂ ਨੌਜਵਾਨਾਂ ਤੇ ਪਰਚੇ ਦਿੱਤੇ ਨੇ, ਸੰਘੇੜਾ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ ਕਿ 2015-16 ਦੀ ਪੋਸਟ ਤੇ ਅੱਜ ਪੰਜਾਬ ਸਰਕਾਰ 8 ਸਾਲ ਬਾਅਦ ਪਰਚਾ ਦੇ ਰਹੀ ਹੈ, ਇਹਦੀ ਰੈਲੇਵੈਂਸ ਕੀ ਹੈ? ਤੁਸੀਂ ਜਾਗ੍ਰਿਤੀ ਕੋਈ ਕੀਤੀ ਨਹੀਂ, ਐਜੂਕੇਟ ਕੀਤਾ ਨਹੀਂ, ਕਾਉਂਸਲਿੰਗ ਕੀਤੀ ਨਹੀਂ, ਤੁਸੀਂ ਕੋਈ ਡੈਡਲਾਈਨ ਦਿੱਤੀ ਨਹੀਂ, ਬੱਚਿਆਂ ਨੂੰ ਸਮਝਾਇਆ ਨਹੀਂ। ਤੁਹਾਡੀ ਪੁਲਿਸ ਇੱਕ ਦਿਨ ਸਵੇਰੇ ਉੱਠੀ, ਘਰਾਂ 'ਚ ਛਾਪੇ ਮਾਰਨ ਲੱਗੀ, ਰਿਕਾਰਡ ਕੱਢ ਕੇ YouTube ਤੋਂ, Facebook ਤੋਂ, Instagram ਤੋਂ, ਤੇ ਪਰਚੇ ਦੇਣੇ ਸ਼ੁਰੂ ਕਰਤੇ। ਕੀ ਇਹ ਪ੍ਰੋਸੀਜਰ ਹੈ ਤੁਹਾਡਾ? ਇਸ ਤਰੀਕੇ ਨਾਲ ਸਰਕਾਰ ਚੱਲਦੀ ਹੈ? ਅਸਲ ਦੇ ਵਿੱਚ ਗੌਰਵ ਜੀ, ਇਹਨਾਂ ਦੀ ਕੋਈ ਪਾਲਿਸੀ ਹੈ ਨਹੀਂ। ਮੁੱਖ ਮੰਤਰੀ ਸਾਹਿਬ ਨੂੰ ਗੁਜਰਾਤ ਤੋਂ, ਹਿਮਾਚਲ ਤੋਂ ਵੇਲ ਹੈ ਨਹੀਂ, ਉਰੇ ਪਤਾ ਹੀ ਨਹੀਂ ਵਾਲੀ ਵਾਰਸ ਕੌਣ ਹੈ। ਸਾਰੇ ਮੰਤਰੀ ਇਹਨਾਂ ਦੇ ਉੱਤੇ ਮਤਲਬ ਗੱਲ ਇਹ ਹੈ, ਮੈਂ ਫੇਰ ਉਸੇ ਪੁਆਇੰਟ ਤੇ ਆ ਰਿਹਾ ਹਾਂ ਕਲੇਰ ਸਾਹਿਬ, ਸਰਕਾਰ ਦੇ ਵਿੱਚ ਤਾਲਮੇਲ ਦੀ ਕਮੀ ਹੈ, ਜਿਹਦਾ ਇੱਕ ਇਹਨਾਂ ਨੇ ਉੱਪਰੋਂ ਦੱਸਤਾ। ਮੈਨੂੰ ਲੱਗਦਾ ਗੁਜਰਾਤ ਤੋਂ ਹੀ ਮੈਸੇਜ ਕਰਤਾ ਹੋਣਾ ਕਿ ਐਂ ਕਰਕੇ ਸ਼ੁਰੂ ਕਰ ਦਿਓ ਜੀ, ਨਵੀਂ ਪਾਲਿਸੀ ਹੈ। ਨੀਚੇ ਪੁਲਿਸ ਨੇ ਫਟਾਫਟ ਪਾਲਿਸੀ ਸ਼ੁਰੂ ਕਰਤੀ, ਮੁੱਖ ਮੰਤਰੀ ਸਾਹਿਬ ਦਾ ਆ ਗਿਆ। ਇਹ ਸੋਚਿਆ ਹੀ ਨਹੀਂ ਕਿ ਇਹਦੇ ਅੱਗੇ ਰੈਸੀਪ੍ਰੋਕੇਸ਼ਨਸ ਕੀ ਨਿਕਲਣਗੇ। ਬਹੁਤ ਛੋਟੀ ਗੱਲ ਤੇ ਆ ਰਹੇ ਨੇ ਸੰਘੇੜਾ ਸਾਹਿਬ, ਬਹੁਤ ਛੋਟੀਆਂ ਗੱਲਾਂ ਕਰ ਰਹੇ ਨੇ ਜੀ। ਇੱਕ ਪਰਚਾ ਹੋ ਗਿਆ ਜੀ, ਅਸੀਂ ਕੈਂਸਲ ਕਰ ਦਾਂਗੇ। ਤੁਸੀਂ ਲਾਰਜਰ ਪਿਕਚਰ ਕਿਉਂ ਨਹੀਂ ਦੇਖਣ ਦੀ ਕੋਸ਼ਿਸ਼ ਕਰ ਰਹੇ? ਜਿਹੜੇ ਨੌਜਵਾਨ ਤੇ ਤੁਸੀਂ ਅੱਜ 7-8 ਸਾਲ ਪੁਰਾਣੀ ਫੋਟੋ ਤੇ ਵੀ ਪਰਚਾ ਕਰ ਰਹੇ ਹੋ, ਤੁਸੀਂ ਉਹਦਾ ਫਿਊਚਰ ਖਤਮ ਕਰਤਾ, ਉਹਨੂੰ ਨੌਕਰੀ ਤੇ ਵੱਲੋਂ ਰੋਕਤਾ, ਉਹਨੂੰ ਵੀਜ਼ੇ ਵੱਲੋਂ ਰੋਕਤਾ, ਪਾਸਪੋਰਟ ਤੱਕ ਨਹੀਂ ਬਣਦੇ। ਉਰੇ ਜਾ ਕੇ ਲਾਈਨਾਂ ਦੇਖੋ ਮੈਨੂੰ ਵਿਚਾਲੇ ਰੋਕਣਾ ਪਏਗਾ। ਮੈਂ ਸੰਘੇੜਾ ਦੇਖੋ ਕਲੇਰ ਸਾਹਿਬ, ਗੱਲ ਇਹ ਪਰਚਿਆਂ ਤੇ ਚਰਚਾ ਤੁਹਾਡੇ ਸਮੇਂ ਦੇ ਵਿੱਚ ਵੀ ਬਹੁਤ ਹੋਈ ਹੈ। ਮੈਨੂੰ ਕਹਿਣਾ ਪੈ ਰਿਹਾ ਕਿਉਂਕਿ ਦਰਸ਼ਕ ਵੀ ਕਹਿ ਰਹੇ ਹੋਣਗੇ ਕਿ ਅਕਾਲੀ ਕਾਂਗਰਸ ਨੇ ਕਮਿਸ਼ਨ ਬਣਾ ਦਿੱਤਾ ਸੀ ਕਿ ਤੁਹਾਡੇ ਸਮੇਂ ਜਿਹੜੇ ਪਰਚੇ ਹੋਏ ਨੇ ਉਹ ਰੱਦ ਕਰਨ ਵਾਸਤੇ ਆ, ਉਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਸ ਨੂੰ ਰਿਵਿਊ ਕਰਨ ਵਾਸਤੇ। ਗੌਰਵ ਜੀ, ਸ਼ਾਇਦ ਤੁਹਾਨੂੰ ਨਹੀਂ ਪਤਾ ਉਸ ਕਮਿਸ਼ਨ ਦੀ ਜੀ ਤੁਸੀਂ ਗੱਲ ਕਰਦੇ ਹੋ, ਇੱਕ ਵੀ ਰਿਕਮੈਂਡੇਸ਼ਨ ਕਿਸੇ ਕੋਰਟ ਨੇ ਐਕਸੈਪਟ ਨਹੀਂ ਕੀਤੀ। ਇੱਕ ਵੀ ਰਿਕਮੈਂਡੇਸ਼ਨ ਚਰਚੇ ਦਾ ਸੀ ਨਾ ਸਰ ਤੁਹਾਡੇ ਦੋ ਸਮੇਂ ਪਰਚਿਆਂ ਨੂੰ ਲੈ ਕੇ। ਜੇ ਤੁਸੀਂ ਪੋਲਿਟਿਕਸ ਦੇ ਤਹਿਤ ਇੱਕ ਕਮਿਸ਼ਨ ਬਣਾ ਦੋਗੇ, ਕਹੋਗੇ ਜੀ ਝੂਠੇ ਪਰਚੇ ਹੋ ਗਏ, ਅਸੀਂ ਕੈਨਸਲ ਕਰ ਰਹੇ ਹਾਂ, ਮੈਂ ਦਾਅਵਾ ਕਰਦਾ ਇਸ ਚੈਨਲ ਦੇ ਉੱਤੇ ਇੱਕ ਵੀ ਪਰਚਾ ਕਿਸੇ ਵੀ ਕੋਰਟ ਨੇ ਖਾਰਜ ਨਹੀਂ ਕੀਤਾ ਉਹਦੀ ਰਿਕਮੈਂਡੇਸ਼ਨ ਤੇ। ਸੋ ਗੱਲ ਅੱਜ ਦੀ ਕੀ ਹੈ, ਤੁਸੀਂ ਲਾਰਜਰ ਪਿਕਚਰ ਨੂੰ ਦੇਖੋ। ਸੰਘੇੜਾ ਸਾਹਿਬ, ਜਿਹੜਾ ਇਹ ਸਾਰੀਆਂ ਤੁਹਾਨੂੰ ਫੋਟੋਆਂ ਮਿਲਣਗੀਆਂ ਕਿਹਦੀਆਂ? ਨੌਜਵਾਨਾਂ ਦੀਆਂ। ਵੈਪਨ ਨਾਲ ਕੋਈ ਬਜ਼ੁਰਗ ਨੇ ਤਾਂ ਫੋਟੋ ਪਾਉਣੀ ਨਹੀਂ ਫੇਸਬੁੱਕ, ਇੰਸਟਾ ਤੇ। ਉਹ ਨੌਜਵਾਨਾਂ ਨੂੰ ਐਜੂਕੇਟ ਕਰਨ ਦੀ ਲੋੜ ਸੀ, ਕਾਉਂਸਲਿੰਗ ਕਰਨ ਦੀ ਲੋੜ ਸੀ, ਸਿੱਧੇ ਪਰਚੇ ਪਾ ਕੇ ਦਾਗੀ ਬਣਾਉਣ ਦੀ ਲੋੜ ਨਹੀਂ ਸੀ। ਚਲੋ ਠੀਕ ਹੈ, ਪਰ ਪੁਆਇੰਟ ਇਹ ਵੀ ਹੈ ਕਿ ਜੇ 6 ਸਾਲ ਪਹਿਲਾਂ ਇੱਕ
15 ਸਾਲ ਦੇ ਨੌਜਵਾਨ ਨੇ ਤਸਵੀਰ ਪਾਈ ਸੀ ਤਾਂ ਇਸ ਦਾ ਮਤਲਬ ਐਜੂਕੇਟ ਤਾਂ ਉਸ ਸਮੇਂ ਵੀ ਨਹੀਂ ਕੀਤਾ ਗਿਆ। ਖੜਿਆਲ ਸਾਹਿਬ ਦੇਖੋ ਪੁਆਇੰਟ ਇਹ ਹੈ ਕਿ ਪਰਚਿਆਂ ਦੀ ਚਰਚਾ ਹਮੇਸ਼ਾ ਹੁੰਦੀ ਹੈ ਜੀ। 11 ਸਾਲ ਦੇ ਨੌਜਵਾਨ ਨੇ 5 ਸਾਲ ਪਹਿਲਾਂ ਪੋਸਟ ਪਾਈ ਸੀ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡੀ ਸਰਕਾਰ ਸਮੇਂ ਜਾਂ ਕਾਂਗਰਸ ਦੇ ਸਰਕਾਰ ਸਮੇਂ, ਮੈਂ ਇਹ ਕਹਿ ਰਿਹਾ ਕਿ 11 ਸਾਲ ਦਾ ਬੱਚਾ ਜਾਂ 14 ਸਾਲ ਦਾ ਬੱਚਾ ਜਾਂ 15 ਸਾਲ ਦਾ ਬੱਚਾ ਜੇ ਕਿਸੇ ਨੇ 6 ਮਹੀਨੇ ਪਹਿਲਾਂ ਵੀ ਪਾਈ ਹੈ ਤੇ ਇਸ ਮਤਲਬ ਕਿ ਉਸ ਸਮੇਂ ਉਸ ਨੂੰ ਐਜੂਕੇਟ ਨਹੀਂ ਕੀਤਾ ਗਿਆ ਨਾ। ਐਜੂਕੇਟ ਦੀ ਗੱਲ ਹੀ ਨਹੀਂ ਹੋਈ, ਹਊਆ ਬਣਿਆ ਹੀ ਨਹੀਂ ਕਦੇ। ਲਾਅ ਐਂਡ ਆਰਡਰ ਇਹਨਾਂ ਦਾ ਫੇਲ ਹੋਇਆ, ਹਊਆ ਗੱਲ ਕਲਚਰ। ਖੜਿਆਲ ਸਾਹਿਬ ਗੌਰਵ ਜੀ ਪਹਿਲੀ ਗੱਲ ਤਾਂ ਮੇਰੇ ਕੋਲ ਬੜੇ ਟਾਈਮ ਬਾਅਦ ਆਇਆ, ਮੈਨੂੰ ਕਾਈਂਡਲੀ 1.5 ਮਿੰਟ ਦੇ ਦਿਓ। ਪਹਿਲਾਂ ਤੁਸੀਂ ਕਿਹਾ ਉਦੋਂ ਵੀ ਐਜੂਕੇਟ ਨਹੀਂ ਕੀਤਾ ਗਿਆ ਕਿ ਉਦੋਂ ਲਾਅ ਐਂਡ ਆਰਡਰ ਇੰਨਾ ਮਾੜਾ ਸੀ ਕਿ ਉਦੋਂ ਲਾਅ ਐਂਡ ਆਰਡਰ ਬ੍ਰੇਕਡਾਊਨ ਹੋਇਆ ਸੀਗਾ, ਕਿ ਲਾਅ ਐਂਡ ਆਰਡਰ ਪੰਜਾਬ ਦਾ ਚਰਮਰਾ ਗਿਆ ਸੀਗਾ, ਡੇਲੀ ਮਰਡਰਸ ਦੇਖਣ ਨੂੰ ਮਿਲਦੇ ਸੀਗੇ, ਬਹੁਤ ਪੀਸਫੁਲ ਸੀਗਾ। ਤੇ ਹਾਲਾਂਕਿ ਅਕਾਲੀ ਦਲ ਵੀ ਸਾਡੀ ਆਪੋਜ਼ਿਟ ਪਾਰਟੀ ਹੈ, ਕਿਸੇ ਸਰਕਾਰ ਕਿਸੇ ਪਾਰਟੀ ਦੇ ਟਾਈਮ 'ਚ ਇੰਨਾ ਮਾੜਾ ਲਾਅ ਐਂਡ ਆਰਡਰ ਦਾ ਹਾਲ ਨਹੀਂ ਹੋਇਆ। ਤੇ ਮੈਂ ਨਹੀਂ ਕਹਿ ਰਿਹਾ, ਇਹ ਦੇਸ਼ ਕਹਿ ਰਿਹਾ, ਦੇਸ਼ ਦੇ ਹੋਮ ਮਿਨਿਸਟਰ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਅਕਾਲੀ ਦਲ ਨੂੰ ਕਲੀਨ ਚਿਟ ਦੇ ਰਹੇ ਹੋ ਤੁਸੀਂ। ਅਕਾਲੀ ਦਲ ਨੂੰ ਤੁਸੀਂ ਬਹੁਤ ਸਾਰੇ ਸਵਾਲ ਚੁੱਕੇ ਨੇ ਲਾਅ ਐਂਡ ਆਰਡਰ ਨੂੰ ਲੈ ਕੇ, ਤੁਸੀਂ ਅਕਾਲੀ ਦਲ ਨੂੰ ਕਲੀਨ ਚਿਟ ਦੇ ਰਹੇ ਹੋ। ਮੇਰੀ ਇੱਕ ਸੈਕਿੰਡ ਕਾਈਂਡਲੀ, ਮੈਂ ਕਲੀਨ ਚਿਟ ਨਹੀਂ ਦੇ ਰਿਹਾ। ਮੈਂ ਕਿਹਾ ਇੰਨਾ ਮਾੜਾ ਲਾਅ ਐਂਡ ਆਰਡਰ ਕਦੇ ਕਿਸੇ ਦੀ ਸਰਕਾਰ 'ਚ ਨਹੀਂ ਹੋਇਆ। ਇਨਸੀਡੈਂਟਸ ਹੋਏ ਲੇਕਿਨ ਐ ਚਰਮਰਾਇਆ ਕਦੇ ਵੀ ਨਹੀਂ ਕਿਸੇ ਦੇ ਟਾਈਮ 'ਚ ਨਹੀਂ। ਦੂਜੀ ਗੱਲ ਦੇਖੋ 10 ਸਾਲ ਦੇ ਬੱਚੇ ਤੇ ਤਾਂ ਪਰਚਾ ਹੋ ਗਿਆ, ਲੇਕਿਨ ਜਿਹੜੇ ਅਸਲ ਮੁਲਜ਼ਮ ਨੇ, ਰੀਅਲ ਕਲਪ੍ਰਿਟਸ ਨੇ, ਉਹ ਫੜੇ ਗਏ ਹੈ। ਕਿੰਨੇ ਮਰਡਰਸ ਹੋਏ, ਕਿੰਨੇ ਬੰਦੇ ਭੱਜ ਗਏ, ਉਹ ਨਹੀਂ ਫੜੇ ਗਏ। ਤੇ ਜਿਹੜੇ ਮਾੜੇ ਮੋਟੇ ਫੜੇ ਗਏ ਹੈ ਨਾ, ਉਹ ਦਿੱਲੀ ਪੁਲਿਸ ਨੇ ਫੜ ਕੇ ਦਿੱਤੇ ਹੈ। ਇਹ ਹੈ ਆਮ ਆਦਮੀ ਪਾਰਟੀ ਦਾ ਮਾਡਲ ਆਫ ਗਵਰਨੈਂਸ। ਦੂਜੀ ਗੱਲ, ਇੱਥੇ ਕੋਈ ਪੰਜਾਬ 'ਚ ਹੁਣ ਸੇਫ ਆਪਦੇ ਆਪ ਨੂੰ ਮਹਿਸੂਸ ਕਰ ਨਹੀਂ ਰਿਹਾ। ਤੇ ਜੇ ਬੰਦਾ ਲਾਇਸੈਂਸ ਵੈਪਨ ਆ ਕੇ ਆਪਦੇ ਪਰਿਵਾਰ ਦੀ ਰੱਖਿਆ ਕਰਨਾ ਚਾਹੁੰਦਾ ਹੈ ਤੇ ਸੁਪਰੀਮ ਕੋਰਟ ਕਹਿੰਦਾ ਹੈ ਵੀ ਰਾਈਟ ਟੂ ਸੈਲਫ ਡਿਫੈਂਸ ਇਜ਼ ਐਨ ਇੰਪੋਰਟੈਂਟ ਰਾਈਟ, ਤੇ ਆਮ ਆਦਮੀ ਪਾਰਟੀ ਕਿਵੇਂ ਰੋਕ ਸਕਦੀ ਉਹਨਾਂ ਨੂੰ? ਤੇ ਅੱਛਾ ਵੀਵੀਆਈਪੀ ਕੋਲ ਤਾਂ 10-10 ਗਨਮੈਨ ਹੋਣ, ਆਮ ਬੰਦਾ ਲਾਇਸੈਂਸ ਵੈਪਨ ਵੀ ਨਾ ਰੱਖੇ, ਇਹ ਕਿੱਥੋਂ ਦਾ ਇਨਸਾਫ ਹੈ ਜੀ? ਨੰਬਰ 3, ਇਹ ਕਹਿੰਦੇ ਸਾਡੀ ਪਹਿਲੀ ਗਲਤੀ ਹੈ ਜੀ, ਅਸੀਂ ਦੱਸੋ ਫਿਰ ਕੀ ਕਰੀਏ? ਫਿਰ ਕੀ ਹੋ ਗਿਆ? ਇਹ ਪਹਿਲੀ ਗਲਤੀ ਨਹੀਂ ਹੈ, ਬਹੁਤ ਗਲਤੀਆਂ ਹੋ ਗਈਆਂ, ਚੇਨ ਆਫ ਗਲਤੀਆਂ ਹੈ। ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰਾ ਕਰਨਾ, ਉਹਨੂੰ ਜਨਤਕ ਕਰਨਾ, ਉਹ ਬੰਦੇ ਨੇ ਜਿਹਨੇ ਜਨਤਕ ਕੀਤਾ ਉਹਦੇ ਐਕਸ਼ਨ ਨਾ ਲੈਣਾ। ਉਹ ਤੋਂ ਬਾਅਦ ਜਿਹੜੇ ਮੁਲਜ਼ਮ ਭੱਜਦੇ ਸੀਗੇ, ਜਿਹੜੇ ਫੜੇ ਗਏ ਸੀ ਟੀਨੂ ਵਰਗੇ, ਉਹ ਭੱਜੇ, ਜਿਹੜੇ ਬਾਕੀ ਹੈ ਉਹ ਫੜੇ ਨਹੀਂ ਗਏ। ਹੋਰ ਐਕਸਟ੍ਰਾਡੀਸ਼ਨ ਦੀ ਰਿਕੁਐਸਟ ਨਹੀਂ ਵਾਰ-ਵਾਰ ਪਈ, ਦਿੱਲੀ ਪੁਲਿਸ ਨੇ ਫੜ ਕੇ ਦਿੱਤੇ। ਇਹ ਗਲਤੀਆਂ ਦੀ ਤਾਂ ਲੜੀ ਲੱਗੀ ਹੋਈ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ। 6ਵਾਂ ਇੱਕ ਬੱਚੇ ਤੇ ਕਰ ਸਕਦੇ ਤੁਸੀਂ। ਮੈਂ ਲਾਸਟ ਚੀਜ਼ ਹੈ ਜੀ, ਇੱਕ ਕਸਟੋਡੀ, ਜੇ ਛੋਟਾ ਬੱਚਾ 6 ਸਾਲ ਦਾ, 7 ਸਾਲ ਦਾ, 10 ਸਾਲ ਦਾ ਹੈ, ਉਹਦੇ ਮਾਂ-ਬਾਪ ਦੀ ਰਿਸਪੌਂਸਿਬਿਲਿਟੀ ਹੈ। ਬੱਚੇ ਤੇ ਤਾਂ FIR ਬਣਦੀ ਨਹੀਂ। ਜੇ ਕਿਸੇ ਨੇ ਫੋਟੋ ਖਿੱਚ ਵੀ ਦਿੱਤੀ, ਜੇ ਉਹਨੂੰ ਫੜਾ ਵੀ ਦਿੱਤਾ ਕੋਈ ਟੋਏ, ਤੇ ਉਹ ਮਾਂ-ਬਾਪ ਦੀ ਗਲਤੀ ਹੈ, ਉਹਨਾਂ ਦੀ ਰਿਸਪੌਂਸਿਬਿਲਿਟੀ ਫਿਕਸ ਹੁੰਦੀ ਹੈ, ਬੱਚੇ ਦੀ ਹੋ ਨਹੀਂ ਸਕਦੀ। ਦੂਜਾ, ਰੈਟਰੋਸਪੈਕਟਿਵ ਮੈਨਰ ਦੇ ਵਿੱਚ FIR ਕਰ ਨਹੀਂ ਸਕਦੇ, ਕਾਨੂੰਨ ਇਹ ਚੱਲਦਾ ਹੀ ਨਹੀਂ ਹੈ। ਤੀਜਾ, ਆਮ ਆਦਮੀ ਪਾਰਟੀ ਨੇ ਆਪਦੇ MLAs ਦੇ ਖਿਲਾਫ ਜਿਨ੍ਹਾਂ ਦੀਆਂ ਫੋਟੋਜ਼ ਠੀਕ ਹੈ, ਚਲੋ ਮੈਂ ਜਵਾਬ ਲੈ ਲੋਡ ਕਰ ਰਿਹਾ, ਉਹਨਾਂ ਦੇ ਪਰਚਾ ਕਿਉਂ ਨਹੀਂ? ਤੇ ਲਾਸਟ ਚੀਜ਼ ਜੀ ਮੈਂ ਇਹਨਾਂ ਪੁੱਛਣਾ ਚਾਹਣਾ, ਠੀਕ ਹੈ, ਮੈਂ ਜਵਾਬ ਲੈ ਲਵਾਂ। ਗੱਲ ਕਰਦੇ ਸਾਰੇ ਸਿੰਗਰਸ ਤੇ ਪਰਚਾ ਦਿੱਤਾ, ਸਾਰੇ ਸਿੰਗਰਸ ਥੋੜਾ ਜਿਹਾ ਅਪਡੇਟ ਕਰ ਦਵਾਂ ਖੜਿਆਲ ਸਾਹਿਬ। ਜਿਹੜੇ ਫਿਲਮਾਂ ਚ ਐਕਟਰ ਆਉਂਦੇ ਆ, ਗੰਨਾ ਦਿਖਾਉਂਦੇ ਫਿਲਮਾਂ ਦੇ ਵਿੱਚ, ਨੈਟਫਲਿਕਸ ਤੇ ਐਮਜ਼ਨ ਤੇ ਸਲਮਾਨ ਖਾਨ ਵਰਗੇ, ਉਹ ਟਾਈਗਰ ਫਿਲਮ ਬਣਾਉਂਦੇ ਆ। ਥੋੜਾ ਜਿਹਾ ਵੇਟ ਕਰਿਓ, ਹੁਣ ਆਪਾਂ ਜਵਾਬ ਲੈ ਲਈਏ। FIR ਕਰਨਗੇ ਹੁਣ ਆਮ ਆਦਮੀ ਪਾਰਟੀ ਵਾਲੇ। ਠੀਕ ਹੈ, ਮੈਂ ਰਿਕੁਐਸਟ ਕਰੂੰਗਾ ਕਿ ਥੋੜਾ ਇੱਕ ਵਾਰੀ ਸੰਘੇੜਾ ਸਾਹਿਬ ਨੂੰ ਆਪਣੀ ਗੱਲ ਰੱਖ ਲੈਣ ਦਿਓ। ਮੈਂ ਇੱਕ ਅਪਡੇਟ ਵੀ ਕਰ ਦਵਾਂ ਕਿਉਂਕਿ ਬੱਚੇ ਦੇ ਉੱਤੇ ਪਰਚਾ ਹੋਇਆ, ਉਸ ਦੇ ਵਿੱਚ DSP ਦਾ ਇੱਕ ਬਿਆਨ ਸਾਹਮਣੇ ਆ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬੱਚੇ ਦੇ ਉੱਤੇ ਬਾਈ ਨੇਮ ਪਰਚਾ ਨਹੀਂ ਹੋਇਆ। ਉਹਨਾਂ ਦੀ ਵਰਡਿੰਗ ਹੈ ਕਿ ਪੇਰੈਂਟਸ ਦੇ ਉੱਤੇ ਪਰਚਾ ਸੀ ਤੇ ਉਸ ਤੋਂ ਬਾਅਦ ਬੱਚੇ ਦਾ ਜ਼ਿਕਰ ਸੀ, ਉਸ ਦੇ ਵਿੱਚ ਬਾਈ ਨੇਮ ਬੱਚੇ ਦੇ ਉੱਤੇ ਪਰਚਾ ਨਹੀਂ ਹੈ। ਸੰਘੇੜਾ ਸਾਹਿਬ ਤੁਸੀਂ ਜਵਾਬ ਦੇ ਸਕਦੇ ਹੋ। ਸੋਢੀ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਸੰਘੇੜਾ ਜੀ ਦੇਖੋ, ਪਹਿਲੀ ਗੱਲ ਤਾਂ ਖੜਿਆਲ ਸਾਹਿਬ ਇੱਕ ਲੜੀ ਤੋਂ ਝੂਠ ਬੋਲਣਾ ਸ਼ੁਰੂ ਕਰਦੇ ਆ, ਲਗਾਤਾਰ ਝੂਠ ਬੋਲੀ ਜਾ ਰਹੇ ਆ। ਜਦੋਂ ਇਹ ਕਾਂਗਰਸ ਪਾਰਟੀ ਦੀ ਸਰਕਾਰ ਆਈ ਆ ਤੇ ਜਿਹੜਾ ਇਹ ਹੁਣ ਕਹਿ ਰਹੇ ਨੇ ਝਰਮਰਾ ਗਿਆ, ਮੁਰਝਾ ਗਿਆ, ਮਰ ਗਿਆ, ਇਦਾਂ ਹੀ ਇਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਇਹ ਸਮੇਂ ਦੇ ਕਹਿ ਰਹੇ ਸੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਅਸੀਂ ਵੀ ਕਹਿ ਰਹੇ ਸੀ ਸੀਗੀ ਵੀ ਬਹੁਤ ਮਾੜੀ। ਹੁਣ ਸਾਡੇ ਬਾਰੇ ਕਹੀ ਜਾਂਦੇ ਆ ਔਰ ਸੰਘੇੜਾ ਸਾਹਿਬ ਕੰਪੇਅਰ ਕਰ ਰਹੇ ਨੇ, ਕਹਿ ਰਹੇ ਨੇ ਕਿ ਉਸ ਸਮੇਂ ਤੋਂ ਵੀ ਬੁਰੇ ਹਾਲਾਤ ਹੋਣ ਨੇ। ਇਹਨਾਂ ਨੇ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ 4.5 ਸਾਲ ਬਾਅਦ, ਜਿਨ੍ਹਾਂ ਚੋਂ ਇੱਕ ਇਹ ਵੀ ਪੁਆਇੰਟ ਸੀ ਵੀ ਚਰਮ ਸੀਮਾ ਤੇ ਪਹੁੰਚ ਗਈ ਆ ਕਰਪਸ਼ਨ, ਲੁੱਟ ਕੇ ਖਾ ਗਿਆ ਪੰਜਾਬ ਨੂੰ ਤੇ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਮਾੜੀ ਆ। ਹੁਣ ਕਹਿ ਰਹੇ ਆ ਕਿ ਸਾਡੇ ਵੇਲੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵਧੀਆ ਸੀਗੀ। ਗੈਂਗਸਟਰ ਬਾਹਰਲੇ ਸੂਬਿਆਂ ਤੋਂ ਲਿਆ ਕੇ ਇਲੀਗਲ ਹਥਿਆਰਾਂ ਵਾਲੇ ਗਲਤ ਮੁਕੱਦਮੇ ਦਰਜ ਕਰਕੇ ਇਹਨਾਂ ਨੇ ਰੋਪੜ 'ਚ ਮਹਿਮਾਨ ਨਵਾਜ਼ੀ ਕੀਤੀ। ਜਿਹੜੇ ਯੂਪੀ ਦੇ ਮੁੱਖ ਮੰਤਰੀ ਜਿਹੜੇ ਆ ਉਹ ਜ਼ੋਰ ਲਾਉਂਦੇ ਥੱਕ ਗਏ ਕਿ ਇਹਨੂੰ ਮੁਜਰਮ ਨੂੰ ਵਾਪਸ ਲਿਆਂਦਾ ਜਾਵੇ, ਪਰ ਇਹਨਾਂ ਨੇ ਲਾਸਟ ਮੂਮੈਂਟ ਦਾ ਕਰੋੜਾਂ ਰੁਪਏ ਖਰਚ ਦਿੱਤੇ ਉਹਦੀ ਮਹਿਮਾਨ ਨਵਾਜ਼ੀ ਲਈ, ਫਿਰ ਵਾਪਸ ਨਹੀਂ ਜਾਣ ਦੇਣਾ। ਉਹਦੀ ਉਹ ਜਿਹੜੀ ਵੈਨ ਸੀਗੀ
ਉਹ ਐਂਬੂਲੈਂਸ ਸੀਗੀ, ਉਹਨੂੰ ਹੀ ਇੱਕ ਬੜਾ ਲਗਜ਼ਰੀ ਵਹੀਕਲ ਬਣਾਇਆ ਹੋਇਆ ਸੀਗਾ ਅੰਦਰੋਂ। ਸੋ ਇਹ ਕਿਹੜੇ ਮੂੰਹ ਨਾਲ ਗੱਲਾਂ ਕਰਦੇ, ਮੈਂ ਤਾਂ ਹੈਰਾਨ ਆ। ਬਾਰ-ਬਾਰ ਇਹ ਬੱਚੇ ਦੀ ਗੱਲ ਕਰ ਰਿਹਾ, ਡੀਐਸਪੀ ਸਾਹਿਬ ਨੇ ਕਲੀਅਰ ਕਰ ਹੀ ਦਿੱਤਾ। ਚਲੋ ਮੈਂ ਉਸ ਗੱਲ ਤੇ, ਜਿਹੜੀ ਗੱਲ ਤੇ ਮੈਂ ਪਹਿਲਾਂ ਹੀ ਕਹਿਤਾ ਹੈ ਵੀ ਜੇ ਕੋਈ ਗਲਤੀ ਹੋ ਗਈ ਆ ਤਾਂ ਫਿਰ ਆਪਾਂ ਉਸੇ ਹੀ ਗੱਲ ਤੇ ਬਾਰ-ਬਾਰ ਕਰੀ ਜਾ ਰਹੇ ਹਾਂ। ਮੈਂ ਛੋਟਾ ਜਿਹਾ ਰਿਐਕਸ਼ਨ ਲੈ ਲਾਂ ਜੀ। ਸੰਘੇੜਾ ਸਾਹਿਬ ਇਕੱਠੇ ਇੱਕ ਵਾਰੀ ਰਿਐਕਟ ਕਰ ਦਿਓ। ਸੋਢੀ ਸਾਹਿਬ ਝੂਠ ਬੋਲ ਰਹੇ ਆ ਇਹ ਬੰਦਿਆਂ ਨੂੰ ਫੜਿਆ ਨਹੀਂ ਜਾ ਰਿਹਾ, ਦਿੱਲੀ ਪੁਲਿਸ ਫੜਦੀ ਆ। ਦੇਖੋ ਗੌਰਵ ਜੀ, ਅਸੀਂ ਜਿਹੜੀ ਪੰਜਾਬ ਪੁਲਿਸ ਨੇ ਇਨਪੁਟ ਦਿੱਤੀ, ਜੇ ਕੋ ਹਰਿਆਣੇ ਚ ਚਲਾ ਗਿਆ, ਦਿੱਲੀ ਪੁਲਿਸ ਨੇ ਫੜ ਲਿਆ, ਬਟ ਇਜ਼ ਰੋਂਗ ਇਨ ਇਟ। ਪੰਜਾਬ ਪੁਲਿਸ ਨੇ ਇਨਪੁਟ ਦਿੱਤੀ, ਗੁਜਰਾਤ ਬੰਦਰਗਾਹ ਤੋਂ ਗੁਜਰਾਤ ਦੀ ਪੁਲਿਸ ਨੇ ਡਰੱਗਸ ਦੀ ਖੇਪ ਫੜ ਲਈ, ਹਾਂਜੀ, ਉਹ ਚ ਪੰਜਾਬ ਪੁਲਿਸ ਦਾ ਕੋਈ ਰੋਲ ਨਹੀਂ ਹੈ। ਦਿੱਲੀ ਪੁਲਿਸ ਨੇ ਇਨਪੁਟ ਦਿੱਤੀ, ਪੰਜਾਬ ਪੁਲਿਸ ਨੇ ਗੰਨੇ ਦੇ ਖੇਤਾਂ 'ਚ ਫੜ ਕੇ ਜਲੰਧਰ ਦੇ ਨੇੜੇ ਅੰਦਰ ਘੁਸ ਕੇ ਕੱਢ ਕੇ ਲਿਆਂਦੇ ਗੈਂਗਸਟਰ, ਹਾਂਜੀ। ਇਹ ਤਾਂ ਪੁਲਿਸ ਨੇ ਕੋਆਪਰੇਟ ਕਰਨਾ। ਥੋੜਾ ਇੰਤਜ਼ਾਰ ਕਰੋ। ਦੇਖੋ ਗੱਲ ਇਹ ਹੈ ਨਾ ਕਿ ਦਰਸ਼ਕ ਵੀ ਬੈਠੇ ਸਭ ਚੀਜ਼ਾਂ ਸਮਝਦੇ ਨੇ। ਪੰਜਾਬ ਪੁਲਿਸ ਨੇ ਕੁਝ ਨਹੀਂ ਕੀਤਾ। ਦੇਖੋ ਸਾਰੇ ਦਰਸ਼ਕ ਵੀ ਸਮਝਦੇ ਨੇ ਕਿ ਜਦੋਂ ਵਿਰੋਧੀ ਪਾਰਟੀ ਬਣ ਜਾਂਦੀ ਹੈ ਨਾ ਕੋਈ ਪਾਰਟੀ, ਫਿਰ ਸਵਾਲ ਤਾਂ ਚੁੱਕਦੀ ਹੈ, ਔਰ ਜਦੋਂ ਸਰਕਾਰ 'ਚ ਕੋਈ ਆ ਜਾਂਦੀ ਹੈ ਤਾਂ ਉਹਨਾਂ ਨੂੰ ਜਵਾਬ ਦੇਣਾ ਪੈਂਦਾ। ਇਹ ਸਭ ਕੁਝ ਇੱਥੇ ਵੀ ਉਹੀ ਹੋ ਰਿਹਾ ਹੈ। ਤੁਹਾਨੂੰ ਵੀ ਜਵਾਬ ਤਾਂ ਦੇਣੇ ਹੋਣਗੇ। ਵਿਰੋਧੀਆਂ ਦਾ ਕੰਮ ਉਹਨਾਂ ਨੇ ਸਵਾਲ ਚੁੱਕਣਾ ਹੈ। ਪ੍ਰੈਸ਼ਰ ਗਰੁੱਪਸ ਵੀ ਹੁੰਦੇ ਨੇ ਨਾ। ਠੀਕ ਹੈ, ਚਲੋ ਥੋੜਾ ਇੰਤਜ਼ਾਰ ਕਰੋ। ਸੋਢੀ ਸਾਹਿਬ, ਤੁਹਾਡਾ ਫਾਈਨਲ ਰਿਐਕਸ਼ਨ। ਸਖਤ ਸੁਨੇਹਾ, ਜੇਕਰ ਇਸ ਤਰ੍ਹਾਂ ਨਹੀਂ ਤਾਂ ਫਿਰ ਕਿਵੇਂ? ਸਰਕਾਰ ਕਹਿ ਰਹੀ ਹੈ ਕਿ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਸ ਦੇ ਤਹਿਤ ਇਹ ਐਕਸ਼ਨ ਹੋ ਰਿਹਾ ਹੈ। ਦੇਖੋ ਗੌਰਵ ਜੀ, ਗੱਲ ਇਹ ਹੈ ਕਿ ਜਿਹੜਾ ਇਹ ਰਫਲਾ ਰੱਖਣ ਦੇ ਸ਼ੌਂਕੀ ਗੀਤ ਆਏ, ਜਾਂ ਲੋਕਾਂ ਦੇ ਪਹਿਲਾਂ ਕਿਸੇ ਨੇ ਕੋਈ ਸਖਤੀ ਚਲੋ ਮੰਨ ਲਓ ਨਹੀਂ ਕੀਤੀ, ਇਹ ਗੱਲ ਚੱਲਦੀ ਰਹੀ। ਲੇਕਿਨ ਅਸੀਂ ਸਾਰੇ ਪੈਨਲਿਸਟ ਇਸ ਚੀਜ਼ ਦੇ ਹੱਕ 'ਚ ਆ ਕਿ ਗਨ ਕਲਚਰ ਖਤਮ ਹੋਣਾ ਚਾਹੀਦਾ ਹੈ। ਲੇਕਿਨ ਸਰਕਾਰ ਦਾ ਤਰੀਕਾ ਗਲਤ ਹੈ। ਇੱਕ ਮੈਂ ਤੁਹਾਨੂੰ ਇਹਦੇ ਨਾਲ ਹੋਰ ਗੱਲ ਜੋੜ ਦਿਆਂ, ਮੈਂ ਕੋਈ ਉਹਨਾਂ ਦੇ ਵਿਰੁੱਧ ਨਹੀਂ ਹਾਂ। ਪਿੱਛੇ ਜੇ ਸਰਕਾਰ ਨੇ ਇੱਕ ਫੈਸਲਾ ਲਿਆ ਕਿ ਜਿਹੜੇ ਮੋਟਰਸਾਈਕਲਾਂ ਦੇ ਮਗਰ ਰੇਹੜੀਆਂ ਪਾਈਆਂ ਵੀਆਂ, ਉਹਨਾਂ ਤੇ ਇੱਕਦਮ ਇਹਨਾਂ ਨੇ ਬੈਨ ਲਾਤਾ। ਲੇਕਿਨ ਜਦੋਂ ਵਿਰੋਧ ਹੋਇਆ ਤੇ ਉਹ ਇਹਨਾਂ ਨੇ ਹੁਕਮ ਵਾਪਸ ਲੈ ਲਏ। ਉਹ ਜੇ ਆਪਾਂ ਸੋਚੀਏ ਤੇ ਉਹ ਵੀ ਤਾਂ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ, ਚਲੋ ਜੇ ਕੋਈ ਚੱਲਦੀਆਂ ਸੀਗੀਆਂ ਚੱਲੀਆਂ ਗਈਆਂ, ਮੈਂ ਕੋਈ ਵਿਰੋਧ ਨਹੀਂ ਕਰਦਾ। ਲੇਕਿਨ ਮੈਂ ਸਰਕਾਰ ਦੇ ਉੱਤੇ ਕੁਐਸਚਨ ਇਹ ਖੜਾ ਕਰਦਾ ਹੈ ਕਿ ਇੱਕਦਮ ਫੈਸਲਾ ਲੈਣਾ ਤੇ ਫਿਰ ਵਾਪਸ ਲੈਣਾ, ਕਿਉਂ ਨਾ ਉਹਦੇ ਨਾਲੋਂ ਕੋਈ ਇਹੋ ਜਿਹਾ ਪੂਰੀ ਤਿਆਰੀ ਜਾਵੇ। ਹਾਂ, ਪੂਰੀ ਤਿਆਰੀ ਹੋਵੇ, ਲੋਕਾਂ 'ਚ ਉਹਦਾ ਪ੍ਰਚਾਰ ਹੋਵੇ। ਚਲੋ ਮੈਂ ਵਿਚਾਲੇ ਰੋਕਦਾ ਸਰ, ਮੈਨੂੰ ਵਾਈਂਡ ਅਪ ਕਰਨਾ ਹੋਏਗਾ। ਛੋਟਾ ਰਿਐਕਸ਼ਨ ਜ਼ਰੂਰੀ ਹੈ। ਗੌਰਵ ਜੀ, ਮੇਰਾ ਅਖੀਰਲਾ ਪੁਆਇੰਟ ਹੈ ਜੀ। ਖੜਿਆਲ ਸਾਹਿਬ, ਬਿਲਕੁਲ 20 ਸੈਕਿੰਡ, ਬਿਲਕੁਲ ਟਾਈਟ ਟਾਈਮ ਹੈ। ਬਿਲਕੁਲ ਦੇਖੋ, ਪਹਿਲਾਂ ਤਾਂ ਟੌਪਿਕ ਅੱਜ ਗਨ ਕਲਚਰ ਬਾਰੇ ਹੈ। ਇਹ ਮਹਿਮਾਨ ਨਵਾਜ਼ੀ ਦੀ ਗੱਲ ਕਰ ਰਿਹਾ ਹੈ। ਇੱਥੋਂ ਪਤਾ ਲੱਗ ਜਾਂਦਾ ਕਿ ਆਮ ਆਦਮੀ ਪਾਰਟੀ ਕੋਲੇ ਜਵਾਬ ਹੈ ਨਹੀਂ ਜਿਹੜੇ ਸਵਾਲ ਪੁੱਛੇ ਜਾ ਰਹੇ ਆ। ਇਹਨਾਂ ਕੋਲੇ ਗੈਂਗਸਟਰ ਸੀਗੇ। ਦੂਜੀ ਗੱਲ ਸੁਣੋ, ਸੰਘੇੜਾ ਸਾਹਿਬ, ਮੈਂ ਆਉਂਗਾ ਫਾਈਨਲ ਰਿਐਕਸ਼ਨ ਦੇ ਲਈ। ਸਮਾਂ ਖਰਾਬ ਹੋ ਜਾਏਗਾ, ਪਲੀਜ਼ ਤੁਸੀਂ ਰਿਐਕਟ ਕਰ ਦਿਓ। ਖੜਿਆਲ ਜੀ ਕੰਪਲੀਟ ਕਰ ਦਿਓ ਪਲੀਜ਼। ਗਨ ਕਲਚਰ ਨਾਲ ਹੀ ਸੰਬੰਧਿਤ ਹੈ, ਟਵਿਸਟ ਕਰੀ ਜਾਂਦੀ ਹੈ ਮਤਲਬ ਤੋਂ। ਸੰਘੇੜਾ ਸਾਹਿਬ, ਤੁਸੀਂ ਆਪਦੇ ਆਪ ਨੂੰ ਸਰਟੀਫਿਕੇਟ ਦੇਤਾ ਸਰਕਾਰ ਨੂੰ ਵੀ 8 ਮਹੀਨੇ ਹੋ ਗਏ, ਉਹਦੇ ਬਾਵਜੂਦ ਕੋਈ ਸਰਟੀਫਿਕੇਟ ਨਹੀਂ ਦਿੱਤਾ। ਕੋਈ ਸਰਟੀਫਿਕੇਟ ਨਹੀਂ ਦਿੱਤਾ। ਅਸੀਂ ਕਹਿੰਦੇ ਜਿਹੜੀ ਵੀ ਗਲਤੀ ਹੋਈ ਹੈ ਉਹਦੀ ਸਮੀਖਿਆ ਹੋਏਗੀ, ਸੁਧਾਰੀ ਜਾਏਗੀ। ਕੰਮ ਕਰਦੇ ਹਾਂ, ਗਲਤੀਆਂ ਹੋਈਆਂ ਸੁਧਾਰਾਂਗੇ। ਚਲੋ ਠੀਕ ਹੈ, ਮੈਨੂੰ ਵਾਈਂਡ ਅਪ ਕਰਨਾ ਹੋਏਗਾ। ਖੜਿਆਲ ਜੀ, ਮੈਂ ਵਿਚਾਲੇ ਰੋਕਦਾ। ਤੁਹਾਡੇ ਗੱਲ ਦੇ ਉੱਪਰ, ਤੁਹਾਡੇ ਪੁਆਇੰਟ ਤੇ ਰਿਐਕਟ ਕਰਨਗੇ ਹੋਪਫੁਲੀ ਸੰਘੇੜਾ ਜੀ। ਕਲੀਅਰ ਸਾਹਿਬ, ਐਕਟਰ ਤੇ ਸਿੰਗਰ ਤੇ ਸਾਰੇ ਤੇ ਪਰਚਾ ਦੇਤਾ ਆਮ ਆਦਮੀ ਪਾਰਟੀ ਨੇ। ਠੀਕ ਹੈ, ਜਿੰਨੇ ਐਕਟਰਸ ਕੰਮ ਕਰਦੇ ਆ, ਮੈਂ ਤਾਂ ਸਿਰਫ ਉਹੀ ਥੋੜਾ ਜਿਹਾ ਵੇਟ ਕਰੋ। ਆਪਾਂ ਚਰਚਾ ਨੂੰ ਬਿਲਕੁਲ ਫਾਈਨਲ ਦੇ ਕੇ ਕਲੀਅਰ ਸਾਹਿਬ, ਇੱਕ ਤੁਹਾਡਾ ਛੋਟਾ ਕਮੈਂਟ। ਪੈਰਾਮੀਟਰ ਵਾਲੇ ਪੁਆਇੰਟ ਤੇ ਹੋਣੀ ਅਡੀਗੋ ਤੋਂ ਲੱਗਦਾ ਕਿ ਉਹੀ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ। ਸੁਧਾਰੀ ਜਾਏਗੀ, ਪੈਰਾਮੀਟਰ ਸੈੱਟ ਬਿਲਕੁਲ ਸਹਿਮਤ ਹਾਂ। ਪ੍ਰਚਾਰ ਹੋਣਾ ਚਾਹੀਦਾ, ਕਰਦੇ ਕਾਉਂਸਲਿੰਗ ਕਰਦੇ, ਇਸ਼ਤਿਹਾਰ ਲਾਉਂਦੇ ਅਖਬਾਰਾਂ ਦੇ ਵਿੱਚ। ਇਸ ਤੋਂ ਬਾਅਦ ਕੋਈ ਕਰੂਗਾ ਤਾਂ ਇਹ ਆਫੈਂਸ ਹੋਊਗਾ। ਇਸ ਤਰੀਕੇ ਨਾਲ ਸਿੱਧੇ ਪਰਚੇ ਦੇਣਾ, ਇਹ ਸਰਕਾਰ ਦੀ ਬਹੁਤ ਗਲਤ ਪਾਲਿਸੀ। ਠੀਕ ਹੈ, ਜੇ ਮੌਜੂਦਾ ਸਮੇਂ ਦੇ ਵਿੱਚ ਮੌਜੂਦਾ ਸਮੇਂ 'ਚ ਕੋਈ ਆਪਣੀ ਅਪਲੋਡ ਕਰਦਾ ਹੈ ਫੋਟੋ ਹਥਿਆਰ ਦੇ ਨਾਲ, ਤਾਂ ਤੁਹਾਨੂੰ ਲੱਗਦਾ ਕਿ ਐਕਸ਼ਨ ਹੋਣਾ ਚਾਹੀਦਾ? ਦੇਖੋ, ਗਨ ਕਲਚਰ ਦੇ ਸਾਰੇ ਖਿਲਾਫ ਨੇ, ਪਰ ਤੁਹਾਨੂੰ ਇੱਕ ਪੈਰਾਮੀਟਰ ਤਾਂ ਬਣਾਉਣਾ ਪਊਗਾ ਨਾ। ਲਾਇਸੈਂਸ ਦੇ ਕੌਣ ਰਿਹਾ? ਸਰਕਾਰ ਆਪ ਹੀ ਤਾਂ ਲਾਇਸੈਂਸ ਦੇ ਰਹੀ ਹੈ। ਅੱਜ ਆਮ ਆਦਮੀ ਪਾਰਟੀ ਜਾਂ ਤਾਂ ਐ ਕਰੇ ਸਾਰੇ ਪੰਜਾਬ ਦੇ, ਫਿਰ ਲਾਇਸੈਂਸ ਕੈਂਸਲ ਕਰ ਦੋ, ਰੱਦ ਕਰ ਦੋ। ਸੋ ਤੁਹਾਨੂੰ ਪੈਰਾਮੀਟਰ ਬਣਾਉਣੇ ਪੈਣਗੇ। ਪੈਰਾਮੀਟਰ ਬਣਾ ਕੇ ਗੱਲ ਹੋਊ। ਔਰ ਇੱਕ ਗੱਲ ਜ਼ਰੂਰ ਮੈਂ ਕਹੂੰਗਾ, ਇਹ ਕਹਿੰਦੇ ਜੀ ਪੰਜਾਬ ਪੁਲਿਸ ਇਨਪੁਟ ਦਿੰਦੀ ਸੀਗੀ। ਦੀਪਕ ਟੀਨੂ ਬਾਰੇ ਪੰਜਾਬ ਪੁਲਿਸ ਦੀ ਇਨਪੁਟ ਸੀ, ਉਹ ਸਾਊਥ ਅਫਰੀਕਾ ਚਲਾ ਗਿਆ। ਦਿੱਲੀ ਪੁਲਿਸ ਨੇ ਅਜਮੇਰ ਤੋਂ ਫੜਿਆ। ਦਿੱਲੀ ਹੁਣ ਅਜਮੇਰ ਦਿੱਲੀ 'ਚ ਨਹੀਂ ਪੈਂਦਾ। ਫਿਰ ਜਿਹੜੇ ਬਖਸ਼ੀ ਵਾਲੇ ਤੋਂ ਪ੍ਰਦੀਪ ਦੇ ਸ਼ੂਟਰ ਏਜੰਸੀਆਂ ਦੀ ਰਿਪੋਰਟ ਸੀ ਇਹ। ਦਿੱਲੀ ਪੁਲਿਸ। ਚਲੋ ਸੰਘੇੜਾ ਸਾਹਿਬ, ਫਾਈਨਲ ਰਿਐਕਸ਼ਨ ਤੁਹਾਡਾ। ਉਹ ਕਿਹਦਾ ਇਨਪੁਟ ਮੇਰੇ ਕੋਲ ਸਮਾਂ ਚੱਲਿਆ, ਰਿਐਕਸ਼ਨ ਜ਼ਰੂਰੀ ਹੈ ਇਸ ਸਮੇਂ ਪਲੀਜ਼। ਸੰਘੇੜਾ ਸਾਹਿਬ, ਦੇਖੋ ਸਭ ਨੂੰ ਪ੍ਰੋਬਲਮ ਗਨ ਕਲਚਰ ਤੇ ਸਖਤੀ ਤੋਂ ਨਹੀਂ ਹੈ, ਉਹਦੇ ਨਾਲ ਹੀ ਫੜਿਆ। ਪੈਰਾਮੀਟਰਸ ਫਿਕਸ ਕਰੋ ਸਰ, ਪੈਰਾਮੀਟਰ ਫਿਕਸ ਕਰੋ। ਸਾਰੇ ਤੁਹਾਡੇ ਵਿਰੋਧੀ ਇਹੀ ਕਹਿ ਰਹੇ ਨੇ। ਸੰਘੇੜਾ ਸਾਹਿਬ, ਮੈਂ ਇੱਕ ਗੱਲ ਨਾਲ ਸਹਿਮਤ ਹਾਂ ਕਿ ਜ਼ਿਆਦਾ ਪ੍ਰਚਾਰ ਹੋਣਾ ਚਾਹੀਦਾ ਹੈ, ਪਰ ਕਲੇਰ ਸਾਹਿਬ ਦੀ ਇਹ ਗੱਲ ਗਲਤ ਹੈ ਕਿ ਪਿਛਲੀ ਫੋਟੋ ਤੇ ਪਰਚਾ ਨਹੀਂ ਹੋ ਸਕਦਾ। ਜਦੋਂ ਤੁਹਾਡੇ ਲਾਅ ਬਣ ਗਿਆ ਤਾਂ ਜਦੋਂ ਫੋਟੋ ਡਿਲੀਟ ਕਰਨੀ ਸਫੀਸ਼ੀਐਂਟ ਪ੍ਰਚਾਰ, ਸਫੀਸ਼ੀਐਂਟ ਟਾਈਮ ਦੇਣਾ ਚਾਹੀਦਾ ਨਾ।
ਔਰ ਖੜਿਆਲ ਸਾਹਿਬ ਬੱਚੇ ਬੋਲਣ ਲੱਗ ਗਏ ਆ ਠੀਕ ਹੈ। ਖੜਿਆਲ ਸਾਹਿਬ ਦੀ ਸਾਰੀ ਡਿਬੇਟ ਖਰਾਬ ਕਰਦੇ ਹੋ। ਚਲੋ ਮੈਨੂੰ ਵਿਚਾਲੇ ਰੋਕਣਾ ਹੋਏਗਾ, ਮੇਰੇ ਕੋਲ ਸਮਾਂ ਕੰਪਲੀਟ ਹੋ ਚੱਲਿਆ ਹੈ। ਸ਼ੁਕਰੀਆ ਕੰਮ ਕਰਦੇ ਆ, ਗਲਤੀ ਹੋਈ ਹੈ ਸੁਧਾਰ ਹੋਏਗਾ। ਹੋਪਫੁਲੀ ਸੰਗੇੜਾ ਸਾਹਿਬ ਤੁਹਾਡੀ ਗੱਲ ਪਹੁੰਚੀ ਹੋਏਗੀ ਲੋਕਾਂ ਤੱਕ। ਸੰਗੇੜਾ ਜੀ ਬਹੁਤ ਬਹੁਤ ਧੰਨਵਾਦ। ਖੜਿਆਲ ਸਾਹਿਬ ਮਾਫੀ ਚਾਹ ਰਹੇ, ਵਿਚਾਲੇ ਰੋਕਦੇ ਆ। ਸੰਗੇੜਾ ਜੀ ਮਾਫੀ ਚਾਹੁੰਦਾ, ਵਿਚਾਲੇ ਰੋਕਦੇ ਆ। ਸ਼ੁਕਰੀਆ ਕਲੇਰ ਜੀ, ਸ਼ੁਕਰੀਆ ਸੋਢੀ ਸਾਹਿਬ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਬਹੁਤ ਗੰਭੀਰ ਹੈ, ਖਾਸ ਤੌਰ ਤੇ ਜਦੋਂ ਬਿਲਕੁਲ ਨੌਜਵਾਨ ਪੀੜ੍ਹੀ, ਟੀਨ ਏਜਰ ਜੋ ਹੈਗੇ ਨੇ ਪੰਜਾਬ ਦੇ ਨੌਜਵਾਨ 16 17 18 20 ਸਾਲ ਦੇ, ਉਹਨਾਂ ਦੇ ਨਾਲ ਜੁੜਿਆ ਹੋਇਆ ਹੈ। ਦੋ ਚੀਜ਼ਾਂ ਦਾ ਇਸ ਸਮੇਂ ਜ਼ਰੂਰ ਧਿਆਨ ਰੱਖਣਾ ਹੋਵੇਗਾ। ਪਹਿਲਾ ਕਿ ਤੁਹਾਡਾ ਬੱਚਾ ਜਾਂ ਤੁਸੀਂ ਖੁਦ ਕਿਸੇ ਗਨ ਜਾਂ ਹਥਿਆਰ ਦੇ ਨਾਲ ਕੋਈ ਪਿਕਚਰ ਅਪਲੋਡ ਨਾ ਕਰੋ, ਸਖਤੀ ਇਸ ਸਮੇਂ ਪੁਲਿਸ ਨੇ ਕੀਤੀ ਹੋਈ ਹੈ। ਪੁਆਇੰਟ ਨੰਬਰ 2 ਕਿ ਜੇਕਰ ਤੁਹਾਡੀ ਕੋਈ ਪੁਰਾਣੀ ਤਸਵੀਰ ਹੈ ਤਾਂ ਇੱਕ ਵਾਰੀ ਜ਼ਰੂਰ ਗੋ ਥਰੂ ਹੋ ਜਾਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਪਿਕਚਰ ਵਾਲੇ ਸੈਕਸ਼ਨ ਤੋਂ ਕਿ ਜੇਕਰ ਕੋਈ ਪੁਰਾਣੀ ਤਸਵੀਰ ਹੈ ਤਾਂ ਉਸ ਨੂੰ ਹਟਾ ਦਿਓ। ਪਰ ਦੂਜੇ ਪਾਸੇ ਸਰਕਾਰ ਨੂੰ, ਪੁਲਿਸ ਨੂੰ, ਜੇਕਰ ਪੁਲਿਸ ਦੇ ਵੱਡੇ ਅਧਿਕਾਰੀ ਸੁਣ ਰਹੇ ਨੇ ਤਾਂ ਇਸ ਚਰਚਾ ਦੇ ਵਿੱਚੋਂ ਨਿਕਲ ਕੇ ਗੱਲ ਇਹੀ ਆਈ ਹੈ ਕਿ ਇੱਕ ਪੈਰਾਮੀਟਰ ਫਿੱਟ ਕਰਨਾ ਹੋਏਗਾ, ਕਿਹਨਾਂ ਦੇ ਉੱਤੇ ਪਰਚਾ ਹੋ ਸਕਦਾ ਹੈ, ਕਿਹਨਾਂ ਦੇ ਉੱਤੇ ਨਹੀਂ। ਜੇਕਰ ਕਿਸੇ